ਚਲੋ ਜੀ ਦੇਖੋ ਜੇ ਆਪਾਂ ਥੋੜਾ ਜਿਹਾ ਪਿਛਲਾ ਰਿਵਾਈਜ਼ ਕਰ ਲਈਏ ਹਨਾ ਇੱਕ ਵਾਰੀ ਸਾਰਾ, ਤਾਂ ਕੁਝ ਖਾਸ ਇੰਡਕਸ਼ਨ ਮੋਟਰ ਦੇ ਵਿੱਚ ਮੈਂ ਟੌਪਿਕਸ ਤੁਹਾਨੂੰ ਦੱਸਣ ਲੱਗਿਆ ਕਿਹੜੇ ਟੌਪਿਕ ਜਿਹੜੇ ਸਾਨੂੰ ਬਹੁਤ ਜ਼ਰੂਰੀ ਆਉਣੇ ਚਾਹੀਦੇ ਨੇ, ਜਿਹੜੇ ਇੰਪੋਰਟੈਂਟ ਟੌਪਿਕਸ ਨੇ ਜਿਹੜੇ ਇਹਦੇ। ਜਿਵੇਂ ਸਭ ਤੋਂ ਪਹਿਲਾਂ 3 ਫੇਸ ਇੰਡਕਸ਼ਨ ਮੋਟਰ ਦੇ ਵਿੱਚ ਆਪਾਂ ਇੱਕ ਵਾਰੀ ਦੀ ਰਿਵੀਜ਼ਨ ਜੀ ਕਰਦੇ ਹਾਂ ਤਾਂ ਕਿ ਸਾਨੂੰ ਥੋੜਾ ਜਿਹਾ ਕੌਨਫੀਡੈਂਸ ਜਿਹਾ ਬਣ ਜਾਏ। ਦੇਖੋ ਜੀ 3 ਫੇਸ ਇੰਡਕਸ਼ਨ ਮੋਟਰ ਆ ਜਿਹੜੀ ਸਾਡੀ, ਅਸੀਂ ਸਟਾਰਟ ਕਿੱਥੋਂ ਕਰਦੇ ਆਂਗੇ? ਸਟਾਰਟ ਕਰਦੇ ਆਂ ਕੰਸਟਰਕਸ਼ਨ ਤੋਂ ਸਟਾਰਟ ਕਰਦੇ ਆਂਗੇ। ਸਭ ਤੋਂ ਪਹਿਲਾਂ ਕੰਸਟਰਕਸ਼ਨ ਆਉਂਦੀ ਹੈ ਨਾ। ਕੰਸਟਰਕਸ਼ਨ ਵਾਈਜ਼ ਦੋ ਤਰ੍ਹਾਂ ਦੀਆਂ ਸਾਡੇ ਕੋਲੇ ਮੋਟਰਾਂ ਹੁੰਦੀਆਂ ਨੇਗੀਆਂ। ਇੱਕ ਹੁੰਦੀ ਆ ਸਾਡੇ ਕੋਲੇ ਸਲਿਪ ਰਿੰਗ ਇੰਡਕਸ਼ਨ ਮੋਟਰ, ਇੱਕ ਹੁੰਦੀ ਆ ਸਾਡੇ ਕੋਲੇ ਸਕਰਲ ਕੇਜ ਇੰਡਕਸ਼ਨ ਮੋਟਰ। ਦੋਨਾਂ ਦੇ ਵਿੱਚੋਂ ਕਾਮਨ ਮੋਟਰ ਕਿਹੜੀ ਹੈ ਜੀ? ਸਕਰਲ ਕੇਜ ਇੰਡਕਸ਼ਨ ਮੋਟਰ। ਜ਼ਿਆਦਾਤਰ ਇਹ ਮੋਟਰ ਯੂਜ਼ ਕੀਤੀ ਜਾਂਦੀ ਹੈ। ਇਹਦੇ ਵਿੱਚ ਯਾਦ ਰੱਖਣ ਵਾਲੀਆਂ ਗੱਲਾਂ ਕਿਹੜੀਆਂ ਨੇ? ਸਕਰਲ ਕੇਜ ਇੰਡਕਸ਼ਨ ਮੋਟਰ ਦੇ ਵਿੱਚ ਕੋਈ ਵੀ ਨੋ ਸਲਿਪ ਰਿੰਗ ਹੁੰਦਾ, ਇਹਦੇ ਵਿੱਚ ਕੋਈ ਵੀ ਸਲਿਪ ਰਿੰਗ ਨਹੀਂ ਹੁੰਦੇ ਹੈਗੇ। ਇਹਦੀ ਸਟੇਟਰ ਦੀ ਜਿਹੜੀ ਵਾਈਂਡਿੰਗ ਹੁੰਦੀ ਹੈਗੀ ਸਟਾਰ ਕਨੈਕਟਡ ਹੁੰਦੀ ਹੈ ਕਿ ਡੈਲਟਾ? ਇਹਦੀ ਵਾਈਂਡਿੰਗ ਹੈ ਸਟਾਰ ਕਨੈਕਟਡ ਹੁੰਦੀ ਹੈ ਕਿ ਡੈਲਟਾ ਕਨੈਕਟਡ ਹੁੰਦੀ ਹੈਗੀ ਸਕਰਲ ਕੇਜ ਦੀ? ਡੈਲਟਾ ਸਰ। ਤੇ ਜੇ ਇਹਦੀ ਡੈਲਟਾ ਹੁੰਦੀ ਹੈਗੀ ਜੀ ਤਾਂ ਇਹਦੀ ਕਿਹੜੀ ਹੋਏਗੀ ਰਾਜੇ? ਸਲਿਪ ਰਿੰਗ ਦੀ ਜਿਹੜੀ ਸਾਡੀ ਸਟੇਟਰ ਵਾਈਂਡਿੰਗ ਹੈਗੀ ਡੈਲਟਾ ਸਰ। ਇਹਦੀ ਵੀ ਡੈਲਟਾ ਹੋਏਗੀ। ਤਾਂ ਸਟੇਟਰ ਦੇ ਵਿੱਚ ਜਿਹੜੀ ਸਟੇਟਰ ਦੀ ਜਿਹੜੀ ਵਾਈਂਡਿੰਗ ਹੈ ਸਾਡੀ ਹਮੇਸ਼ਾ ਡੈਲਟਾ ਕਨੈਕਟਡ ਹੋਵੇਗੀ, ਚਾਹੇ ਉਹ ਸਾਡੇ ਕੋਲੇ ਸਕਰਲ ਕੇਜ ਹੈ ਚਾਹੇ ਸਾਡੇ ਕੋਲੇ ਉਹ ਸਲਿਪ ਰਿੰਗ ਇੰਡਕਸ਼ਨ ਮੋਟਰ ਹੈਗੀ। ਅੱਛਾ ਜੀ, ਸਟੇਟਰ ਵਾਈਂਡਿੰਗ ਦਾ ਸਾਨੂੰ ਪਤਾ ਲੱਗ ਚੁੱਕਿਆ ਹੈਗਾ। ਸਟੇਟਰ ਵਾਈਂਡਿੰਗ ਜਿਹੜੀ ਹੁੰਦੀ ਹੈ ਸਾਡੀ ਡੈਲਟਾ ਕਨੈਕਟਡ ਹੁੰਦੀ ਹੈਗੀ। ਰਹਿ ਗਈ ਗੱਲ ਰੋਟਰ ਵਾਈਂਡਿੰਗ ਦੀ। ਹੁਣ ਰੋਟਰ ਦੀ ਵਾਈਂਡਿੰਗ ਜਿਹੜੀ ਸਾਡੀ, ਇਹਦੇ ਵਿੱਚ ਤਾਂ ਵਾਈਂਡਿੰਗ ਹੁੰਦੀ ਉਹ ਨਹੀਂ ਹੈਗੀ ਸਕਰਲ ਕੇਜ ਦੇ ਵਿੱਚ। ਇਹਦਾ ਮਤਲਬ ਇਹਦੇ ਅੰਦਰ ਵਾਈਂਡਿੰਗ ਕਿਹੜੀ ਹੁੰਦੀ ਹੈ? ਸਟਾਰ ਕਨੈਕਟਡ ਹੁੰਦੀ ਹੈ ਕਿ ਡੈਲਟਾ ਕਨੈਕਟਡ ਹੈ? ਇਹਦੇ ਅੰਦਰ ਸ਼ਾਰਟ ਸਰਕਟਡ ਹੁੰਦੀ ਹੈਗੀ। ਸ਼ਾਰਟ ਸਰਕਟਡ ਰਿੰਗਸ ਪਾਏ ਹੁੰਦੇ ਹੈਗੇ। ਜਿਹੜੀ ਬਾਰਸ ਹੁੰਦੀ ਆ ਉਹ ਸ਼ਾਰਟ ਸਰਕਟ ਹੁੰਦੀ ਹੈ, ਨਾ ਉਹਨਾਂ ਨੂੰ ਸਟਾਰ ਕਹਿ ਸਕਦੇ ਹਾਂ ਨਾ ਉਹਨਾਂ ਨੂੰ ਅਸੀਂ ਡੈਲਟਾ ਕਹਿ ਸਕਦੇ ਹਾਂ। ਅਤੇ ਜਿਹੜਾ ਸਾਡਾ ਸਲਿਪ ਰਿੰਗ ਇੰਡਕਸ਼ਨ ਮੋਟਰ ਹੁੰਦੀ ਆ, ਇਹਦਾ ਜਿਹੜਾ ਰੋਟਰ ਹੁੰਦਾ ਹੈਗਾ, ਰੋਟਰ ਦੀ ਕਿਹੜੀ ਵਾਈਂਡਿੰਗ ਰੱਖਾਂਗੇ ਆਪਾਂ ਜੇ ਰਾਜੇ ਐਕਸਟਰਨਲ ਰੈਜ਼ਿਸਟੈਂਸ ਐਡ ਕਰਨੀ ਹੈਗੀ? ਸਟਾਰ ਰੱਖਾਂਗੇ। ਜੇ ਸਟਾਰ ਰੱਖਾਂਗੇ ਤਾਂ ਹੀ ਰਾਜੇ ਸਾਡੇ ਕੋਲ ਐਕਸਟਰਨਲ ਰੈਜ਼ਿਸਟੈਂਸ ਜਿਹੜੀ ਐਡ ਹੈਗੀ। ਤੇ ਦੇਖੋ ਜੇ ਇੱਦਾਂ ਹੋਊਗੀ ਵਾਈਂਡਿੰਗ, ਇੱਦਾਂ ਹੋਊਗੀ ਹੈ ਨਾ, ਇੱਦਾਂ ਇਹ ਵਾਈਂਡਿੰਗ ਕਨੈਕਸ਼ਨ ਅੰਦਰੋਂ ਆਏ ਨੇਗੇ ਅਤੇ 3 ਕਨੈਕਸ਼ਨ ਸਾਡੇ ਬਾਹਰ ਆ ਗਏ। ਫਿਰ ਇਹ ਕਿਤੇ ਜਾ ਕੇ ਅਸੀਂ ਬਾਹਰਲੇ ਪਾਸੇ ਰਜਿਸਟੈਂਸ ਲਗਾ ਸਕਾਂਗੇ ਨਾ ਇੱਥੇ ਇੱਦਾਂ। ਜਿਹੜਾ ਜੀ ਸਾਡੀ ਵਾਈਂਡਿੰਗ ਪਹਿਲੀ ਅੰਦਰਲੇ ਪਾਸੇ ਜੁੜ ਗਈ ਤਾਂ ਬਾਹਰਲੇ ਪਾਸੇ ਰਜਿਸਟੈਂਸ ਲਗਾਈਏ ਨਾ ਲਗਾਈਏ ਬਾਹਰ ਤਾਂ ਕਰੰਟ ਨਹੀਂ ਜਾਣਾ ਹੈਗਾ, ਅੰਦਰ ਕਰੰਟ ਘੁੰਮੀ ਜਾਏਗਾ। ਤਾਂ ਇਹਦਾ ਰਜੇ ਜੇ ਅਸੀਂ ਐਕਸਟਰਨਲ ਰਜਿਸਟੈਂਸ ਲਗਾਉਣੇ ਆਗੇ ਤਾਂ ਰਜੇ ਸਟਾਰ ਕਨੈਕਟਡ ਹੋਣਾ ਬਹੁਤ ਜ਼ਰੂਰੀ ਹੈਗਾ ਰੋਟਰ ਦਾ। ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਤੁਹਾਡਾ ਸਟਾਰ ਜਿਹੜਾ ਸਟੇਟਰ ਆ ਉਹ ਸਟਾਰ ਹੈਗਾ, ਤੁਹਾਡਾ ਡੈਲਟਾ ਹੈਗਾ ਜਾਂ ਡੈਲਟਾ ਹੈਗਾ ਤੁਹਾਡਾ ਸਟਾਰ ਹੈਗਾ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਮੇਨ ਫਰਕ ਪੈਂਦਾ ਕਿਸ ਗੱਲ ਦੇ ਨਾਲ ਹੈਗਾ? ਨੰਬਰ ਆਫ ਪੋਲ ਦੇ ਨਾਲ। ਨੰਬਰ ਆਫ ਪੋਲ ਆ ਜਿਹੜੇ ਸਾਡੇ ਨੰਬਰ ਆਫ ਪੋਲ ਉਹ ਸਟੇਟਰ ਦੇ ਅਤੇ ਰੋਟਰ ਦੇ ਬਰਾਬਰ ਹੋਣੇ ਚਾਹੀਦੇ ਹੈਗੇ। ਤੁਸੀਂ ਅੱਜ ਇੱਕ ਕੁਐਸਚਨ ਵੀ ਕਲਾਸ ਦੇ ਵਿੱਚ ਪੁੱਛ ਰਹੇ ਸੀ ਉੱਥੇ ਗਰੁੱਪ ਦੇ ਵਿੱਚ, ਉਹਦਾ ਆਨਸਰ 0 ਆ ਰਿਹਾ ਸੀਗਾ। ਤੁਹਾਨੂੰ ਪਹਿਲੇ ਦਿਨ ਵੀ ਦੱਸਿਆ ਸੀਗਾ, ਉਹ ਅੱਜ ਫੇਰ ਦੱਸਣ ਲੱਗਿਆਗਾ। ਜੇ ਦੋਨਾਂ ਦੇ ਸਟੇਟਰ ਦੇ ਅਤੇ ਰੋਟਰ ਦੇ ਜਿਹੜੇ ਪੋਲ ਨੇਗੇ ਨੰਬਰ ਆਫ ਪੋਲ ਜੇ ਇਕੁਅਲ ਹੋਣਗੇ ਤਾਂ ਸਾਡੀ ਮੋਟਰ ਘੁੰਮੇਗੀ, ਅਦਰਵਾਈਜ਼ ਰਿਫਿਊਜ਼ ਟੂ ਰਨ ਕਰੇਗੀ, ਅਦਰਵਾਈਜ਼ ਮੋਟਰ ਨਹੀਂ ਘੁੰਮੇਗੀ। ਹਾਂ ਜੀ ਸਕਰਲ ਕੇਜ ਇਹ ਕੀ ਹੁੰਦਾ ਹੈਗਾ? ਜੇ ਸਾਡੀ ਕੋਲ ਮੋਟਰ ਸਕਰਲ ਕੇਜ ਹੈਗੀ ਉਹਦਾ ਰੋਟਰ ਜੇ ਕੋਈ ਮਰਜ਼ੀ ਹੋਵੇ ਉਹਦੇ ਅੰਦਰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਹੈਗੀ। ਠੀਕ ਹੈ ਜੀ। ਹੋਰ ਇਹਦੇ ਬਾਰੇ ਆਪਾਂ ਜੇ ਕੀ ਜਾਣਨਾ ਚਾਹੁੰਦੇ ਹਾਂ? ਅੱਛਾ, ਜਿਹੜਾ ਰਾਜੇ ਸਲਿਪ ਰਿੰਗ ਇੰਡਕਸ਼ਨ ਮੋਟਰ ਹੁੰਦੀ ਹੈਗੀ, ਸਲਿਪ ਰਿੰਗ ਇੰਡਕਸ਼ਨ ਮੋਟਰ ਨੂੰ ਜਿਹੜੀ ਸਾਡੀ ਇਹ ਸਲਿਪ ਰਿੰਗ ਇੰਡਕਸ਼ਨ ਮੋਟਰ ਹੈਗੀ, ਇਸ ਦੇ ਅੰਦਰ ਜਿਹੜੀ ਸਾਡੀ ਸਲਿਪ ਰਿੰਗ ਦੇ ਉੱਪਰ ਵੋਲਟੇਜ ਆਉਂਦੀ ਹੈਗੀ ਇੱਥੇ 3 ਫੇਸ ਦੇ ਵਿੱਚ, ਜੇ ਮੈਂ ਇੱਥੇ ਵੋਲਟੇਜ ਇੱਥੇ ਕਰਾਂ ਇਹ ਰਾਜੇ ਜਿਹੜੀ ਹੈ ਫੇਸ ਟੂ ਫੇਸ, ਜੇ 2 ਸਲਿਪ ਰਿੰਗਾਂ ਦੇ ਵਿਚਕਾਰ ਆਪਾਂ ਵੋਲਟੇਜ ਦੇਖਾਂਗੇ ਤਾਂ ਕਿਹੜੀ ਵੋਲਟੇਜ ਆਊਗੀ? ਫੇਸ ਵੋਲਟੇਜ ਆਊਗੀ, ਲਾਈਨ ਵੋਲਟੇਜ ਆਊਗੀ? ਲਾਈਨ ਵੋਲਟੇਜ ਮਿਲਦੀ ਹੁੰਦੀ ਹੈਗੀ। 2 ਸਲਿਪ ਰਿੰਗ ਦੇ ਵਿਚਕਾਰ ਜਿਹੜੀ ਵੋਲਟੇਜ ਮਿਲਦੀ ਹੈਗੀ ਲਾਈਨ ਵੋਲਟੇਜ। ਜਿਹੜਾ ਇੱਕ ਤੁਸੀਂ ਕੁਐਸਚਨ ਪਾਇਆ ਸੀ ਉਹਦਾ ਆਨਸਰ 11.76 ਹੈਗਾ। 70 ਵੋਲਟ ਜਿਹਦਾ ਪਾਇਆ ਸੀਗਾ ਤੁਸੀਂ, ਹਾਂਜੀ ਉਹੀ 11.76 ਆ। ਮਨਦੀਪ ਨੇ ਕੱਢਿਆ ਸੀਗਾ ਆਨਸਰ। ਵਧੀਆ ਗੱਲ ਆ ਮਨਦੀਪ, ਬਹੁਤ ਵਧੀਆ ਤਰੀਕੇ ਨਾਲ ਕੁਐਸਚਨ ਸੋਲਵ ਕੀਤਾ ਹੋਇਆ ਸੀਗਾ। ਗੁੱਡ, ਵਧੀਆ ਗੱਲ ਹੈਗੀ। ਤਾਂ ਇਹ ਜਿਹੜੇ ਇੱਥੇ ਹੁੰਦੀ ਹੈ ਲਾਈਨ ਵੋਲਟੇਜ ਹੁੰਦੀ ਹੈ। ਜੇ ਕਦੇ ਵੀ ਅਸੀਂ ਫੇਸ ਦਾ ਕਰੰਟ ਕੱਢਣਾ ਗਾ, ਫੇਸ ਦਾ ਕਰੰਟ ਕੱਢਣ ਵਾਸਤੇ ਇਸ ਲਾਈਨ ਵੋਲਟੇਜ ਨੂੰ ਪਹਿਲਾਂ ਡਿਵਾਈਡ ਕਰਨਾ ਪੈਂਦਾ ਹੁੰਦਾ √3 ਦੇ ਨਾਲ, ਫਿਰ ਕਿਤੇ ਜਾ ਕੇ ਸਾਡੀ ਫੇਸ ਵੋਲਟੇਜ ਬਣਦੀ ਹੈ। ਜਦੋਂ ਫੇਸ ਵੋਲਟੇਜ ਨੂੰ ਅਸੀਂ ਰਜਿਸਟੈਂਸ ਅਤੇ ਇੰਪੀਡੈਂਸ ਦੇ ਨਾਲ ਆਪਾਂ ਡਿਵਾਈਡ ਕਰ ਦਿੰਦੇ ਆਂਗੇ ਤਾਂ ਉੱਥੋਂ ਸਾਡੇ ਕੋਲ ਕਰੰਟ ਨਿਕਲ ਆਉਂਦਾ ਹੁੰਦਾ, ਫੇਸ ਕਰੰਟ ਨਿਕਲ ਆਉਂਦਾ ਹੁੰਦਾ ਹੈਗਾ। ਠੀਕ ਹੈ ਜੀ। ਤਾਂ ਇਹ ਤਾਂ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਸਕਰਲ ਕੇਜ ਅਤੇ ਸਲਿਪ ਰਿੰਗ ਇੰਡਕਸ਼ਨ ਮੋਟਰ ਦੀਆਂ। ਸਕਰਲ ਕੇਜ ਨੂੰ ਸਟਾਰਟ ਕਰਨ ਵਾਸਤੇ ਸਾਡੇ ਕੋਲ ਸਿਰਫ ਕਿੰਨੇ ਮੈਥਡ ਨੇਗੇ? ਅੱਛਾ, ਜੇ ਅਗਲੀ ਗੱਲ ਹੈਗੀ ਆ ਸਟਾਰਟਿੰਗ ਟਾਰਕ ਦੀ। ਸਟਾਰਟਿੰਗ ਟਾਰਕ ਕਿਹਦੇ ਵਿੱਚ ਵੱਧ ਹੁੰਦੀ ਹੈ ਜੀ? ਇਹਦੇ ਸਲਿਪ ਰਿੰਗ ਦੇ ਵਿੱਚ।
ਸਟਾਰਟਿੰਗ ਟਾਰਕ ਜਿਹੜੀ ਹੁੰਦੀ ਹੈਗੀ ਇਹਦੀ ਕੀ ਹੁੰਦੀ ਹੈਗੀ, ਹਾਈ ਹੁੰਦੀ ਹੈਗੀ। ਇਹਦੀ ਸਟਾਰਟਿੰਗ ਟਾਰਕ ਜਿਹੜੀ ਹੋਏਗੀ ਰਾਜੇ ਸਕਰਲ ਕੇ ਦੀ ਉਹ ਲੋਅਰ ਹੋਏਗੀ, ਉਹ ਲਗਭਗ ਅੱਛਾ ਇੱਕ ਤੁਸੀਂ ਕੁਐਸਚਨ ਪੁੱਛਿਆ ਸੀਗਾ ਅੱਜ ਮੈਂ ਜਿਹਦਾ ਜਵਾਬ ਵੀ ਦੇ ਦਿੰਦਾ ਗਾ। ਇੱਕ ਕੁਐਸਚਨ ਸੀਗਾ ਰਾਜੇ ਉਹਦਾ ਸੀਗਾ ਵੀ ਸਟਾਰਟਿੰਗ ਟਾਰਕ ਆਫ ਇਸ ਕਰਲ ਕੇ ਇੰਡਕਸ਼ਨ ਮੋਟਰ ਵੈਰੀ ਲਾਰਜ ਐਜ਼ ਕੰਪੇਅਰ ਟੂ ਫੁੱਲ ਲੋਡ ਟਾਰਕ, ਵੈਰੀ ਲੋ ਐਜ਼ ਕੰਪੇਅਰ ਟੂ ਫੁੱਲ ਲੋਡ ਟਾਰਕ, ਨੀਅਰਲੀ ਇਕੁਅਲ ਟੂ ਦਾ ਫੁੱਲ ਲੋਡ ਟਾਰਕ। ਕੀ ਆਨਸਰ ਸੀਗਾ ਇਹਦਾ? ਤੁਸੀਂ ਕੁਐਸਚਨ ਪੁੱਛਿਆ ਸੀਗਾ, ਕਿਸੇ ਨੇ ਯਾਦ ਹੋਊਗਾ ਜੀ ਕਿਸੇ ਨੂੰ। ਦੇਖੋ ਰਾਜੇ ਮੈਂ ਇੱਥੇ ਕੁਛ ਪੁਆਇੰਟ ਲਾਉਣ ਲੱਗਿਆਗਾ, ਏ ਪੁਆਇੰਟ, ਬੀ ਪੁਆਇੰਟ, ਸੀ ਪੁਆਇੰਟ, ਡੀ ਪੁਆਇੰਟ, ਈ ਪੁਆਇੰਟ, ਐਫ ਪੁਆਇੰਟ। ਤਾਂ ਮੈਨੂੰ ਇਸ ਕਰਵ ਦੇ ਵਿੱਚ ਦੱਸੋ ਰਾਜੇ ਜਦੋਂ ਮੋਟਰ ਸਟਾਰਟ ਹੁੰਦੀ ਹੈਗੀ ਸਟਾਰਟਿੰਗ ਵੇਲੇ ਕਿਸ ਪੁਆਇੰਟ ਦੇ ਨੇੜੇ ਹੁੰਦੀ ਹੈ ਰਾਜੇ, ਉਹ ਪੁਆਇੰਟ ਕਿਹੜਾ ਹੁੰਦਾ, ਕਿਸ ਪੁਆਇੰਟ ਦੇ ਨੇੜੇ ਹੁੰਦੀ ਹੈ, ਟਾਰਕ ਕਿੰਨੀ ਕੁ ਹੁੰਦੀ ਆ। ਇੱਧਰਲੇ ਪਾਸੇ ਨੂੰ ਸਾਡੀ ਟਾਰਕ ਹੈਗੀ, ਇੱਧਰਲੇ ਪਾਸੇ ਨੂੰ ਸਾਡੇ ਇਹ ਸਲਿੱਪ ਦੇ ਪੁਆਇੰਟ ਨੇਗੇ। ਤਾਂ ਸਲਿੱਪ ਦੇ ਕਿਹੜੇ ਪੁਆਇੰਟ, ਸਲਿੱਪ ਦਾ ਉਹ ਕਿਹੜਾ ਪੁਆਇੰਟ ਹੈਗਾ ਜਦੋਂ ਸਾਡੀ ਸਟਾਰਟਿੰਗ ਟਾਰਕ ਹੋਵੇਗੀ। ਹਾਂਜੀ ਸਰ ਇਹਦੇ ਨੇੜੇ, ਬਿਲਕੁਲ ਏ ਦੇ ਨੇੜੇ ਜਿਹੜੀ ਸਾਡੀ ਆਹ ਟਾਰਕ ਹੈ ਇੰਨੀ ਕੁ ਟਾਰਕ ਹੈ ਜਿਹੜੀ ਸਾਡੀ, ਇਹ ਕਿਹੜੀ ਟਾਰਕ ਹੈਗੀ, ਇਹ ਸਾਡੀ ਸਟਾਰਟਿੰਗ ਟਾਰਕ ਹੈਗੀ। ਇਹ ਕਿਹਨੂੰ ਸ਼ੋਅ ਕਰ ਰਿਹਾ ਰਾਜੇ, ਸਟਾਰਟਿੰਗ ਟਾਰਕ ਨੂੰ। ਇਹ ਗੱਲ ਕਲੀਅਰ ਹੋ ਗਈ। ਦੂਜੀ ਗੱਲ ਤੁਸੀਂ ਮੈਨੂੰ ਇਹ ਦੱਸੋ ਉਹ ਪੁਆਇੰਟ ਦੱਸੋ ਰਾਜੇ ਜਿੱਥੇ ਸਾਡੇ ਕੋਲ ਟੀ ਮੈਕਸੀਮਮ ਟਾਰਕ ਅਟੇਨ ਹੁੰਦੀ ਹੈ। ਮੈਕਸੀਮਮ ਟਾਰਕ ਕਿੱਥੇ ਹੁੰਦੀ ਹੈਗੀ ਸਾਡੀ? ਲਗਭਗ ਸੀ ਦੇ ਉੱਪਰ, ਸੀ ਤੇ ਡੀ ਦੇ, ਚਲੋ ਆਪਾਂ ਸੀ ਮੰਨ ਲੈਂਦੇ ਵੀ ਸੀ ਉਹਦੀ ਬਿਲਕੁਲ ਸੇਧ 'ਚ ਆ। ਜਿਹੜਾ ਸੀ ਪੁਆਇੰਟ ਸਾਨੂੰ ਕੀ ਦੱਸਦਾ ਹੈਗਾ, ਸੀ ਪੁਆਇੰਟ ਸਾਨੂੰ ਦੱਸ ਰਿਹਾ ਹੈਗਾ ਵੀ ਇਸ ਵੇਲੇ ਸਾਡੀ ਮੈਕਸੀਮਮ ਟਾਰਕ ਪੈਦਾ ਹੋਊਗੀ ਸੀ ਸਲਿੱਪ ਦੇ ਉੱਪਰ। ਤਾਂ ਕੀ ਇਹ ਜਿਹੜੀ ਵੈਲਿਊ ਆ ਰਾਜੇ ਆਹ ਇਹ ਵੈਲਿਊ 1 ਆ ਗਈ, ਇਹ ਸਲਿੱਪ ਦੀ ਇਹ ਵੈਲਿਊ ਨਹੀਂ ਹੈਗੀ ਹੈ ਨਾ। ਅਤੇ ਫਿਰ ਇਹ ਵੈਲਿਊ ਹੈ ਕਿੰਨੀ ਹੈ, ਕਿੱਥੋਂ ਪਤਾ ਲੱਗਦਾ ਹੁੰਦਾ? ਚਲੋ ਇਹ ਵੀ ਦੱਸੋ ਫਿਰ ਇਹ ਸੀ ਵੈਲਿਊ ਕਿੰਨੀ ਹੈਗੀ, ਕੀ ਸਾਨੂੰ ਕਿਤੋਂ ਪਤਾ ਲੱਗ ਸਕਦਾ ਹੈ? R2 ਡਿਵਾਈਡ ਬਾਏ X2 ਦੀ ਵੈਲਿਊ ਦੇ ਉੱਪਰੋਂ। ਹਾਂ ਇਹ ਤੋਂ R2/X2 ਦੀ ਜਿਹੜੀ ਰੇਸ਼ੋ ਹੁੰਦੀ ਹੈਗੀ ਇਹ ਦੱਸਦੀ ਹੈ ਸਾਨੂੰ ਵੀ ਫੁੱਲ ਲੋਡ ਜਿਹੜੀ ਮੈਕਸੀਮਮ ਟਾਰਕ ਹੈ ਸਾਡੀ ਉਹ ਕਿੱਥੇ ਹੋਊਗੀ। ਠੀਕ ਹੈ ਰਾਜੇ, R2 ਤੇ X2 ਦੀ ਰੇਸ਼ੋ ਤੋਂ ਪਤਾ ਲੱਗਦਾ ਵੀ ਮੈਕਸੀਮਮ ਟਾਰਕ ਸਾਡੀ ਕਿੱਥੇ ਹੋਊਗੀ। ਚਲੋ ਅਤੇ ਇਸ ਤੋਂ ਬਾਅਦ ਦੇਖੋ ਰਾਜੇ ਜੇ ਮੈਂ ਗੱਲ ਕਰਾਂ ਵੀ ਇਸੇ ਦੇ ਵਿੱਚ ਫੁੱਲ ਲੋਡ ਟਾਰਕ ਕਿੱਥੇ ਹੋਏਗੀ ਰਾਜੇ, ਫੁੱਲ ਲੋਡ ਟਾਰਕ ਕਿਸ ਪੁਆਇੰਟ ਦੇ ਨੇੜੇ ਹੋਏਗੀ, ਕਿਸ ਪੁਆਇੰਟ ਦੇ ਨੇੜੇ ਹੋਏਗੀ ਰਾਜੇ? ਬਿਲਕੁਲ ਬੱਚੇ, ਐਫ ਦਾ ਸਾਡਾ ਬਹੁਤ ਹੀ ਘੱਟ ਹੈਗਾ, ਈ ਦੇ ਨੇੜੇ ਤੇੜੇ ਹੋਵੇਗੀ। ਬਿਲਕੁਲ ਬੱਚੇ ਬਿਲਕੁਲ ਇੱਥੇ ਹੋਵੇਗੀ। ਤਾਂ ਫੁੱਲ ਲੋਡ ਟਾਰਕ ਕਿਹਨੂੰ ਰਿਪਰੈਜ਼ੈਂਟ, ਜਦੋਂ ਵੈਲਿਊ ਸਾਡੀ ਸਲਿੱਪ ਦੀ ਵੈਲਿਊ ਈ ਦੇ ਬਰਾਬਰ ਹੋਵੇਗੀ ਨਾ, ਸਾਡੀ ਈ ਦੇ ਬਰਾਬਰ ਹੋਵੇਗੀ ਸਾਡੀ ਇੱਥੇ, ਉਦੋਂ ਸਾਡੇ ਕੋਲੇ ਫੁੱਲ ਲੋਡ ਟਾਰਕ ਪੈਦਾ ਹੋਏਗੀ। ਤਾਂ ਹੁਣ ਜੇ ਦੇਖਿਆ ਜਾਵੇ ਬੱਚੇ ਫੁੱਲ ਲੋਡ ਟਾਰਕ ਇੰਨੀ ਕੁ ਹੈਗੀ ਅਤੇ ਫੁੱਲ ਸਟਾਰਟਿੰਗ ਟਾਰਕ ਵੀ ਇੰਨੀ ਕੁ ਸੀਗੀ, ਇਹ ਲਗਭਗ ਇੱਕ ਦੂਜੇ ਦੇ ਬਰਾਬਰ ਜੇ ਨਹੀਂ ਹੈਗੀਆਂ। ਮੈਕਸੀਮਮ ਟਾਰਕ ਤਾਂ ਮੰਨ ਸਕਦੇ ਹਾਂ ਵੀ ਬਹੁਤ ਵੱਧ ਹੁੰਦੀ ਹੈਗੀ ਦੋਨਾਂ ਤੋਂ, ਪਰ ਫੁੱਲ ਲੋਡ ਟਾਰਕ ਅਤੇ ਸਟਾਰਟਿੰਗ ਟਾਰਕ ਸਾਡੀ ਲਗਭਗ ਇਕੁਅਲ ਜੀ ਨਹੀਂ ਹੈਗੀ ਬੱਚੇ। ਉਹਦੇ ਵਿੱਚ ਲਿਖਿਆ ਹੋਇਆ ਸੀਗਾ ਸ਼ਾਇਦ ਵੀ ਲਗਭਗ ਉਹ ਨੇੜੇ ਤੇੜੇ ਹੀ ਹੁੰਦੀਆਂ ਨੇਗੀਆਂ, ਸਟਾਰਟਿੰਗ ਟਾਰਕ ਅਤੇ ਫੁੱਲ ਲੋਡ ਟਾਰਕ ਇਕੁਅਲ ਹੁੰਦੀਆਂ ਨੇ ਇੱਕ ਦੂਜੇ ਦੇ। ਪੜ੍ਹਿਆ ਸੀਗਾ ਕੁਐਸਚਨ ਬੱਚੇ ਇਹ, ਇਸ ਕਰਲ ਕੇ ਦੀ ਗੱਲ ਸੀਗੀ। ਅਤੇ ਉਹਦੇ ਵਿੱਚ ਸਲਿੱਪ ਰਿੰਗ ਦੇ ਵਿੱਚ ਸਾਡੀ ਮਰਜ਼ੀ ਹੈ, ਕਿਤੇ ਮਰਜ਼ੀ ਅਸੀਂ ਚਾਹੇ ਆਹ ਗਰਾਫ ਬਣਵਾ ਲਈਏ ਉਹ ਤੋਂ, ਚਾਹੇ ਆਹ ਬਣਵਾ ਲਈਏ, ਚਾਹੇ ਰਾਜੇ ਆਹ ਬਣਵਾ ਲਈਏ। ਜਿਉਂ ਅਸੀਂ ਰੈਜ਼ਿਸਟੈਂਸ ਦੀ ਵੈਲਿਊ ਇੰਕਰੀਜ਼ ਕਰੀ ਜਾਵਾਂਗੇ ਤਿਉਂ ਤੋਂ ਜਿਹੜੀ ਸਾਡੀ ਮੈਕਸੀਮਮ ਟਾਰਕ ਆ ਕਿੱਧਰਲੇ ਪਾਸੇ ਨੂੰ ਆਈ ਜਾਊਗੀ, ਉਹ ਇੱਧਰਲੇ ਪੁਆਇੰਟ ਵੱਲ ਸ਼ਿਫਟ ਹੋਈ ਜਾਊਗੀ ਰਾਜੇ, 1 ਵੱਲ ਸ਼ਿਫਟ ਹੋਈ ਜਾਊਗੀ। ਪਤਾ ਨਾ ਇਸ ਗੱਲ ਦਾ ਤਾਂ ਵੀ ਜਿਉਂ ਰਜਿਸਟੈਂਸ ਸਾਡਾ ਵਧੀ ਜਾਊਗਾ, ਰਜਿਸਟੈਂਸ ਦੇ ਵਧਣ ਦੇ ਨਾਲ ਸਾਡੇ ਕੋਲ ਜਿਹੜੀ ਸਲਿੱਪ ਆ ਗਈ ਜਿੱਥੇ ਮੈਕਸੀਮਮ ਟਾਰਕ ਨੇ ਅਕਰ ਹੋਣਾ ਗਾ ਉਹ ਕਿਹਦੇ ਵੱਲ ਜਾਈ ਜਾਊਗੀ, ਉਹ 1 ਸਲਿੱਪ ਵੱਲ ਜਾਈ ਜਾਊਗੀ। ਕਲੀਅਰ ਹੋ ਗਈ ਜੀ ਗੱਲ ਇਹ? ਹਾਂਜੀ ਬੱਚੇ ਪੁੱਛਣਾ ਕੁਛ ਇਹਦੇ ਵਿੱਚੋਂ ਇੱਥੇ ਤੱਕ? ਸਰ ਨੀਅਰ ਟੂ ਕਿਹਦੇ ਹੁੰਦੀ ਹੈ ਸਰ, ਨੀਅਰ ਵਿੱਚ ਸਲਿਪਰਿੰਗ ਦੇ ਹੁੰਦੀ ਹੈ ਮਤਲਬ ਕੀ ਕਹਿ ਰਹੇ ਹੋਗੇ ਸਰ? ਫੁੱਲ ਲੋਡ ਟਾਰਕ ਸਟਾਰਟਿੰਗ ਟਾਰਕ ਦੇ ਇਕੁਅਲ ਕਦੋਂ ਕਿਹੜੀ ਦੇ ਵਿੱਚ ਹੁੰਦੀ ਹੈ? ਸਕਰਲ ਕੇ ਦੇ ਵਿੱਚ ਰਹੇ, ਸਕਰਲ ਕੇ ਦੇ, ਠੀਕ ਹੈ ਸਕਰਲ ਕੇ ਦੇ ਵਿੱਚ ਆ ਇੰਨੇ ਗਰਾਫ ਨਹੀਂ ਬਣ ਸਕਦੇ। ਸਕਰਲ ਕੇ ਦੇ ਵਿੱਚ ਸਿਰਫ ਇੱਕੋ ਹੀ ਗਰਾਫ ਬਣੇਗਾ ਵੀ ਆਹ ਸਾਡੀ ਫੁੱਲ ਲੋਡ ਟਾਰਕ ਹੈਗੀ, ਆਹ ਸਾਡੀ ਸਟਾਰਟਿੰਗ ਟਾਰਕ ਹੈ, ਲਗਭਗ ਇਹ ਦੋਨੇ ਸਾਡੇ ਬਰਾਬਰ ਨੇ। ਪਰ ਇਹਦੇ ਵਿੱਚ ਹੁਣ ਕੀ ਆ, ਇਹਦੇ ਵਿੱਚ ਜਿੰਨੀ ਤੁਸੀਂ ਰਜਿਸਟ ਆਹ ਸਾਡੇ ਕੋਲ ਹੈਗੀ ਆ ਫੁੱਲ ਲੋਡ ਟਾਰਕ ਸਾਨੂੰ ਪਤਾ ਇੱਥੇ ਕੁ ਆ ਗਈ, ਸਟਾਰਟਿੰਗ ਟਾਰਕ ਇੱਥੇ ਤਾਂ ਆ ਗਈ ਜੇ ਅਸੀਂ ਰਜਿਸਟੈਂਸ ਨਹੀਂ ਲਗਾਈ। ਜੇ ਅਸੀਂ ਰਜਿਸਟੈਂਸ ਲਗਾਵਾਂਗੇ ਤਾਂ ਸਾਡੀ ਸਟਾਰਟਿੰਗ ਟਾਰਕ ਵਧੇਗੀ ਨਾ। ਆਹ ਦੇਖੋ ਹੁਣ ਤਾਂ ਸਟਾਰਟਿੰਗ ਟਾਰਕ ਆ ਗਈ, ਜੇ ਹੋਰ ਰਜਿਸਟੈਂਸ ਲਗਾਵਾਂਗੇ ਤਾਂ ਹੋ ਸਕਦਾ ਸਾਡੀ ਇੱਥੇ ਆ ਜਾਵੇ। ਤਾਂ ਸਟਾਰਟਿੰਗ ਟਾਰਕ ਤਾਂ ਕਿੰਨੀ ਵੀ ਹੋ ਸਕਦੀ ਹੈ, ਫੁੱਲ ਲੋਡ ਟਾਰਕ ਸਾਡੀ ਉਹਦੇ ਨਾਲ ਬਹੁਤ ਘੱਟ ਆ ਗਈ।
ਜੇ ਸਟਾਰਟਿੰਗ ਦੇ ਵਿੱਚ ਰੈਜ਼ਿਸਟੈਂਸ ਲਗਾਈ ਹੋਈ ਹੈ, ਰੈਜ਼ਿਸਟੈਂਸ ਜਿੰਨੀ ਅਸੀਂ ਵਧਾਈ ਜਾਵਾਂਗੇ ਉਨੀ ਸਾਡੀ ਟਾਰਕ ਵਧੀ ਜਾਊਗੀ। ਇਹ ਰੈਜ਼ਿਸਟੈਂਸ ਨੂੰ ਅਸੀਂ ਕਿੱਥੇ ਤੱਕ ਵਧਾ ਸਕਦੇ ਹਾਂਗੇ ਪਤਾ, ਜਦੋਂ ਤੱਕ R2 ਦੇ X2 ਦੀ ਵੈਲਿਊ ਬਰਾਬਰ ਨਹੀਂ ਹੁੰਦੀ। ਬਰਾਬਰ ਤੇ ਜੇ ਕਿਸੇ ਨੇ ਰਾਜੇ R2 ਦੀ ਵੈਲਿਊ ਵੱਡੀ ਕਰਤੀ ਫਿਰ ਪਤਾ ਕਰਵ ਕਹੀ ਜੀ ਬਣੂਗੀ। ਵਰਸਲੀ ਪ੍ਰੋਪੋਰਸ਼ਨਲ ਨਹੀਂ ਰਾਜੇ ਇੱਥੋਂ ਇੱਦਾਂ ਹੋ ਜਾਊਗੀ ਫਿਰ ਉਹ ਕਰਵ ਇੱਥੋਂ ਉਤਰੂਗੀ। ਫਿਰ ਉਹ ਜੇ ਕਿਸੇ ਨੇ ਵੈਲਿਊ ਵੱਡੀ ਕਰਤੀ ਨਾ ਤਾਂ ਉਹ ਇੱਥੇ ਪਹੁੰਚ ਜਾਊਗੀ ਕਰਵ, ਉਹ ਇੰਨੀ ਕੁ ਬਣੂ ਸਟਾਰਟਿੰਗ ਟਾਰਕ ਇੰਨੀ ਕੁ ਮਿਲੂਗੀ ਰਾਜੇ, ਇੰਨੀ ਕੁ, ਕਿਉਂਕਿ ਉਹ ਇੱਥੋਂ ਪਿੱਛੋਂ ਸ਼ੁਰੂ ਹੋਣ ਲੱਗ ਜੂਗੀ। ਫਿਰ ਆਹ ਸਲਿੱਪ ਦੀ ਵੈਲਿਊ 1 ਆ ਨਾ, ਜੇ ਸਾਡੇ ਕੋਲੇ ਰਾਜੇ R2/X2 ਦੀ ਵੈਲਿਊ ਦੇਖੋ ਧਿਆਨ ਨਾਲ ਸੁਣੋ, ਜੇ ਸਾਡੇ ਕੋਲੇ R2/X2 ਦੀ ਜਿਹੜੀ ਵੈਲਿਊ ਆ ਗਈ ਉਹ ਆ ਗਈ ਸਾਡੀ, ਇਹ ਹੈਗਾ 10 ਸੌਖਾ ਕਰਦੇ ਇਹਨੂੰ ਆਪਾਂ 1 ਮਿੰਟ। ਸਾਡੇ ਕੋਲੇ ਅਸੀਂ R2 ਦੀ ਵੈਲਿਊ ਜਿਹੜੀ ਹੈਗੀ ਉਹ ਹੈਗੀ 120 ਅਤੇ ਜਿਹੜੀ X2 ਦੀ ਵੈਲਿਊ ਹੈਗੀ ਉਹ ਹੈਗੀ 100 ਓਮ। ਤਾਂ ਸਾਨੂੰ ਪਤਾ ਇੱਥੋਂ ਰਾਜੇ ਸਾਡੇ ਕੋਲੇ ਆਨਸਰ 1.2 ਆ ਗਿਆ ਨਾ। ਇਹਦਾ ਮਤਲਬ ਮੈਕਸਿਮਮ ਸਲਿੱਪ ਜਿਹੜੀ ਸਾਡੀ ਮੈਕਸਿਮਮ ਟਾਰਕ ਹੋਊਗੀ ਕਿੰਨੇ 'ਤੇ ਹੋਊਗੀ, ਉਹ 1.2 ਸਲਿੱਪ 'ਤੇ। ਇੱਥੇ ਸਲਿੱਪ ਹੈਗੀ ਹੈ 0, ਇੱਧਰ ਨੂੰ ਜਾ ਰਹੇ ਹਾਂ, ਇੱਥੇ ਤੱਕ ਸਲਿੱਪ ਕਿੰਨੀ ਆ ਗਈ 1 ਆ ਗਈ ਨਾ। ਤਾਂ ਇੱਧਰਲੇ ਪਾਸੇ ਰਾਜੇ ਇੱਥੇ ਹੈਗੀ ਹੈ 1.2 ਵੈਲਿਊ, ਤਾਂ ਇੱਥੇ ਮੈਕਸਿਮਮ ਟਾਰਕ ਹੋਏਗੀ। ਪਰ ਮੈਕਸਿਮਮ ਟਾਰਕ ਜਿਉਂ ਇੱਧਰਲੇ ਪਾਸੇ ਨੂੰ ਜਾਵਾਂਗੇ ਤੇ ਸਾਡੀ ਘੱਟਦੀ ਜਾਊਗੀ, ਇਹਦਾ ਮਤਲਬ ਇੰਨੀ ਘੱਟ ਮਿਲ ਰਹੀ ਹੈ ਆਪਾਂ ਨੂੰ। ਤਾਂ ਬੈਸਟ ਤਾਂ ਉਹੀ ਹੈ ਜੀ R2/X2 ਦੀ ਰੇਸ਼ੋ ਜਿਹੜੀ ਸਾਡੀ ਬਰਾਬਰ ਹੋ ਜਾਏ, ਫਿਰ ਕਹਿ ਸਕਦੇ ਹਾਂਗੇ ਅਸੀਂ R2/X2 ਜਿਹੜਾ ਸਾਡਾ = 1 ਹੋ ਜਾਵੇ ਜੀ। ਕਲੀਅਰ ਹੋ ਗਈ ਬੱਚੇ ਗੱਲ ਇਹ। ਉਸ ਤੋਂ ਬਾਅਦ ਆਉਂਦੀ ਹੈ ਜੀ ਗੱਲ ਸਾਡੀ ਸਟਾਰਟਿੰਗ ਮੈਥਡ ਦੀ। ਸਟਾਰਟਿੰਗ ਜਿਹੜੇ ਮੈਥਡ ਹੁੰਦੇ ਹੈਗੇ ਸਾਡੇ, ਕਈ ਤਰ੍ਹਾਂ ਦੇ ਮੈਥਡ ਹੁੰਦੇ ਨੇਗੇ। ਕਰ ਕੇ ਇੰਡਕਸ਼ਨ ਮੋਟਰ ਵਾਸਤੇ ਮੇਨਲੀ ਆਪਾਂ ਜਿਹੜੇ ਮੈਥਡ ਪੜ੍ਹੇ ਆ ਕਿਹੜੇ ਪੜ੍ਹੇ ਆ ਜੀ, DOL ਸਟਾਰਟਰ ਪੜ੍ਹਿਆ ਹੈਗਾ ਅਸੀਂ। ਦੂਜਾ ਕਿਹੜਾ ਮੈਥਡ ਪੜ੍ਹਿਆ ਹੈਗਾ, ਸਟਾਰ ਡੈਲਟਾ ਸਟਾਰਟਰ ਪੜ੍ਹਿਆ ਹੈਗਾ। ਤੀਜਾ ਆਪਾਂ ਕਿਹੜਾ ਪੜ੍ਹਿਆ ਹੈਗਾ ਬੱਚੇ, ਆਟੋ ਟਰਾਂਸਫਾਰਮਰ। ਬੱਚੇ ਮੈਨੂੰ ਰਿਵਾਈਜ਼ ਕਰਵਾਵਾਂ ਕਿ ਛੱਡਦਾ ਅਗਲਾ ਸਿੰਗਲ ਫੇਸ ਕਰਨਾ ਸਟਾਰਟ, ਤੁਹਾਡਾ ਲੱਗ ਨਹੀਂ ਰਿਹਾ ਹੈਗਾ ਇੰਟਰਸਟ ਜਿਹਾ। ਨਹੀਂ ਸਰ ਕਰਵਾ ਦੂੰ, ਵਧੀਆ ਲੱਗ ਰਿਹਾ। ਠੀਕ ਹੈ, ਕਰਵਾਓ ਜੀ। DOL ਸਟਾਰਟਰ ਦੇ ਵਿੱਚ ਜਿਹੜੇ ਜਦੋਂ ਸਟਾਰਟਰ ਦਾ ਕੋਈ ਵੀ ਫਾਰਮੂਲਾ ਆਊਗਾ ਤਾਂ ਫਾਰਮੂਲਾ ਕੀ ਆਊਗਾ, T ਸਟਾਰਟਿੰਗ / T ਫੁੱਲ ਲੋਡ = ਕੀ ਆਊਗਾ ਬੱਚੇ ਬੋਲੋ। I ਸ਼ਾਰਟ ਸਰਕਟ / I ਫੁੱਲ ਲੋਡ ਦਾ ਸਕੇਅਰ ਇੰਟੂ SF। ਆਹ ਕੀ ਹੈ ਰਾਜੇ, I ਸ਼ਾਰਟ ਸਰਕਟ ਕੀ ਹੈਗਾ, ਇਹ ਕੱਢਣ ਦਾ ਕੋਈ ਫਾਰਮੂਲਾ ਹੈਗਾ, ਇਹ ਕੱਢਣ ਦਾ ਕੀ ਫਾਰਮੂਲੇ ਨਾਲ ਕੱਢਦੇ ਹਾਂ ਅਸੀਂ, ਦੱਸੋ ਬੱਚੇ। ISC ਕਾਹਦੇ ਨਾਲ ਕੱਢਾਂਗੇ, ਇਹਦਾ ਫਾਰਮੂਲਾ ਹੈ ਕੋਈ ਕੱਢਣ ਦਾ, ਕਿੱਥੋਂ ਪਤਾ ਲੱਗਦਾ ਹੁੰਦਾ ਰਾਜੇ ISC ਕਿੰਨਾ ਹੈਗਾ। ਹਾਂਜੀ ਬੋਲੋ ਬੱਚਿਓ। ਕੋਈ ਫਾਰਮੂਲਾ ਨਹੀਂ ਹੈਗਾ ਰਾਜੇ ਇਹਨੂੰ ਕੱਢਣ ਦਾ। ਸਪੈਸ਼ਲ ਤੁਹਾਡੇ ਕੁਐਸਚਨ ਦੇ ਵਿੱਚ ਲਿਖਿਆ ਹੋਊਗਾ ਦਾ ਸਟਾਰਟਿੰਗ ਕਰੰਟ ਇਜ਼ 5 ਟਾਈਮਸ ਦੈਨ ਦਾ ਫੁੱਲ ਲੋਡ ਰੇਟਡ ਕਰੰਟ। ਇੱਦਾਂ ਪ੍ਰੋਪਰ ਲਿਖਿਆ ਹੋਊ ਵੀ 5 ਟਾਈਮਸ 6 ਟਾਈਮਸ 7 ਟਾਈਮਸ, ਆਹ ਪ੍ਰੋਪਰ ਤੁਹਾਨੂੰ ਦੇਣਾ ਪਊਗਾ ਉਹਨੂੰ। ਜਦੋਂ ਦੇਊਗਾ ਫਿਰ ਆਪਾਂ ਉਹਦੀ ਵੈਲਿਊ, ਜੇ 5 ਟਾਈਮ ਲਿਖੀ ਹੋਈ ਹੈ ਤਾਂ ਇੱਥੇ 5 ਭਰ ਦਾਂਗੇ, 6 ਟਾਈਮ ਲਿਖੀ ਹੋਈ ਤਾਂ ISC ਦੀ ਵੈਲਿਊ ਆਪਾਂ 6 ਭਰ ਦਾਂਗੇ, ਜੇ ਫੁੱਲ ਲੋਡ ਨੂੰ ਆਪਾਂ 1 ਮੰਨ ਲਾਂਗੇ। ਅਤੇ ਹਮੇਸ਼ਾ ਤੁਹਾਨੂੰ ਕੁਐਸਚਨ ਦੇ ਵਿੱਚ ਗਿਵਨ ਹੋਊਗਾ, ਇਹ ਤੁਹਾਨੂੰ ਕੱਢਣ ਦੀ ਲੋੜ ਨਹੀਂ ਪਊਗੀ। ਠੀਕ ਹੈ, ਹਾਂ ਜਿਹੜੀ ਇੱਥੇ ਸਲਿੱਪ ਆ ਗਈ ਤੁਹਾਡੀ, ਸਲਿੱਪ ਆ ਜਿਹੜੀ ਤੁਹਾਡੀ ਸਲਿੱਪ ਤੁਹਾਨੂੰ ਕੱਢਣ ਦੀ ਲੋੜ ਪੈ ਸਕਦੀ ਹੈ ਵੀ, ਹੋ ਸਕਦਾ ਉਹਨੇ ਕਹਿ ਤਾ ਵੀ 6 ਪੋਲ ਦੀ ਇੱਕ ਮੋਟਰ ਹੈਗੀ, 50 ਹਰਟਜ਼ ਤੁਹਾਡੀ ਫਰੀਕੁਐਂਸੀ ਹੈਗੀ, ਅਤੇ ਮੋਟਰ ਜਿਹੜੀ ਆ ਸਾਡੀ 950 RPM ਦੇ ਉੱਪਰ ਚੱਲਦੀ ਪਈ ਹੈ, ਅਤੇ ਇੱਥੋਂ ਤੁਹਾਨੂੰ ਸਲਿੱਪ ਕੱਢਣੀ ਪੈ ਸਕਦੀ ਹੈਗੀ। ਓਕੇ ਜੀ, ਪਰ ਇਹਦੀ ਕੋਈ ਲੋੜ ਨਹੀਂ ਪੈਣੀ ਹੈਗੀ ਰਾਜੇ। ਆਹ ਹਮੇਸ਼ਾ ਦਿੱਤਾ ਹੋਊਗਾ ਵੀ ਕਿੰਨੇ ਟਾਈਮ ਵੱਧ ਹੋਊਗਾ, ਕਿਉਂਕਿ ਇੱਦਾਂ ਕਿਸੇ ਕੈਲਕੂਲੇਸ਼ਨ ਨਾਲ ਅਸੀਂ ਕੈਲਕੂਲੇਟ ਨਹੀਂ ਕਰ ਸਕਦੇ ਵੀ ਸਟਾਰਟਿੰਗ ਕੋਈ ਵੀ ਜਿਹੜੀ ਮੋਟਰ ਹੈਗੀ ਸਟਾਰਟਿੰਗ ਦੇ ਟਾਈਮ ਕਿੰਨੇ ਗੁਣਾ ਕਰੰਟ ਵੱਧ ਲੈਂਦੀ ਹੈਗੀ। ਠੀਕ ਹੈ ਜੀ, ਅਤੇ ਜੇ DOL ਸਟਾਰਟਰ ਦੀ ਗੱਲ ਕਰੀਏ, ਫਾਰਮੂਲਾ ਸੇਮ ਐਜ਼ ਇਟ ਇਜ਼ ਇੱਦਾਂ ਹੀ ਰਹਿ ਜਾਊਗਾ, ਇਹਦੇ ਵਿੱਚ ਕੋਈ ਚੇਂਜ ਨਹੀਂ ਆਉਣੀ ਹੈਗੀ। ਓਕੇ, ਅਤੇ ਜੇ ਰਾਜੇ ਦੂਜੇ ਤਰ੍ਹਾਂ ਜਿਹੜਾ ਫਾਰਮੂਲਾ ਜਿਹੜਾ ਸਾਡਾ ਸੈਕਿੰਡ ਹੈਗਾ, ਸੈਕਿੰਡ ਅਸੀਂ ਕਰਨਾ ਸਟਾਰ ਡੈਲਟਾ। ਸਟਾਰ ਡੈਲਟਾ ਦੇ ਵਿੱਚ ਕੀ ਹੁੰਦਾ ਜੀ, ਸਟਾਰ ਡੈਲਟਾ ਦੇ ਵਿੱਚ ਰਾਜੇ ਵੋਲਟੇਜ ਸਾਡੀ ਕਿੰਨੇ ਗੁਣਾ ਘੱਟ ਜਾਂਦੀ ਹੈਗੀ, 1/3 ਸਰ। 1/3 ਗਲਤ ਰਾਜੇ। ਮੇਰੀ ਗੱਲ ਧਿਆਨ ਨਾਲ ਸੁਣਿਓ, ਜਿਹੜਾ ਗੱਲ ਮੈਂ ਤੁਹਾਨੂੰ ਕਹਿ ਰਿਹਾ, ਸਟਾਰ ਡੈਲਟਾ ਦੇ ਵਿੱਚ ਤੁਸੀਂ ਵੋਲਟੇਜ ਨੂੰ ਕਿੰਨੇ ਟਾਈਮ ਘਟਾ ਲੈਂਦੇ ਹੋਗੇ, 57 ਕਿੰਨਾ ਰਾਜੇ, 57 ਲਵਲੀ ਕਿੰਨਾ, 57.7। ਬਿਲਕੁਲ ਜੀ। ਕਿਵੇਂ ਪਤਾ ਲੱਗਿਆ ਇਹ, 57.7 ਨੂੰ ਜੇ ਆਪਾਂ ਫਰੈਕਸ਼ਨ ਦੇ ਵਿੱਚ ਲਿਖਣਾ ਹੋਵੇ ਕਿੰਨਾ ਲਿਖਦੇ ਹੁੰਦੇ ਹੈਗੇ, √3 ਟਾਈਮ, ਕਿਉਂਕਿ ਲਾਈਨ ਵੋਲਟੇਜ ਨੂੰ ਅਸੀਂ ਫੇਸ ਵੈਲਿਊ ਬਣਾ ਲੈਂਦੇ ਹਾਂ ਨਾ। ਵੈਰੀ ਗੁੱਡ।
ਤਾਂ ਅਸੀਂ ਵੋਲਟੇਜ ਨੂੰ ਕਿੰਨਾ ਟਾਈਮ ਘਟਾਉਣੇ ਆ 1/√3 ਟਾਈਮਸ। ਇਹ ਤਾਂ ਵੋਲਟੇਜ ਘਟਦੀ ਹੈਗੀ, ਪਰ ਸਾਡਾ ਜਿਹੜਾ ਸਟਾਰਟਿੰਗ ਟੂ ਫੁੱਲ ਟਾਰਕ ਵੇਲੇ ਇਸ ਫਾਰਮੂਲੇ ਦੇ ਵਿੱਚ ਅਸੀਂ ਪੁੱਟ ਕਰ ਦਿਆਂਗੇ, ਉਹ ਕੀ ਹੋ ਜਾਂਦਾ 1/√3 ਦਾ ਸਕੇਅਰ ਹੋ ਜਾਂਦਾ ਹੁੰਦਾ। ਅਤੇ ਇੱਥੇ ਕਿੰਨਾ ਲੈਂਦੇ ਹੁੰਦੇ 1/3 ਲੈਂਦੇ ਹੁੰਦੇ ਹੈਗੇ। ਟਾਰਕ ਤਾਂ ਸਾਡੀ 3 ਗੁਣਾ ਘੱਟ ਜਾਂਦੀ ਹੈਗੀ, ਪਰ ਵੋਲਟੇਜ ਸਾਡੀ √3 ਟਾਈਮਸ ਘਟਦੀ ਹੈ, ਕਿਉਂਕਿ ਤੁਸੀਂ ਫਾਰਮੂਲਾ ਪੜ੍ਹਿਆ ਹੋਇਆਗਾ ਵੀ ਟਾਰਕ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ V ਸਕੇਅਰ। ਚਾਹੇ ਇੱਥੋਂ ਲਗਾ ਲਓ ਵੀ ਜੇ V ਨੂੰ ਅਸੀਂ 1/√3 ਟਾਈਮ ਘਟਾਵਾਂਗੇ ਤਾਂ ਟਾਰਕ ਤਾਂ ਸਾਡੀ ਕਿੰਨੀ ਘੱਟ ਜੂਗੀ 1/3 ਘੱਟ ਜੂਗੀ, 1/3 ਰਹਿ ਜੂਗੀ ਟਾਰਕ ਤਾਂ। ਹਾਂਜੀ, ਕਲੀਅਰ ਹੋਈ ਬੱਚੇ ਗੱਲ ਇਹ। ਹੁਣ ਕਈ ਵਾਰੀ ਕੁਛ ਮੋਟਰਾਂ ਐਡੀਆਂ ਵੱਡੀਆਂ ਨੇਗੀਆਂ ਵੀ 1/3 ਵੋਲਟੇਜ ਨੂੰ 3 ਗੁਣਾ ਘਟਾ ਕੇ ਵੀ ਸਾਡੀ ਗੱਲ ਨਹੀਂ ਬਣਦੀ ਹੈਗੀ, ਸਟਾਰਟਿੰਗ ਕਰੰਟ ਸਾਡਾ ਫੇਰ ਵੀ ਬਹੁਤ ਜ਼ਿਆਦਾ ਹੁੰਦਾ ਹੈਗਾ। ਤਾਂ ਉਸ ਕੇਸ ਦੇ ਵਿੱਚ ਅਸੀਂ ਆਟੋ ਟਰਾਂਸਫਾਰਮਰ ਯੂਜ਼ ਕਰ ਦਿਆਂਗੇ। ਆਟੋ ਟਰਾਂਸਫਾਰਮਰ ਦੇ ਵਿੱਚ ਜਿੰਨੀ ਅਸੀਂ ਟੈਪਿੰਗ ਜਿੰਨੀ ਅਸੀਂ ਘੱਟ ਲੈ ਲਾਂਗੇ ਉਨੀ ਸਾਡੀ ਵੋਲਟੇਜ ਘੱਟ ਜੂਗੀ। ਜੇ ਸਾਡੀ ਵੋਲਟੇਜ 25% ਲੈਤੀ ਹੈਗੀ ਸਿਰਫ, ਤਾਂ 25% ਮਤਲਬ 1/4 ਦਾ ਸਕੇਅਰ ਹੋ ਜੂਗਾ। 25% 1/4 ਹੁੰਦਾ ਨਾ, 1/4 ਦੇ ਸਕੇਅਰ ਦਾ ਹੁੰਦਾ ਕੀ ਮਤਲਬ 1/16 ਹੋ ਜੂਗਾ। ਆਹ ਸਮਝ ਆਇਆ? 1/4 ਕਰਨ ਨਾਲ ਟਾਰਕ ਸਾਡੀ 1/16 ਰਹਿ ਜੂਗੀ। ਇਹ ਕਿਹਨੂੰ ਕਿਹਨੂੰ ਪਤਾ ਲੱਗ ਗਿਆ? ਪਤਾ ਲੱਗ ਗਿਆ ਜੀ? ਚਲੋ ਮੈਨੂੰ ਇੱਕ ਗੱਲ ਦੱਸੋ ਰਾਜੇ, ਚਲੋ ਰਾਜੇ ਮੈਨੂੰ ਇੱਕ ਗੱਲ ਦੱਸੋ, ਮੰਨ ਲਓ ਸਪੋਜ਼ ਕਰੋ ਸਾਡੇ ਕੋਲ ਜਿਹੜੀ ਵੋਲਟੇਜ ਆ ਉਹ ਰਹਿ ਗਈ ਸਿਰਫ 10% ਰਹਿ ਗਈ, ਟਾਰਕ ਸਾਡੀ ਕਿੰਨੇ ਗੁਣਾ ਘਟੂਗੀ? ਚਲੋ ਬੋਲੋ। ਸਟਾਰਟਿੰਗ ਟੂ ਫੁੱਲ ਟਾਰਕ ਦਾ ਰੇਸ਼ੋ ਕੀ ਹੋਊਗੀ? ਦੱਸੋ ਬੱਚੇ। 10% ਇਹ 10% ਰਹਿ ਗਈ ਸਿਰਫ। 100 ਪੱਕਾ? ਹੋਰ ਕੋਈ ਉਹੀ ਤੋਂ ਬਿਨਾਂ? 100 ਗੁਣਾ ਘਟ ਜੂ। ਹੋਰ ਕੋਈ ਬੱਚੇ ਨਵਿਆਂ ਚੋਂ 10% ਰਹਿਣ ਦਾ ਕੀ ਮਤਲਬ ਹੈ ਜੀ? 100 ਦਾ 10% ਦਾ ਕੀ ਮਤਲਬ ਹੁੰਦਾ ਹੈਗਾ ਬੱਚੇ ਵੀ 10% ਰਹਿ ਗਈ। 10% ਰਹਿ ਗਈ ਮਤਲਬ ਜੇ ਇੱਥੇ ਉੱਪਰ 1 ਸੀਗਾ ਪਹਿਲਾਂ ਤਾਂ 1 ਦੀ ਥਾਂ 'ਤੇ ਇੱਥੇ ਕਿੰਨਾ ਹੋਊਗਾ? 1/10 ਹੋ ਜੂਗਾ ਨਾ। 1/10 ਮਤਲਬ 10% ਰਹਿ ਗਈ ਤਾਂ ਮਤਲਬ 10% ਦਾ ਕੀ ਮਤਲਬ ਹੁੰਦਾ ਰਾਜੇ? 10% ਦਾ ਮਤਲਬ 10/100। 10/100 ਦਾ ਕੀ ਮਤਲਬ ਹੈ ਜੀ? 0.1। ਤਾਂ ਇੱਥੇ ਸਾਡੇ ਕੋਲ ਕਿੰਨਾ ਆਊਗਾ ਰਾਜੇ? ਇੱਥੇ ਵੈਲਿਊ ਸਾਡੇ ਆਟੋ ਟਰਾਂਸਫਾਰਮਰ ਦੀ x ਦੀ ਵੈਲਿਊ ਕਿੰਨੀ ਭਰੀ ਜਾਊਗੀ? 0.1। ਅਤੇ 0.1 ਦਾ ਕਰਨਾ ਪਊਗਾ ਗਾਹਾਂ, ਕਿਉਂਕਿ ਕੇ ਜਿਹੜੀ ਲੈਤੀ ਹੁੰਦੀ ਹੈਗੀ ਅਸੀਂ ਆਟੋ ਟਰਾਂਸਫਾਰਮਰ ਦਾ ਕੇ ਦਾ ਪਊਗਾ ਸਕੇਅਰ, ਅਤੇ 0.1 ਦਾ ਸਕੇਅਰ ਕਿੰਨਾ ਹੁੰਦਾ ਰਾਜੇ? 0.01। ਅਤੇ 0.01 ਕਿੰਨਾ ਹੁੰਦਾ ਜਿਹਨੂੰ ਆਪਾਂ ਪਰਸੈਂਟੇਜ ਦੇ ਵਿੱਚ ਦੇਖੀਏ ਰਾਜੇ ਕਿੰਨਾ ਰਹਿ ਜੂਗੀ? ਇਹ ਸਿਰਫ 100% ਘੱਟ ਜੂਗੀ ਸਾਡੀ, ਅੱਧੀ ਹੋ ਜੂਗੀ ਰਾਜੇ। ਕਲੀਅਰ ਹੋ ਗਈ ਜੀ ਗੱਲ ਇਹ? ਚਲੋ ਠੀਕ ਹੈ ਰਾਜੇ। ਹੋਰ ਕੁਛ ਇਸ ਤੋਂ ਬਾਅਦ ਅਸੀਂ ਕੀ ਪੜ੍ਹਿਆ? ਸਪੀਡ ਕੰਟਰੋਲ ਪੜ੍ਹੀ ਸੀਗੀ ਰਾਜੇ। ਇਸ ਤੋਂ ਬਾਅਦ ਸਪੀਡ ਕੰਟਰੋਲ ਵਾਸਤੇ ਪਹਿਲਾਂ ਰਾਜੇ, ਅੱਛਾ ਇੱਕ ਗੱਲ ਦੱਸੋ ਮੈਨੂੰ, ਇੱਕ ਗੱਲ ਦੱਸੋ, ਚਲੋ ਛੱਡੋ ਬਾਕੀ ਆਪਾਂ ਹੋਰ ਕੁਛ ਪੜ੍ਹਦੇ ਹਾਂ। ਪਹਿਲਾਂ ਇੱਕ ਸਪੀਡ ਕੰਟਰੋਲ ਤੋਂ ਪਹਿਲਾਂ ਸਟਾਰਟਿੰਗ ਵੇਲੇ ਇੰਨਾ ਕਰੰਟ ਹਾਈ ਕਿਉਂ ਹੁੰਦਾ ਇਹ ਦੱਸੋ? ਸਟਾਰਟਿੰਗ ਕਰੰਟ ਹਾਈ ਕਿਉਂ ਹੁੰਦਾ ਹੈਗਾ? ਚਲੋ ਇਹ ਗੱਲ ਦੱਸੋ, ਸਟਾਰਟਿੰਗ ਕਰੰਟ ਹਾਈ ਕਿਉਂ ਹੁੰਦਾ ਹੈਗਾ? ਪਹਿਲਾਂ ਤਾਂ ਨਾ ਮੈਂ ਸਾਰੇ ਬੱਚਿਆਂ ਨੂੰ ਗੱਲ ਕਹੂੰਗਾ ਵੀ ਇੱਕ ਸੀਕੁਐਂਸ, ਇਲੈਕਟ੍ਰੀਕਲ ਇੰਜੀਨੀਅਰਿੰਗ ਪਤਾ ਕਿਉਂ ਨਹੀਂ ਸਿੱਖੀ ਜਾਂਦੀ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ, ਇਲੈਕਟ੍ਰੀਕਲ ਇੰਜੀਨੀਅਰਿੰਗ ਤਾਂ ਨਹੀਂ ਸਿੱਖੀ ਜਾਂਦੀ ਕਿਉਂਕਿ ਸਾਨੂੰ ਸੀਕੁਐਂਸ ਦਾ ਨਹੀਂ ਪਤਾ ਵੀ ਕਿਸੇ ਵੀ ਮਸ਼ੀਨ ਦੇ ਵਿੱਚ ਸੀਕੁਐਂਸ ਕੀ ਹੁੰਦਾ, ਵੀ ਕਿਹਦੇ ਆਉਣ ਦੇ ਨਾਲ ਕੀ ਹੁੰਦਾ। ਸਾਨੂੰ ਇਹ ਨਹੀਂ ਕਲੀਅਰ ਹੋਇਆ ਹੈਗਾ ਵੀ ਮੁਰਗੀ ਪਹਿਲਾਂ ਆਈ ਹੈ ਕਿ ਅੰਡਾ ਪਹਿਲਾਂ ਆਇਆ ਹੈਗਾ। ਐਕਚੁਅਲੀ ਆਹ ਦਿੱਕਤ ਆ ਗਈ, ਮੁਰਗੀ ਮੇਰੀ ਤਾਂ ਵਧੀਆ ਨਹੀਂ ਬਣੀ ਹੈਗੀ, ਚੱਲ ਕੋਈ ਗੱਲ ਨਹੀਂ। ਸਾਨੂੰ ਇਹ ਦਿੱਕਤ ਆ ਗਈ ਵੀ ਸਾਨੂੰ ਪਤਾ ਨਹੀਂ ਹੈਗਾ ਵੀ ਅੰਡਾ ਪਹਿਲਾਂ ਆਇਆ ਕਿ ਮੁਰਗੀ ਪਹਿਲਾਂ ਆਈ ਹੈਗੀ। ਹੁਣ ਤੁਸੀਂ ਇਹ ਗੱਲ ਕਹਿਣਾ, ਮੈਂ ਤੁਹਾਡੀ ਗੱਲ ਨਾਲ, ਮੈਂ ਦੇਖੋ ਤੁਹਾਡੀ ਗੱਲ ਨੂੰ ਮੈਂ ਪ੍ਰਮਾਣ ਦਿੰਦਾਗਾ। ਤੁਸੀਂ ਕਹਿਣਾ ਸਟਾਰਟਿੰਗ ਦੇ ਵਿੱਚ ਸਾਨੂੰ ਟਾਰਕ ਵੱਧ ਚਾਹੀਦੀ ਹੁੰਦੀ ਹੈਗੀ, ਠੀਕ ਹੈ, ਜਿਹਦੇ ਕਰਕੇ ਮੋਟਰ ਕਰੰਟ ਵੱਧ ਲੈਂਦੀ ਆ, ਠੀਕ ਹੈ। ਤਾਂ ਸਕਰਲ ਕੇ ਦੇ ਵਿੱਚ ਵੀ ਤਾਂ ਟਾਰਕ ਸਾਨੂੰ ਵੱਧ ਚਾਹੀਦੀ ਹੁੰਦੀ ਹੈਗੀ, ਤਾਂ ਸਕਰਲ ਕੇ ਵੀ ਵੱਧ ਕਰੰਟ ਲੈ ਕੇ ਵੱਧ ਟਾਰਕ ਪੈਦਾ ਕਰ ਲਿਆ ਕਰੇ। ਉਹ ਤਾਂ ਕਰਦੀ ਨਹੀਂ ਹੈਗੀ, ਸਲਿਪਰਿੰਗ ਕਰ ਲੈਂਦੀ ਹੈਗੀ। ਜਾਂ ਫਿਰ ਜੇ ਮੈਂ ਕਹਾਂ ਵੀ ਜਿਵੇਂ ਸੀਰੀਜ਼ ਮੋਟਰ ਸੀਗੀ, ਇੱਕ ਸ਼ੰਟ ਮੋਟਰ ਸੀਗੀ, ਵੀ ਸਟਾਰਟਿੰਗ ਟਾਰਕ ਸੀਰੀਜ਼ ਦੇ ਵਿੱਚ ਜੇ ਆਪਾਂ ਸ਼ੰਟ ਦੇ ਉੱਪਰ ਆਪਾਂ ਲੋਡ ਵੱਧ ਪਾ ਦਈਏ ਤਾਂ ਮਤਲਬ ਵੱਧ ਕਰੰਟ ਖਿੱਚੂਗੀ ਮੋਟਰ, ਅਤੇ ਜੇ ਉਹਦੇ ਉੱਪਰ ਘੱਟ ਲੋਡ ਪਾਈਏ ਘੱਟ ਕਰੰਟ ਖਿੱਚੂਗੀ ਮੋਟਰ। ਨਹੀਂ ਜੀ, ਇਹ ਨਹੀਂ ਹੁੰਦਾ ਹੈਗਾ ਬੱਚੇ ਕਦੇ ਵੀ। ਟਾਰਕ ਦੇ ਹਿਸਾਬ ਨਾਲ ਤਾਂ ਇਹ ਨਹੀਂ ਹੁੰਦਾ ਹੈਗਾ ਵੀ ਸਟਾਰਟਿੰਗ ਦੇ ਵਿੱਚ ਟਾਰਕ ਵੱਧ ਤਾਂ ਕਰੰਟ ਵੱਧ ਲੈ ਲਓ ਜਾਂ ਘੱਟ ਤਾਂ ਘੱਟ ਲੈ ਲਓ। ਉਹ ਤਾਂ ਸਾਡੇ ਮੋਟਰ, ਜਿਹੜਾ ਮੋਟਰ ਦਾ ਬਿਹੇਵੀਅਰ ਹੈਗਾ ਉਹ ਡਿਸਾਈਡ ਕਰਦਾ ਵੀ ਸਟਾਰਟਿੰਗ ਦੇ ਵਿੱਚ ਉਹਨੂੰ ਕਰੰਟ ਵੱਧ ਮਿਲੂਗਾ, ਦਿਓ ਖਿੱਚ ਸਕਦੀ ਹੈ ਕਿ ਨਹੀਂ ਖਿੱਚ ਸਕਦੀ ਉਹ। ਤਾਂ ਟਾਰਕ ਦਾ ਜਿਹੜਾ ਗ੍ਰਾਫ ਬਣਦਾ ਹਰੇਕ ਮੋਟਰ ਦਾ ਅਲੱਗ-ਅਲੱਗ ਹੁੰਦਾ। ਕਿਸੇ ਦੇ ਵਿੱਚ ਟਾਰਕ ਹੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ I ਸਕੇਅਰ ਹੁੰਦੀ ਆ, ਕਿਸੇ ਦੇ ਵਿੱਚ ਟਾਰਕ ਹੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ V ਸਕੇਅਰ ਹੁੰਦਾ ਹੈਗਾ। ਤਾਂ ਸਾਡੇ ਕੋਲ ਜਿਹੜਾ ਇਹਦੇ ਵਿੱਚ ਇੰਡਕਸ਼ਨ ਮੋਟਰ ਦੇ ਵਿੱਚ ਗ੍ਰਾਫ ਬਣਦਾ ਰਿਹਾ ਜੇ ਉਹ ਇਦਾਂ ਦਾ ਗ੍ਰਾਫ ਬਣਦਾ ਹੁੰਦਾ। ਟਾਰਕ ਕਿੰਨੀ ਪੈਦਾ ਹੋਊਗੀ, ਕਿੰਨਾ ਕਰੰਟ ਲਊਗੀ, ਉਹ ਇਸ ਗ੍ਰਾਫ ਤੋਂ ਪਤਾ ਲੱਗੂਗਾ।
ਰਹੀ ਗੱਲ ਸਾਡੇ ਸਟਾਰਟਿੰਗ ਕਰੰਟ ਹਾਈ ਹੋਣ ਦੀ, ਤਾਂ ਜਿਹੜਾ ਸਭ ਤੋਂ ਪਹਿਲਾਂ ਜਵਾਬ ਮੈਨੂੰ ਮਿਲਿਆ ਸੀਗਾ ਉਹ ਇਹੀ ਸੀਗਾ, ਜਿਹੜਾ ਸਹੀ ਤੁਸੀਂ ਬੋਲਿਆ ਹੈਗਾ ਉਹੀ ਹੈ ਮੋਹਿਤ, ਸਹੀ ਗੱਲ ਕਹੀ ਸੀ ਤੁਸੀਂ। ਜਿਹੜਾ I2 ਹੁੰਦਾ ਰਾਜੇ ਉਹ ਹੁੰਦਾ S × E2 ਡਿਵਾਈਡ ਬਾਏ ਇੰਪੀਡੈਂਸ। ਸਟਾਰਟਿੰਗ ਦੇ ਕੇਸ ਦੇ ਵਿੱਚ ਜਿਹੜੀ ਸਾਡੀ ਆ E2 ਆ ਗਈ, E2 ਆ ਜਿਹੜੀ ਸਾਡੀ, ਹੁਣ ਚੱਲਣ ਵੇਲੇ ਜਦੋਂ ਮੋਟਰ ਚੱਲ ਰਹੀ ਹੋਏਗੀ ਉਦੋਂ S ਦੀ ਵੈਲਿਊ ਕਿੰਨੀ ਭਰੀ ਜਾਂਦੀ ਹੁੰਦੀ ਹੈਗੀ? S ਦੀ ਵੈਲਿਊ ਭਰੀ ਜਾਂਦੀ ਹੁੰਦੀ ਹੈ 0.04, ਇੰਨੀ ਭਰੀ ਜਾਂਦੀ ਹੁੰਦੀ ਹੈ ਨਾ, ਬੋਲੋ ਬੱਚੇ। ਤੇ ਉਸ ਤੋਂ ਬਾਅਦ ਇਹਨੂੰ ਮਲਟੀਪਲਾਈ ਕੀਤਾ ਹੁੰਦਾ E2 ਕਿਹੜੀ ਹੈ? ਜਿਹੜੀ ਸਾਡੀ ਉੱਪਰੋਂ ਆਈ ਹੈ, ਮੰਨ ਲਓ 70 ਵੋਲਟ ਉੱਪਰੋਂ ਆਈ ਹੈਗੀ ਸਾਡੀ, ਜਿਹੜੀ ਟਰਾਂਸਫਾਰਮੇਸ਼ਨ ਹੋਈ ਹੈਗੀ ਉੱਪਰਲੇ ਪਾਸਿਓਂ ਹੇਠਾਂ ਜਿਹੜੀ ਵੋਲਟੇਜ ਪਹੁੰਚੀ ਹੈਗੀ, ਤਾਂ 70 ਨੂੰ ਜਦੋਂ 0.4 ਨਾ ਕਰੋਗੇ 7 ਚੌਕਾ 28 ਤੇ ਆ ਜਾਊਗਾ ਤੁਹਾਡਾ ਕਿੰਨਾ ਆਊਗਾ ਰਾਜੇ? ਤੁਹਾਡਾ 2.8 ਵੋਲਟ ਆਊਗੀ ਨਾ, ਆਊਗੀ ਨਹੀਂ ਆਊਗੀ ਵੋਲਟੇਜ ਦੱਸੋ? ਮੰਨ ਲਓ ਇੰਪੀਡੈਂਸ ਦੀ ਜਿਹੜੀ ਵੈਲਿਊ ਹੈਗੀ ਉਹ ਹੈਗੀ ਹੈ 10 ਓਮ, ਤਾਂ 2.8 ਵੋਲਟ ਨੂੰ ਜਦੋਂ 10 ਵੋਲਟ ਦੇ ਨਾਲ ਕਰੋਗੇ ਕਿੰਨਾ ਆਊਗਾ ਬੱਚੇ ਸਾਡਾ ਦੱਸਿਓ? 0.28 ਐਂਪੀਅਰ ਕਰੰਟ ਆਊਗਾ ਰਨਿੰਗ ਕੰਡੀਸ਼ਨ ਦੇ ਵਿੱਚ। ਮੰਨ ਲਓ ਇਹੀ ਮੋਟਰ ਤੁਹਾਡੀ ਖੜੀ ਹੈਗੀ, ਜਦੋਂ ਮੋਟਰ ਖੜੀ ਹੈਗੀ ਮੈਨੂੰ ਦੱਸ ਸਕਦੇ ਹੋ ਰਾਜੇ ਸਲਿੱਪ ਉਦੋਂ ਕਿੰਨੀ ਹੋਊਗੀ? ਬਟਾ 70 ਗੁਣਾ 70 ਹੋਊਗੀ ਨਾ ਸਟਾਰਟਿੰਗ ਦੇ ਕੇਸ 'ਚ। ਤੇ ਸਾਡੇ ਕੋਲ ਇੰਪੀਡੈਂਸ ਕਿੰਨੀ ਹੈਗੀ? ਇੰਪੀਡੈਂਸ ਸਾਡੇ ਕੋਲ ਹੈਗੀ ਆ ਕਿੰਨੀ ਮੰਨੀ ਸੀਗੀ? 10 ਇੰਪੀਡੈਂਸ ਅਸੀਂ ਮੰਨੀ ਹੈ 10, ਤਾਂ 70 ਨੂੰ ਰਾਜੇ 10 ਨਾਲ ਡਿਵਾਈਡ ਕਰਕੇ ਦੇਖਿਓ ਕਿੰਨਾ ਆਉਂਦਾ? 7 ਐਂਪੀਅਰ ਕਰੰਟ ਆਉਂਦਾ। ਇਹਨੂੰ ਇਹਨਾਂ ਗੁਣਾ ਕਰਕੇ ਦੇਖ ਲਓ ਕਿੰਨੇ ਗੁਣਾ ਵੱਧਦਾ ਕਰੰਟ। ਸਰ ਫਿਰ ਸਟਾਰਟਿੰਗ ਦੇ ਵਿੱਚ ਇੰਪੀਡੈਂਸ ਵੀ ਤਾਂ ਵਧੂਗਾ ਜੀ। ਇੰਪੀਡੈਂਸ ਮਾੜਾ ਮੋਟਾ ਬਾਜੂ ਕਿੰਨਾ ਬਾਜੂਗਾ? 10 ਦੀ ਥਾਂ ਤੇ 20 ਹੋ ਜਾਊਗਾ, 20 ਦੀ ਥਾਂ ਤੇ 30 ਹੋ ਜਾਊਗਾ। ਜੇ 20 ਵੀ ਹੋ ਗਿਆ, ਜੇ 20 ਵੀ ਹੋ ਗਿਆ ਤਾਂ ਵੀ ਰਾਜ ਸਾਡੇ ਕੋਲੇ ਦੇਖੋ ਜਿਹੜੀ ਵੋਲਟੇਜ ਹੀ ਇੰਨੀ ਜ਼ਿਆਦਾ ਹੈਗੀ ਵੀ ਸਾਡੇ ਕੋਲੇ 20 ਵੀ ਹੋ ਗਿਆ ਫਿਰ ਕਿਹੜਾ ਕਰੰਟ ਘਟੂਗਾ ਰਾਜੇ? ਜੇ ਮੰਨ ਲਓ ਇੱਥੇ 10 ਦੀ ਥਾਂ ਤੇ 20 ਵੀ ਹੁੰਦਾ ਕਰੰਟ, ਚਲੋ 25 ਗੁਣਾ ਵੱਧ ਹੁੰਦਾ, 20 ਵੀ ਹੋ ਗਿਆ ਚਲੋ, ਹੈ ਨਾ। 20 ਹੋਣ ਦੇ ਨਾਲ ਕੀ ਹੋਊਗਾ? 70/20 ਨੂੰ ਆਪਾਂ ਕਰਾਂਗੇ ਕਿੰਨਾ ਆਊਗਾ ਬੱਚੇ? ਫਿਰ ਵੀ 3.5 ਆਉਂਦਾ ਹੈਗਾ। 3.5 ਤੇ ਇਹਦੀ ਰੇਸ਼ੋ ਕੱਢ ਕੇ ਦੇਖ ਲਓ ਰਾਜੇ, ਆਹ 3.5 ਹੈਗਾ, ਆਹ ਸਾਡਾ ਹੇਠਲੇ ਪਾਸੇ 0.28 ਆ। 12 ਗੁਣਾ ਕਰੰਟ ਦਾ ਸਾਡਾ ਹਜੇ ਵੀ 13 ਗੁਣਾ ਬਣਦਾ ਪਿਆ ਹੈਗਾ ਸਾਡਾ ਸਟਾਰਟਿੰਗ ਦੇ ਕੇਸ 'ਚ। ਤਾਂ ਮੇਨ ਪ੍ਰੋਬਲਮ ਰਾਜੇ ਜਿਹੜੀ ਤੁਸੀਂ ਦੂਜੇ ਸ਼ਬਦਾਂ ਦੇ ਵਿੱਚ ਕਹਿ ਰਹੇ ਸੀ, ਜਿਹੜੀ ਕਟਿੰਗ ਹੁੰਦੀ ਆ ਉਹ ਇੰਨੀ ਜ਼ਿਆਦਾ ਹੁੰਦੀ ਹੈਗੀ ਕਟਿੰਗ, ਕਿਉਂਕਿ ਰੋਟਰ ਸਾਡਾ ਖੜਾ ਹੁੰਦਾ ਹੈਗਾ ਅਤੇ ਰੋਟਰ ਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਆ ਉਹ ਅਸੀਂ ਪਹਿਲਾਂ ਹੀ ਘੱਟ ਰੱਖੀ ਹੋਈ ਹੈਗੀ, ਉਹਦੀ ਇੰਨੀ ਜ਼ਿਆਦਾ ਕਟਿੰਗ ਹੁੰਦੀ ਹੈ, ਉਹਦੇ ਵਿੱਚ ਜਿਹੜੇ ਪੈਦਾ ਹੁੰਦਾ ਜਿਹੜਾ EMF ਇੰਡਿਊਸ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਹੈਗਾ। ਕਿਉਂਕਿ ਪਤਾ ਕੀ ਹੋਇਆ ਹੋਇਆ, ਜਿਹੜੀ ਸਾਡੀ ਰੋਟਰ ਦੀ ਰੈਜ਼ਿਸਟੈਂਸ ਹੈਗੀ ਇੱਕ ਤਰ੍ਹਾਂ ਦਾ ਸ਼ਾਰਟ ਸਰਕਟ ਨਹੀਂ ਹੋਇਆ ਰੋਟਰ ਸਾਡਾ ਦਾ ਇੱਕ ਤਰ੍ਹਾਂ ਸ਼ਾਰਟ ਸਰਕਟ ਹੈ ਨਾ ਬਿਲਕੁਲ ਸਟਾਰਟਿੰਗ ਵੇਲੇ। ਇਹ ਚੀਜ਼ ਹੈ ਬੱਚੇ, ਕਿਉਂਕਿ ਉਹਦੇ ਵਿੱਚ ਹਾਈ ਰੈਜ਼ਿਸਟੈਂਸ ਅਸੀਂ ਲਗਾ ਨਹੀਂ ਸਕਦੇ, ਰੈਜ਼ਿਸਟੈਂਸ ਅਸੀਂ ਬਹੁਤ ਘੱਟ ਲਗਾਈ ਹੋਈ ਹੈਗੀ, ਤਾਂ ਸ਼ਾਰਟ ਸਰਕਟ ਹੋਣ ਕਰਕੇ ਰੈਜ਼ਿਸਟੈਂਸ ਦੇ ਸ਼ਾਰਟ ਸਰਕਟ ਹੋਣ ਕਰਕੇ ਕਰੰਟ ਬਹੁਤ ਜ਼ਿਆਦਾ ਭਾਰੀ ਫਲੋ ਹੁੰਦਾ ਹੈਗਾ। ਕਲੀਅਰ ਹੋ ਗਈ ਬੱਚੇ ਗੱਲ ਦੇ? ਤਾਂ ਅੱਗੇ ਹੈਗਾ ਬੱਚੇ ਸਪੀਡ ਕੰਟਰੋਲ। ਸਪੀਡ ਕੰਟਰੋਲ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਗੱਲ ਪੁੱਛਣੀ ਹੈ, ਪਹਿਲੀ ਗੱਲ ਤਾਂ ਸਿਰਫ ਇਹੀ ਪੁੱਛਣੀ ਹੈਗੀ, ਪੋਲ ਚੇਂਜ ਮੈਥਡ ਕਿਹੜੀ ਮੋਟਰ ਵਾਸਤੇ ਬਣਿਆ ਹੈਗਾ? ਬਿਲਕੁਲ ਰਾਜੇ, ਸਿਰਫ ਸਕਰਲ ਕੇ ਵਾਸਤੇ ਬਣਿਆ ਹੈਗਾ, ਬਿਲਕੁਲ ਰਾਜੇ। ਜੇ ਆਪਾਂ ਸਲਿਪ ਰਿੰਗ ਦੇ ਵਿੱਚ ਪੋਲ ਚੇਂਜਿੰਗ ਮੈਥਡ ਕੀ ਲਗਾ ਸਕਦੇ ਹਾਂਗੇ? ਸਲਿਪ ਰਿੰਗ ਦੇ ਵਿੱਚ ਹੋ ਸਕਦਾ? ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ ਰਾਜੇ? ਕਿਉਂਕਿ ਰੋਟਰ ਦੇ ਜਿਹੜੇ ਪੋਲ ਆ ਗਏ, ਬਿਲਕੁਲ ਰੋਟਰ ਦੇ ਜਿਹੜੇ ਪੋਲ ਆ ਗਏ ਬੱਚੇ ਉਹ ਹੁੰਦੇ ਹੈਗੇ ਫਿਕਸ, ਅਤੇ ਜੇ ਰੋਟਰ ਦੇ ਪੋਲ ਫਿਕਸ ਹੋਣਗੇ ਸਟੇਟਰ 'ਤੇ ਅਸੀਂ ਪੋਲ ਚੇਂਜ ਕਰੀ ਜਾਵਾਂਗੇ ਤਾਂ ਮੋਟਰ ਨੇ ਸਾਡੀ ਨੇ ਚੱਲਣੀ ਨਹੀਂ ਹੈਗਾ। ਠੀਕ ਹੈ ਜੀ। ਅਗਲਾ ਜਿਹੜਾ ਆਬਜੈਕਟਿਵ ਟਾਈਪ ਕੁਐਸਚਨ ਬਣਦਾ ਹੈਗਾ ਉਹ ਬਣਦਾ ਹੈਗਾ ਰਾਜੇ, ਸਪੋਜ਼ ਕਰੋ ਸਾਡੀ ਮੋਟਰ ਆ ਕਹਿੰਦਾ ਉਹ ਚੱਲ ਰਹੀ ਹੈਗੀ, ਉਹ 6 ਪੋਲ ਦੇ ਪੋਲ ਚੇਂਜਿੰਗ ਮੈਥਡ ਦੇ ਵਿੱਚ ਮੈਂ ਕਹਿ ਰਿਹਾ 6 ਪੋਲ ਦੀ ਇੱਕ ਇੰਡਕਸ਼ਨ ਮੋਟਰ ਹੈਗੀ ਸਕਰਲ ਕੇ, ਠੀਕ ਹੈ, ਸਕਰਲ ਕੇ ਇੰਡਕਸ਼ਨ ਮੋਟਰ ਹੈਗੀ ਉਹ 6 ਪੋਲ ਦੀ ਹੈਗੀ। ਤਾਂ ਜੇ ਬਾਈ ਚਾਂਸ ਇਸ ਮੋਟਰ ਨੂੰ ਮੈਂ ਚਲਦੀ 6 ਪੋਲ ਤੋਂ ਮੈਂ ਇਹਨਾਂ ਨੂੰ 8 ਪੋਲ ਬਣਾਤੇ, ਤਾਂ ਕਹਿੰਦਾ ਰੋਟਰ ਦੇ ਵਿੱਚ ਰਾਜੇ ਕੀ ਪੈਦਾ ਹੋਊਗਾ? ਪਲਗਿੰਗ ਪੈਦਾ ਹੋਊਗੀ ਕਿ ਜਨਰੇਸ਼ਨ ਪੈਦਾ ਹੋਊ, ਰੀਜਨਰੇਸ਼ਨ ਹੋਊਗੀ? ਪਲਗਿੰਗ ਹੋਊਗੀ ਕਿ ਰੀਜਨਰੇਸ਼ਨ ਹੋਊਗੀ? DC ਮੋਟਰ ਸਾਹਮਣੇ ਪੜ੍ਹੀ ਹੋਈ ਹੈਗੀ ਕਿ ਰੀਜਨਰੇਸ਼ਨ ਹੋਊਗੀ, ਦੱਸੋ ਜੀ। ਜਾਂ ਫਿਰ ਇੰਡਕਸ਼ਨ ਜਨਰੇਟਰ ਬਣੂਗਾ ਉਹ? ਕੁਐਸਚਨ ਦੇਖੋ ਕੀ ਹੈਗਾ, ਇੱਕ 8 ਪੋਲ ਦੀ ਇੱਕ 8 ਪੋਲ ਦੀ ਮਸ਼ੀਨ ਸੀਗੀ, ਉਹਨੂੰ 6 ਪੋਲ ਦੀ ਇੱਕ ਮਸ਼ੀਨ ਸੀਗੀ, ਉਹਨੂੰ ਚਲਦੀ ਨੂੰ 8 ਪੋਲ ਦੀ ਬਣਾਤਾ ਰਾਜੇ, ਤਾਂ ਉਹਦੇ ਰੋਟਰ ਦੇ ਅੰਦਰਲੇ ਪਾਸੇ ਜਿਹੜੇ ਕਰੰਟ ਪੈਦਾ ਹੋ ਰਹੇ ਹੈਗੇ ਉਹ ਕਰੰਟ ਕੀ ਬਿਹੇਵ ਕਰਨਗੇ ਰਾਜੇ? ਪਲਗਿੰਗ ਕਰਨਗੇ ਕਿ ਰੀਜਨਰੇਟਿਵ ਕਰਨਗੇ? ਦੱਸੋ। ਰੀਜਨਰੇਸ਼ਨ ਕਰਨਗੇ। ਰੀਜਨਰੇਸ਼ਨ ਦਾ ਮਤਲਬ ਹੈਗਾ ਇੰਡਕਸ਼ਨ ਜਨਰੇਟਰ। ਇੱਥੋਂ ਪਤਾ ਲੱਗੂਗਾ ਵੀ ਅਸੀਂ ਆਪਣੇ ਆਪ ਦਿਮਾਗ ਲਾਉਣਾ ਹੈ ਕਿ ਜਿੰਨਾ ਕਰਵਾਇਆ ਜਾਂਦਾ ਉਹ ਉੱਥੇ ਤੱਕ ਹੀ ਸੀਮਤ ਹੈਗਾ ਸਾਡਾ ਦਿਮਾਗ।
ਲਗੀ ਹੋਊਗੀ ਸਾਰੀ ਰੀਜਨਰੇਟਿਵ ਲਗੇ ਹੋਊਗੀ ਦੇਖੋ ਰਾਜੇ ਪਹਿਲਾਂ ਕਿੰਨੇ ਪੋਲ ਦੀ ਹੈਗੀ ਉਹ, ਕਿੰਨੇ ਪੋਲ ਦੀ ਹੈ ਪਹਿਲਾਂ ਉਹ 6 ਪੋਲ ਦੀ ਹੈ ਨਾ। 6 ਕੋਈ ਵੀ ਫ੍ਰੀਕੁਐਂਸੀ ਆਪਣੇ ਮਨੋਂ ਮੰਨ ਲਓ ਉਸ ਵੇਲੇ ਸਾਡੇ ਕੋਲ ਕਿੰਨੀ ਸੀਗੀ ਸਪੀਡ, 1000 RPM ਸੀਗੀ ਨਾ, ਠੀਕ ਹੈ ਜੀ। ਜਿੰਨੀ ਦੇਰ ਇਹ 1000 RPM ਸੀ ਉਸ ਤੋਂ ਬਾਅਦ ਕੀ ਹੋ ਗਿਆ ਸਾਡੇ ਕੋਲੇ, ਆਹ ਜਿਹੜਾ ਸਾਡਾ ਰੋਟਰ ਹੈਗਾ, ਠੀਕ ਹੈ, ਸਟੇਟਰ ਹੈਗਾ, ਸਟੇਟਰ ਨੂੰ ਅਸੀਂ 8 ਪੋਲ ਦੇ ਵਾਸਤੇ ਕਰਤਾ ਹੈ ਨਾ। ਤਾਂ ਜਦੋਂ 8 ਪੋਲ ਦਾ ਅਸੀਂ ਕੀਤਾ, 8 ਪੋਲ ਦੇ ਨਾਲ ਕੀ ਹੋਊਗਾ ਬੱਚੇ, ਆਹ 8 ਪੋਲ ਦੇ ਨਾਲ ਸਪੀਡ ਕਿੰਨੀ ਰਹੂਗੀ ਰਾਜੇ ਦੀ, 750 ਹੋ ਜਾਊਗੀ ਨਾ। ਹੁਣ ਇਹਦਾ ਮਤਲਬ ਸਟੇਟਰ ਤੁਹਾਡਾ ਘੁੰਮ ਰਿਹਾ ਰਾਜੇ 750, ਤੁਹਾਡਾ ਰੋਟਰ ਕਿੰਨੇ ਤੇ ਘੁੰਮ ਰਿਹਾ ਹੈਗਾ, 1000 ਤੇ ਚੱਲ ਨਾ ਸੀ 950 ਤੇ ਘੁੰਮ ਰਿਹਾ ਹੋਊਗਾ। ਜੇ NS ਜਿਹੜਾ ਹੁੰਦਾ ਹੈਗਾ, ਜੇ ਉਹ NS 1000 ਹੈਗਾ ਤਾਂ ਆ ਜਿਹੜਾ NR ਹੈਗਾ ਤੁਹਾਡੇ ਰੋਟਰ ਦੀ ਸਪੀਡ ਉਹ 950 ਤੇ ਤਾਂ ਹੋਊਗੀ ਉਹ। ਤਾਂ ਇੱਕੋ ਲੱਗ ਜਦੋਂ ਇਹ ਸਟੇਟਰ ਸਾਡਾ 750 ਤੇ ਘੁੰਮ ਰਿਹਾ ਹੋਊਗਾ, ਇਹਨੂੰ ਘੱਟ ਕੇ ਕਿੱਥੇ ਆਉਣਾ ਪਊਗਾ, 720 ਤੇ ਜਾਂ 710 ਤੇ ਆਉਣਾ ਪਊਗਾ। ਤਾਂ ਉਨੀ ਦੇਰ ਸਾਡਾ ਫਲਕਸ ਕੀ ਕਰੂਗਾ ਰਾਜੇ, ਇਸ ਨੂੰ ਘਟਾ ਦੂਗਾ ਬੱਚੇ। ਕਲੀਅਰ ਹੋ ਗਈ ਜੀ ਗੱਲ ਇਹ, ਠੀਕ ਹੈ ਜੀ। ਰੀਜਨਰੇਸ਼ਨ ਕਿਉਂ ਨਹੀਂ ਹੋਊਗੀ, ਇਹ ਹੈਗਾ ਕੁਐਸਚਨ ਕਿਸੇ ਦੇ ਮਾਈਂਡ ਦੇ ਵਿੱਚ ਵੀ ਜਦੋਂ ਸਾਡੀ ਸਿੰਕਰੋਨਸ ਸਪੀਡ ਤੋਂ ਸਪੀਡ ਵੱਧ ਗਈ ਤਾਂ ਰੀਜਨਰੇਸ਼ਨ ਕਿਉਂ ਨਹੀਂ ਹੋਊਗੀ। ਰੀਜਨਰੇਸ਼ਨ ਰਾਜੇ ਲਗਭਗ ਉਦੋਂ ਹੁੰਦੀ ਹੈਗੀ ਜਦੋਂ ਸਾਨੂੰ ਇੱਕ ਮੋਮੈਂਟਮ ਮਿਲੀ ਜਾਵੇ, ਜਦੋਂ ਸਾਨੂੰ ਇੱਕ ਇਨਰਸ਼ੀਆ ਮੋਮੈਂਟਮ, ਜਿਵੇਂ ਆਪਾਂ ਕਹਿੰਦੇ ਵੀ ਕੋਈ ਨਾ ਕੋਈ ਮੋਟਰ ਜਿਹੜੀ ਸਾਡੀ ਜੋ ਢਲਾਨ ਤੋਂ ਜਦੋਂ ਥੱਲੇ ਆਉਂਦੀ ਹੈਗੀ ਜਦੋਂ ਆਪਣੇ ਕੋਲੇ, ਤਾਂ ਉਸ ਵੇਲੇ ਜਦੋਂ ਸਪੀਡ ਵੱਧਦੀ ਉਹ ਜਿਹੜਾ ਆਹ ਇੰਨਾ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ, ਜਿਹੜਾ ਆਹ ਢਲਾਨ ਹੁੰਦੀ, ਜਿਹੜਾ ਇੰਨਾ ਮੋਮੈਂਟਮ ਹੁੰਦਾ, ਉਹ ਜਦੋਂ ਕਨਵਰਟ ਹੁੰਦਾ ਵਿੱਚ ਸਾਡੇ ਵੋਲਟੇਜ ਦੇ ਵਿੱਚ, ਉਹਨੂੰ ਅਸੀਂ ਰੀਜਨਰੇਸ਼ਨ ਕਹਿੰਦੇ ਆਂਗੇ, ਠੀਕ ਹੈ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਜਿਹੜਾ ਰੋਟਰ ਹੈਗਾ, ਰੋਟਰ ਦੇ ਅੰਦਰ ਕੋਈ ਪਾਵਰ ਤਾਂ ਨਹੀਂ ਹੈਗੀ ਵੀ ਉਹ ਪਾਵਰ ਸਪਲਾਈ ਕਰੂਗਾ ਸਾਡਾ ਬਾਹਰਲੇ ਪਾਸੇ, ਸਪਲਾਈ ਤਾਂ ਕਰਨ ਵਾਸਤੇ ਕੁਛ ਹੈ ਨਹੀਂ ਗਾ ਨਾ। ਸਾਡਾ ਫਲਕਸ ਆ ਜਿਹੜਾ, ਉਹ ਫਲਕਸ ਇਹਨੂੰ ਕਹੂਗਾ ਵੀ ਮੈਂ 750 ਤੇ ਘੁੰਮ ਰਿਹਾਗਾ, ਤੂੰ ਵੀ 750 720 ਤੇ ਘੁੰਮ। ਓਕੇ ਜੀ, ਚਲੋ। ਜੇ ਹਾਂ ਦੋਨਾਂ ਦੇ ਵਿੱਚੋਂ ਜੇ ਪਲੱਗਿੰਗ ਤੇ ਰੀਜਨਰੇਸ਼ਨ ਦੇ ਵਿੱਚੋਂ ਹੈ ਨਾ ਕੁਝ ਹੋਰ ਚੀਜ਼ਾਂ ਦਿੱਤੀਆਂ ਹੋਈਆਂ, ਸਿਰਫ ਇਹੀ ਦਿੱਤਾ ਹੋਇਆ ਤਾਂ ਆਪਾਂ ਰੀਜਨਰੇਸ਼ਨ ਤਾਂ ਲਗਾ ਲਾਂਗੇ ਜੇ ਪਲੱਗਿੰਗ ਨਾ ਹੋਈ ਕਿਤੇ, ਫਿਰ ਅਸੀਂ ਚੱਲ ਲਗਾ ਲਾਂਗੇ ਕੁਝ ਸਮੇਂ ਵਾਸਤੇ, ਬਹੁਤ ਥੋੜ੍ਹੇ ਸਮੇਂ ਵਾਸਤੇ, ਪਰ ਉਹ ਬਹੁਤ ਛੇਤੀ ਆ ਜਾਊਗਾ, ਕੋਈ ਬਹੁਤੀ ਵੋਲਟੇਜ ਸਪਲਾਈ ਨਹੀਂ ਹੋਣੀ ਹੈਗੀ, ਠੀਕ ਹੈ ਜੀ। ਤਾਂ ਆਨਸਰ ਤਾਂ ਪਲੱਗਿੰਗ ਹੀ ਬਣਦਾ ਮੋਸਟਲੀ। ਚਲੋ ਰਾਜੇ ਕਿਸੇ ਹੋਰ ਉਹਦੇ ਵੱਲ ਆ, ਹਾਂਜੀ ਸਰ ਪਲਗਿੰਗ ਵਾਲਾ ਪਲੱਗਿੰਗ ਰਾਜੇ ਮੈਂ ਸਿਰਫ ਇਹ ਕਹਿ ਰਿਹਾ ਵੀ ਜੇ ਪਹਿਲਾਂ ਤੁਹਾਡਾ ਸਟੇਟਰ ਹੈਗਾ, ਉਹ ਸਟੇਟਰ ਕਿੰਨੇ ਤੇ ਘੁਮਾ ਰਿਹਾ ਸੀਗਾ ਤੁਹਾਡੀ ਮੋਟਰ ਨੂੰ, 1000 ਉਹਦਾ ਸਿੰਕਰੋਨਸ ਸਪੀਡ 1000 ਸੀਗੀ, ਤੇ ਰੋਟਰ ਕਿੰਨੇ ਤੇ ਘੁਮਾ ਰਿਹਾ ਸੀਗਾ, 1000 ਦੇ ਹਿਸਾਬ ਨਾਲ 950 ਤੇ ਘੁਮਾ ਰਿਹਾ ਹੋਊਗਾ, 975 ਤੇ। ਹੁਣ ਜਦੋਂ ਅਸੀਂ ਜਿਹੜੇ ਪੋਲ ਆ ਗਏ, ਅਸੀਂ ਪੋਲ ਜਿਹੜੇ ਜੇ 6 ਤੋਂ 8 ਕਰਤੇ, ਤਾਂ ਹੁਣ ਜਿਹੜਾ ਸਾਡਾ ਸਟੇਟਰ ਆ ਉਹਦੀ ਜਿਹੜੀ ਸਪੀਡ ਹੈਗੀ ਉਹ 750 ਹੋ ਗਈ, ਤਾਂ ਰੋਟਰ ਵੀ ਤਾਂ ਹੁਣ 720 ਤੇ ਘੁੰਮਣਾ ਚਾਹੀਦਾ ਨਾ। ਤਾਂ ਮੋਟਰ ਸਾਡੀ ਖੜੂਗੀ, ਉਹ ਰੋਟਰ ਨੂੰ ਰੋਕਣ ਦੀ ਕੋਸ਼ਿਸ਼ ਕਰੂ ਜਿਹੜਾ ਸਟੇਟਰ ਦਾ ਫਲਕਸ ਹੋਊਗਾ। ਓਕੇ ਜੀ। ਇਸ ਤੋਂ ਬਾਅਦ ਸਾਡੇ ਕੋਲ ਇੱਕ ਟੌਪਿਕ ਆਉਂਦਾ ਬੱਚੇ, ਇੰਡਕਸ਼ਨ ਜਨਰੇਟਰ ਦਾ। ਇੰਡਕਸ਼ਨ ਜਨਰੇਟਰ ਦੀ ਪਹਿਲਾ ਜਿਹੜਾ ਕੁਐਸਚਨ ਆ ਬੱਚੇ, ਸਲਿੱਪ ਕੀ ਹੁੰਦੀ ਹੈਗੀ, ਮੋਰ ਦੈਨ 0 ਹੁੰਦੀ ਹੈਗੀ, ਮੋਰ ਦੈਨ 0 ਹੁੰਦੀ ਹੈ ਜਾਂ ਲੈਸ ਦੈਨ 0 ਹੁੰਦੀ ਹੈ। ਮੋਰ ਦੈਨ 0, ਮੋਰ ਦੈਨ 0 ਹੁੰਦੀ ਹੈ। ਲੈਸ ਦੈਨ 0 ਹੁੰਦੀ ਹੈ, ਸਰ ਨੈਗੇਟਿਵ ਸਲਿੱਪ ਹੁੰਦੀ ਹੈ ਜੀ ਉਹਦੀ, ਨੈਗੇਟਿਵ ਸਲਿੱਪ ਹੁੰਦੀ ਹੈ। ਬਿਲਕੁਲ ਜੀ, ਨੈਗੇਟਿਵ ਸਲਿੱਪ ਹੁੰਦੀ ਹੈ ਰਾਜੇ, ਤਾਂ ਲੈਸ ਦੈਨ 0 ਹੁੰਦੀ ਹੈ ਜੀ ਹਮੇਸ਼ਾ। ਤੇ ਮੋਰ ਦੈਨ 0 ਕਿਹਦਾ ਹੁੰਦਾ ਹੈਗਾ, ਮੋਰ ਦੈਨ 0 ਕਿਹਦਾ ਹੁੰਦਾ ਹੈਗਾ ਬੱਚੇ, ਮੋਟਰ ਦਾ ਜੀ, ਮੋਟਰ ਦਾ ਸਰ। ਮੋਟਰ ਹਮੇਸ਼ਾ ਮੋਰ ਦੈਨ 0 ਹੁੰਦੀ ਹੈ, 0.04 0.05 0.06, ਠੀਕ ਹੈ। ਇਹ ਮੋਰ ਦੈਨ 0 ਹੈ ਨਾ। ਤਾਂ ਮੋਰ ਦੈਨ 1 ਦੇ ਵੇਲੇ ਮੋਰ ਦੈਨ 1 ਹੋ ਸਕਦੀ ਹੈ ਕਦੇ, ਮੋਰ ਦੈਨ 1 ਹੋ ਸਕਦੀ ਹੈ ਬੱਚੇ ਕਦੇ ਵੀ, ਕੋਈ ਵੀ ਮੋਟਰ ਮੋਰ ਦੈਨ 1 ਸਲਿੱਪ ਦੇ ਉੱਪਰ ਚੱਲ ਸਕਦੀ ਹੈਗੀ, ਹੋ ਸਕਦਾ ਕਦੇ ਇਹ, ਹਾਂਜੀ ਕਦੋਂ ਚੱਲ ਹੋਏਗਾ, ਤਾਂ ਸਕਦੀ ਹੈ ਜੀ, ਬਟ ਆਪਾਂ ਨੂੰ ਮੈਕਸਿਮਮ ਟਾਰਕ ਘੱਟ ਮਿਲੂਗੀ ਜੀ। ਚੱਲ ਸਕਦੀ ਹੈ ਅਮਰਦੀਪ, ਮਤਲਬ ਕੀ ਹੈ ਕਹਿਣ ਦਾ ਵੀ ਚੱਲ ਸਕਦੀ ਹੈਗੀ, ਧੱਕੇ ਨਾਲ ਪੁੱਠੀ ਘੁਮਾ ਰੋਟਰ ਨੂੰ, ਹਾਂ ਪੁੱਠੀ ਘੁਮਾ ਦਾਂਗੇ। ਧੱਕੇ ਨਾਲ ਆਪਾਂ ਪੁੱਠਾ ਨਹੀਂ ਘੁਮਾਇਆ ਹੈਗਾ, ਕੁਛ ਹੋਰ ਕਿਸੇ ਤਰੀਕੇ ਨਾਲ ਸਾਡੀ ਕਦੇ ਹੋ ਸਕਦੀ ਹੈ ਚੀਜ਼ ਇਹ ਵੀ ਆਪਣੇ ਮੋਰ ਦੈਨ 1 ਹੋ ਜਾਵੇ। ਨਹੀਂ ਸਰ,
ਦੱਸੋ ਮੈਨੂੰ ਮੋਰ ਦੈਨ 1 ਤੋਂ ਬਿਨਾ ਕੋਈ ਹੋਰ ਇਹ ਤੋਂ ਧੱਕੇ ਨਾਲ ਪੁੱਠੀ ਘੁਮਾਉਣ ਤੋਂ ਬਿਨਾ ਕਿਸੇ ਹੋਰ ਤਰੀਕੇ ਨਾਲ ਹੋ ਸਕਦਾ ਵੀ ਆਪਣੇ ਕੋਲੇ 1 ਤੋਂ ਵੱਧ ਹੋਵੇ ਜਰਾ ਜੇ ਸਲਿੱਪ ਨਾ ਸਰ ਹੈਗਾ ਬੱਚੇ ਹੈਗਾ ਦੱਸੋ ਕੁਐਸਚਨ ਹੈਗਾ ਤੁਹਾਡੇ ਜੇਈ ਗੁਪਤਾ ਦੇ ਨੀਚੇ ਆ ਰਹੀ ਹੈ ਸਰ ਹੈ ਜੀ ਢਲਾਨ ਤੋਂ ਨੀਚੇ ਆ ਰਹੀ ਹੈ ਸਰ ਨਹੀਂ ਜੀ ਨਹੀਂ ਜੀ ਨਹੀਂ ਉਹ ਤਾਂ ਫਿਰ ਮਾਈਨਸ 'ਚ ਜਾਊ ਬੱਚੇ ਉਹਦਾ ਜਨਰੇਟਰ ਬਣੂਗਾ ਜਨਰੇਟਰ ਸਰ ਬੋਕ ਰੋਟਰ ਟੈਸਟ ਦੇ ਵਿੱਚ ਹੁੰਦੀ ਹੈ ਨਾ 1 ਤੋਂ ਵੱਧ ਬਲੌਕ ਰੋਟਰ ਟੈਸਟ ਦੇ ਵਿੱਚ ਤਾਂ ਰਾਜੇ ਰੋਟਰ ਨੂੰ ਅਸੀਂ ਰੋਕਿਆ ਹੋਇਆ ਹੈਗਾ ਉਹਦੇ ਵਿੱਚ ਫਿਰ 1 ਤੋਂ ਉਦੋਂ ਬਲੌਕ ਰੋਟਰ ਚਲੋ ਸਿਆਣਾ ਬੱਚੇ ਨੇ ਬਲੌਕ ਰੋਟਰ ਦੀ ਗੱਲ ਕੀਤੀ ਹੈ ਤਾਂ ਤੁਸੀਂ ਉਹ ਦੱਸੋ ਜਪਦੇਸ਼ ਬਲੌਕ ਰੋਟਰ ਦੇ ਵਿੱਚ ਕਿੰਨੀ ਹੋਵੇਗੀ ਸਲਿੱਪ ਚਲੋ ਬੋਲੋ ਜਪਦੇਸ਼ ਸਰ 1 ਹੁੰਦੀ ਹੈ ਜੀ ਫਿਰ ਤੁਸੀਂ ਕਹਿ ਰਹੇ ਹੋਗੇ ਮੋਰ ਦੈਨ 1 ਹੋਊਗੀ ਨਹੀਂ 1 ਹੁੰਦੀ ਹੈ ਫਿਰ ਮੋਰ ਦੈਨ 1 ਕਿੱਧਰੋਂ ਆ ਗਿਆ ਹਾਂ ਬਿਲਕੁਲ ਅਜੇ ਗੁਰਵਿੰਦਰ ਸਿਰਫ ਇਹੀ ਗੱਲ ਸਹੀ ਹੈਗੀ ਇੱਕੋ ਹੀ ਗੱਲ ਸਹੀ ਆ ਤੁਸੀਂ ਕੁਐਸਚਨ ਬਹੁਤ ਛੇਤੀ ਭੁੱਲ ਜਾਂਦੇ ਹੋ ਤੁਸੀਂ ਜੇਵੀ ਗੁਪਤਾ ਪੜ੍ਹ ਰਹੇ ਹੋਗੇ ਜੇਵੀ ਗੁਪਤਾ ਦੇ ਵਿੱਚ ਇੱਕ ਕੁਐਸਚਨ ਆ ਜਿਹਦਾ ਆਨਸਰ ਆ ਰਿਹਾ 2 - s ਕਦੋਂ ਆਉਂਦਾ ਰਿਹਾ 2 - s ਆਨਸਰ ਆਹ ਸਲਿੱਪ ਕਦੋਂ ਆਉਂਦੀ ਹੁੰਦੀ ਹੈਗੀ 2 - s ਸਲਿੱਪ ਕਦੋਂ ਆਉਂਦੀ ਹੁੰਦੀ ਹੈ ਜਦੋਂ ਆਪਾਂ ਸਪੀਡ ਚੇਂਜ ਕਰ ਦਿੰਦੇ ਹੁੰਦੇ ਸਰ ਜਦੋਂ ਚੱਲਦੀ ਮੋਟਰ ਤੇ ਆਪਾਂ 2 ਫੇਸ ਇੰਟਰਚੇਂਜ ਕਰ ਦਿੰਦੇ ਵੈਰੀ ਗੁੱਡ ਸਪੀਡ ਵਾਜੇ ਇਹੋ ਜਿਹਾ ਕੋਈ ਆਨਸਰ ਨਹੀਂ ਹੈਗਾ ਇਹ ਸਪੀਡ ਨਹੀਂ ਵਾਜੇ ਜਦੋਂ ਚੱਲਦੀ ਮੋਟਰ ਤੇ ਕੋਈ ਵੀ 2 ਕਨੈਕਸ਼ਨ ਆਪਸ ਦੇ ਵਿੱਚ ਪੁੱਠੇ ਕਰ ਦਾਂਗੇ ਅਸੀਂ ਤਾਂ ਉਨੀ ਦੇਰ ਵਾਸਤੇ ਜਦੋਂ ਸਾਡਾ ਫਲਕਸ ਇੱਧਰ ਘੁੰਮ ਰਿਹਾ ਤੇ ਸਾਡੀ ਰੋਟਰ ਇੱਧਰ ਘੁੰਮ ਰਿਹਾ ਸਾਡਾ ਤਾਂ ਜਿਹੜਾ ਰੋਟਰ ਹੋਏਗਾ ਸਾਡਾ ਇੱਧਰ ਘੁੰਮ ਰਿਹਾ ਸਾਡੇ ਆ ਜਿਹੜੀ ਫਲਕਸ ਇੱਧਰ ਘੁੰਮ ਰਹੀ ਹੈ ਇਸ ਵੇਲੇ ਸਾਡੇ ਕੋਲੇ 2 ਦੇ ਨੇੜੇ ਤੇੜੇ ਆ ਜਾਂਦੀ ਹੈ ਸਲਿੱਪ 2 - s ਦੇ ਵਿੱਚ ਠੀਕ ਹੈ ਜੀ ਜਿਹੜਾ ਮੋਰ ਦੈਨ 1 ਆਉਂਦਾ ਹੈਗਾ ਮੋਰ ਦੈਨ 1 ਜਦੋਂ ਵੀ ਮੋਰ ਦੈਨ 1 ਹੋਊਗੀ ਨਾ ਸਲਿੱਪ ਜਦੋਂ ਵੀ ਮੋਰ ਦੈਨ 1 ਹੋਊਗੀ ਉਸ ਕੰਡੀਸ਼ਨ ਨੂੰ ਕੀ ਕਿਹਾ ਜਾਂਦਾ ਹੈਗਾ ਉਹਦਾ ਇੱਕ ਨਾਂ ਹੁੰਦਾ ਰਾਜੇ ਪ੍ਰੋਪਰ ਕੀ ਨਾਂ ਹੁੰਦਾ ਹੈਗਾ ਕਿਹੜਾ ਮੋਡ ਹੁੰਦਾ ਹੈਗਾ ਉਹ ਬੋਲੋ ਬ੍ਰੇਕਿੰਗ ਜੀ ਹਾਂ ਬਿਲਕੁਲ ਬ੍ਰੇਕਿੰਗ ਕਹਿ ਲਓ ਚਾਹੇ ਕਹਿ ਲਓ ਬੱਚੇ ਪਲੱਗਿੰਗ ਚਾਹੇ ਬ੍ਰੇਕਿੰਗ ਕਹਿ ਲਓ ਚਾਹੇ ਪਲੱਗਿੰਗ ਕਹਿ ਲਓ ਠੀਕ ਹੋ ਗਈ ਜੀ ਗੱਲ ਇਹ ਉਹ ਪਲੱਗਿੰਗ ਮੋਡ ਹੁੰਦਾ ਰਿਹਾ ਜਦੋਂ ਕਦੇ ਵੀ ਮੋੜ ਦਿੰਦਾ ਤਾਂ ਸਾਡੇ ਕੋਲ ਇੰਡਕਸ਼ਨ ਜਨਰੇਟਰ ਦੇ ਇੰਡਕਸ਼ਨ ਮੋਟਰ ਨਾਲ ਜਨਰੇਟਰ ਇੰਡਕਸ਼ਨ ਮਸ਼ੀਨ ਦੇ ਕਿੰਨੇ ਮੋਡ ਨੇਗੇ 3 ਮੋਡ ਨੇ ਇੱਕ ਹੈਗਾ ਜਨਰੇਟਿੰਗ ਮੋਡ ਦੇ ਵਿੱਚ ਸਲਿੱਪ ਕਿੰਨੀ ਹੁੰਦੀ ਹੈ ਰਾਜੇ ਮਾਈਨਸ ਦੇ ਵਿੱਚ ਹੁੰਦੀ ਆ ਹਮੇਸ਼ਾ ਇੱਕ ਹੈਗਾ ਸਾਡਾ ਮੋਟਰਿੰਗ ਮੋਡ ਜਿਹੜਾ ਸਾਡਾ ਨਾਰਮਲ ਮੋਡ ਆ ਮੋਟਰ ਦਾ ਮੋਡ ਉਹਦੇ ਵਿੱਚ ਕਿੰਨਾ ਆਉਂਦਾ ਹੈਗਾ 0 ਤੋਂ ਲੈ ਕੇ 1 ਦੇ ਵਿਚਕਾਰ ਹੁੰਦੀ ਹੈਗੀ ਤੀਜਾ ਰਾਜੇ ਸਾਡਾ ਮੋਡ ਕਿਹੜਾ ਗਾ ਜੇ ਕਿਤੇ ਬ੍ਰੇਕ ਲੱਗ ਰਹੇ ਹੋਣ ਜਦੋਂ ਸਾਡਾ ਸਟੇਟਰ ਸਾਡੇ ਰੋਟਰ ਨੂੰ ਰੋਕ ਰਿਹਾ ਹੋਵੇਗਾ ਚਾਹੇ ਉਹ ਕਨੈਕਸ਼ਨ ਪੁੱਠੇ ਕੀਤੇ ਹੋਣ ਚਾਹੇ ਅਸੀਂ ਕਹਿ ਲਈਏ ਵੀ ਅਸੀਂ ਧੱਕੇ ਨਾਲ ਰੋਟਰ ਨੂੰ ਇਸੇ ਪੁੱਠੇ ਕਨੈਕਸ਼ਨਾਂ ਦੇ ਵਿੱਚ ਪੁੱਠੇ ਪਾਸੇ ਨੂੰ ਘੁਮਾ ਰਹੇ ਹੋਈਏ ਜਿੱਧਰੋਂ ਸਾਡਾ ਫਲਕਸ ਚੱਲ ਰਿਹਾ ਹੁੰਦਾ ਹੈਗਾ ਤਾਂ ਉਸ ਵੇਲੇ ਸਾਡੇ ਕੋਲੇ ਮੋਰ ਦੈਨ 1 ਹੁੰਦਾ ਹੈਗਾ ਹਮੇਸ਼ਾ ਸਲਿੱਪ ਜਿਹੜੀ ਹੁੰਦੀ ਹੈ ਉਹ ਸਾਡੀ ਮੋਰ ਦੈਨ 1 ਹੁੰਦੀ ਹੈਗੀ ਠੀਕ ਹੈ ਜੀ ਤਾਂ ਇਹ ਸਾਰਿਆਂ ਨੂੰ ਅੱਛਾ ਇਹ ਗੱਲ ਦੱਸੋਗੇ ਰਾਜੇ ਸਾਡੇ ਕੋਲੇ ਮੰਨ ਲਓ ਸਟੇਟਰ ਆ ਜਿਹੜਾ ਉਹ ਇੱਧਰ ਨੂੰ ਜਿਹੜਾ ਰੋਟਰ ਹੈ ਸਾਡਾ ਇੱਧਰ ਨੂੰ ਘੁੰਮ ਰਿਹਾ ਰੋਟਰ ਸਾਡਾ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਘੁੰਮ ਰਿਹਾ ਹੈਗਾ ਓਕੇ ਜੀ ਤਾਂ ਮੰਨ ਲਓ ਮੋਡ ਜਿਹੜਾ ਸਾਡਾ ਮੋਡ ਹੈਗਾ ਉਹ ਹੈਗਾ ਜਨਰੇਟਿੰਗ ਮੋਡ ਤਾਂ ਸਟੇਟਰ ਦੱਸੋ ਰਾਜੇ ਸਟੇਟਰ ਜਿਹੜਾ ਘੁੰਮ ਰਿਹਾ ਹੈਗਾ ਪਹਿਲੀ ਗੱਲ ਤਾਂ ਇਹ ਨਾ ਸਟੇਟਰ ਮੋਰ ਦੈਨ ਸਿੰਕਰੋਨਸ ਸਪੀਡ ਘੁੰਮੂਗਾ ਇਹ ਗੱਲ ਤਾਂ ਕਨਫਰਮ ਹੈ ਨਾ ਇਸ ਜਨਰੇਟਿੰਗ ਮੋਡ ਦੇ ਵਿੱਚ ਹਨਾ ਦੱਸੋ ਇਹ ਗੱਲ ਤਾਂ ਕਨਫਰਮ ਹੈ ਨਾ ਵੀ ਜਿਹੜੀ ਇਹਦੀ ਸਪੀਡ ਹੋਊਗੀ ਉਹ ਮੋਰ ਦੈਨ ਸਿੰਕਰੋਨਸ ਸਪੀਡ ਹੋਊਗੀ ਰੋਟਰ ਦੀ ਮੈਨੂੰ ਸਿਰਫ ਇਹ ਗੱਲ ਦੱਸੋ ਇਹਦਾ ਰਾਜੇ ਜਿਹੜਾ ਸਟੇਟਰ ਹੋਊਗਾ ਸਟੇਟਰ ਦਾ ਜਿਹੜਾ ਫਲਕਸ ਹੈਗਾ ਉਹ ਕਲੌਕਵਾਈਜ਼ ਘੁੰਮ ਰਿਹਾ ਕਿ ਐਂਟੀ ਕਲੌਕਵਾਈਜ਼ ਘੁੰਮ ਰਿਹਾ ਬਸ ਇੰਨੀ ਗੱਲ ਦੱਸੋ ਜਨਰੇਟਿੰਗ ਮੋਡ ਦੇ ਵਿੱਚ ਸਟੇਟਰ ਵਾਲੇ ਦਾ ਕਲੌਕਵਾਈਜ਼ ਹੀ ਘੁੰਮੂਗਾ ਕਲੌਕਵਾਈਜ਼ ਹੀ ਘੁੰਮੂਗਾ ਬੱਚੇ ਤਾਂ ਹੀ ਤਾਂ ਮਾਈਨਸ ਬਣੂਗੀ ਕਲੌਕਵਾਈਜ਼ ਹੀ ਘੁੰਮੂਗਾ ਜੇ ਐਂਟੀ ਕਲੌਕਵਾਈਜ਼ ਘੁੰਮ ਗਿਆ ਤਾਂ ਇਹ ਕੰਡੀਸ਼ਨ ਦੇ ਵਿੱਚ ਕੀ ਹੁੰਦਾ ਜਦੋਂ 2 ਫਲਕਸ ਆਪਸ ਦੇ ਵਿੱਚ ਪੁੱਠੀਆਂ ਘੁੰਮ ਜਾਣ ਕਿਸੇ ਇੰਡਕਸ਼ਨ ਮੋਟਰ ਦੇ ਵਿੱਚ ਇਹ ਕਿਹੜਾ ਬ੍ਰੇਕਿੰਗ ਹੁੰਦੀ ਹੈ ਬੱਚੇ ਤਾਂ ਬ੍ਰੇਕਿੰਗ ਹੁੰਦੀ ਹੈ ਇਹ ਮੋਡ ਕਦੇ ਨਹੀਂ ਆਉਂਦਾ ਹੈਗਾ ਤਾਂ ਰੋਕਣ ਲੱਗ ਜਾਣਗੇ ਇੱਕ ਦੂਜੇ ਨੂੰ ਇਹ ਤਾਂ ਹੋ ਹੀ ਨਹੀਂ ਸਕਦਾ ਹੈ ਵੀ 2 ਆਪਸ ਦੇ ਵਿੱਚ ਪੁੱਠੇ ਹੋਣ ਤਾਂ ਨਾਰਮਲ ਚਾਹੇ ਮੋਟਰ ਹੋਵੇ ਚਾਹੇ ਜਨਰੇਟਰ ਹੋਵੇ ਹਮੇਸ਼ਾ ਕੀ ਹੁੰਦਾ ਹੈਗਾ ਦੋਨੇ ਫਲਕਸ ਆ ਜਿਹੜੇ ਦੋਨੇ ਕਿੱਧਰਲੇ ਪਾਸੇ ਨੂੰ ਸੇਮ ਡਾਇਰੈਕਸ਼ਨ 'ਚ ਘੁੰਮ ਰਹੇ ਹੋਣਗੇ ਠੀਕ ਹੋ ਗਈ ਜੀ ਗੱਲ ਚਲੋ ਏਅਰ ਗੈਪ ਦੇ ਫਾਇਦੇ ਦੱਸਿਓ ਜੇ ਏਅਰ ਗੈਪ ਇਨਕਰੀਜ਼ ਕਰਨ ਦੇ ਫਾਇਦੇ ਦੱਸਿਓ
ਫਾਇਦੇ ਪੁੱਛ ਰਿਹਾ ਮੈਂ ਤੁਹਾਨੂੰ। 에ਅਰ ਗੈਪ ਆਪਾਂ ਇੰਕਰੀਜ਼ ਕਰਤਾ, ਇਹਦੇ ਫਾਇਦੇ ਦੱਸਿਓ ਕੀ ਹੈਗੇ। ਸਰ ਇੱਕ ਤਾਂ ਪਲਸੇਸ਼ਨ ਲਾਸ ਘੱਟ ਹੋ ਜਾਣਗੇ ਜੀ। ਹੋਰ ਬਾਕੀ ਤੁਸੀਂ ਨਹੀਂ ਬੋਲਣਾ ਹੈਗਾ, ਹੋਰ ਕੋਈ ਬੋਲਿਓ। ਪਲਸੇਸ਼ਨ ਲਾਸ ਕੀ ਹੁੰਦੇ ਨੇਗੇ ਦੱਸੋ, ਕੋਈ ਹੋਰ ਬੋਲਿਓ ਸਭ ਤੋਂ ਬਿਨਾਂ। ਅਮਰਦੀਪ ਨੇ ਨਹੀਂ ਬੋਲਣਾ ਹੈਗਾ। ਪਲਸੇਸ਼ਨ ਲਾਸ ਦਾ ਕੀ ਮਤਲਬ ਆ ਰਾਜੇ? ਕੋਈ ਮੂਕ ਦਰਸ਼ਕ ਬੋਲ ਜੋ, ਜਿਹੜੇ ਮੂਕ ਦਰਸ਼ਕ ਨੇਗੇ ਉਹਨਾਂ ਦੇ ਵਿੱਚੋਂ ਬੋਲ ਪੋ ਯਾਰ ਕੋਈ। ਲਖਵਿੰਦਰ ਕੀ ਮਤਲਬ ਆ ਰਾਜੇ ਪਲਸੇਸ਼ਨ ਲਾਸ ਦਾ? ਜਿਹੜਾ ਰੋਟਰ ਹੈਗਾ, ਹਾਂਜੀ ਹਾਂਜੀ, ਜਿਹੜਾ ਬਿਲਕੁਲ ਸਟੇਟਰ ਦੀ ਫਲਕਸ ਨਾਲ ਪੈਦਾ ਹੁੰਦੇ ਨੇ। ਸਟੇਟਰ ਦੀ ਫਲਕਸ ਜਿਹੜੀ ਹੈਗੀ ਸਾਡੀ, ਸਟੇਟਰ ਦੀ ਫਲਕਸ ਜੇ ਸਾਨੂੰ ਰਾਜੇ ਰੋਟਰ ਨੂੰ ਉਹ ਕਦੇ ਵੱਧ ਫਲਕਸ ਡੈਂਸਿਟੀ ਮਿਲੂ, ਕਦੇ ਘੱਟ ਮਿਲੂ, ਕਦੇ ਵੱਧ ਫਲਕਸ ਡੈਂਸਿਟੀ, ਕਦੇ ਘੱਟ ਫਲਕਸ ਡੈਂਸਿਟੀ ਮਿਲੂਗੀ, ਤਾਂ ਇਹਦੇ ਨਾਲ ਜਿਹੜੇ ਪਲਸਿਸ ਕਰਕੇ ਜਿਹੜੇ ਲਾਸ ਆਉਂਦੇ ਹੈਗੇ, ਜਦੋਂ ਪਲਸਿਸ ਦੇ ਵਿੱਚ ਸਾਡੀ ਇੱਥੇ ਫਲਕਸ ਪਹੁੰਚਦੀ ਹੈਗੀ, ਪਲਸਿਸ ਦੇ ਵਿੱਚ ਕਿਤੇ ਵੱਧ ਕਿਤੇ ਘੱਟ, ਕਿਤੇ ਵੱਧ ਕਿਤੇ ਘੱਟ, ਤਾਂ ਉਦੋਂ ਜਿਹੜੇ ਰੋਟਰ ਦੇ ਅੰਦਰਲੇ ਪਾਸੇ ਜਿਹੜੇ ਪੈਦਾ ਹੁੰਦੇ ਹੈਗੇ, ਜਿਵੇਂ ਜਿਨ੍ਹਾਂ ਨੂੰ ਅਸੀਂ ਐਡੀ ਕਰੰਟ ਵੀ ਕਹਿ ਸਕਦੇ ਹਾਂਗੇ ਕਿਸੇ ਹੱਦ ਤੱਕ। ਵੈਸੇ ਐਡੀ ਕਰੰਟ ਬੱਚੇ ਉਹ ਹੁੰਦੇ ਨੇ ਕਿ ਜਿਹੜੇ ਇਹਦੇ ਅੰਦਰ ਰੋਟਰ ਦੇ ਅੰਦਰ ਜਿਹੜਾ ਸਾਡਾ ਕਰੰਟ ਫਲੋ ਹੋ ਰਿਹਾ, ਉਸ ਕਰੰਟ ਦੇ ਵਿੱਚ ਜਦੋਂ ਕਰੰਟ ਵੱਧਦਾ ਘਟਦਾ ਹੈਗਾ, ਉਹਦੇ ਕਰਕੇ ਜਿਹੜੀ ਫਲਕਸ ਪੈਦਾ ਹੁੰਦੀ ਆ, ਉਹ ਫਲਕਸ ਜਦੋਂ ਇਹਨੂੰ ਆਪਦੇ ਆਪ ਨੂੰ ਲਿੰਕ ਕਰਦੀ ਆ, ਇਹਦੇ ਕਰਕੇ ਜਿਹੜੇ ਪੈਦਾ ਹੁੰਦੇ ਹੈਗੇ ਉਹਨੂੰ ਆਪਾਂ ਐਡੀ ਕਰੰਟ ਕਹਿੰਦੇ ਹੈਗੇ। ਪਰ ਜਿਹੜੇ ਉੱਪਰਲੇ ਪਾਸਿਓਂ ਆ ਰਹੇ ਹੈਗੇ, ਪਲਸਿਸ ਆ ਰਹੀਆਂ ਨੇਗੇ ਸਾਡੀਆਂ ਫਲਕਸ ਦੀਆਂ, ਕਦੇ ਵੱਧ ਕਦੇ ਘੱਟ, ਉਹਨੂੰ ਅਸੀਂ ਕੀ ਕਹਿੰਦੇ ਹੈਗੇ? ਪਲਸੇਸ਼ਨ ਲਾਸ। ਤਾਂ 에ਅਰ ਗੈਪ ਦੇ ਵਧਣ ਨਾਲ ਪਲਸੇਸ਼ਨ ਲਾਸ ਜਿਹੜੇ ਹੋਣਗੇ ਉਹ ਕੀ ਹੋਣਗੇ ਬੱਚੇ? ਘਟ ਜਾਣਗੇ। ਹੋਰ ਕੋਈ ਫਾਇਦਾ ਜੀ? ਸਰ ਓਵਰਲੋਡ ਕਪੈਸਿਟੀ ਵਧਦੀ, ਓਵਰਲੋਡਿੰਗ ਕਪੈਸਿਟੀ ਜਿਹੜੀ ਸਾਡੀ, ਓਵਰਲੋਡਿੰਗ ਕਪੈਸਿਟੀ ਜਿਹੜੀ ਸਾਡੀ ਉਹ ਇੰਕਰੀਜ਼ ਹੋ ਜੂਗੀ। ਹੋਰ ਕੋਈ ਫਾਇਦਾ ਜੀ? ਮੈਗਨੈਟਿਕ ਪੁੱਲ ਵਧੀਆ ਮਿਲੂਗਾ ਰਾਜੇ। ਮੈਗਨੈਟਿਕ ਪੁੱਲ ਦਾ ਮਤਲਬ ਕਿ ਮੈਗਨੈਟਿਕ ਆਪਸ ਵਿੱਚ ਜਿਹੜੀ ਅਟਰੈਕਸ਼ਨ ਹੋਈ ਹੋਈ ਹੈਗੀ ਉਹ ਬਹੁਤ ਵਧੀਆ ਹੋਊਗੀ। ਗੁੱਡ ਵਿੱਚ ਇਹ ਸਾਰੇ ਫਾਇਦੇ ਨੇ। ਨੁਕਸਾਨ ਤਾਂ ਤੁਹਾਨੂੰ ਪਤਾ ਹੀ ਹੈ, ਗੈਪ ਵੱਧ ਕਰਨ ਦੇ ਨੁਕਸਾਨ ਕੀ ਨੇਗੇ? ਮੈਗਨੇਟਾਈਜ਼ਿੰਗ ਕਰੰਟ ਦਾ ਵਧਣਾ, ਰਿਲੈਕਟੈਂਸ ਦਾ ਵਧਣਾ, ਪਾਵਰ ਫੈਕਟਰ ਦਾ ਮਾੜਾ ਹੋਣਾ, ਘਟਣਾ। ਠੀਕ ਹੈ ਰਾਜੇ, ਚਲੋ ਓਕੇ ਹੈ ਜੀ। ਤਾਂ ਲਗਭਗ ਯਾਰ ਕਿੰਨਾ ਟਾਈਮ ਹੋ ਗਿਆ? ਪੌਣੇ ਘੰਟੇ ਦੇ ਵਿੱਚ ਇੰਡਕਸ਼ਨ ਮੋਟਰ ਮੇਰੇ ਵੱਲੋਂ ਓਕੇ ਹੈਗੀ। ਦੇਖੋ ਇੰਨੀ ਇਹ ਚੀਜ਼ਾਂ ਨੇ ਰਾਜੇ ਮੋਟੀਆਂ ਮੋਟੀਆਂ, ਹੋਰ ਤਾਂ ਕੋਈ ਸਾਡਾ ਮੇਨ ਟੌਪਿਕ ਹੈ ਨਹੀਂ ਗਾ, ਇਹੀ ਮੇਨ ਟੌਪਿਕ ਹੈਗੇ। ਠੀਕ ਹੈ, ਚਲੋ ਤਾਂ ਆਪਾਂ ਫਿਰ ਅੱਜ ਆਪਾਂ ਹੁਣ ਕਰੀਏ ਲਾਸਟ ਘੰਟਾ ਕੁ ਲਗਾਈਏ ਸਿੰਗਲ ਫੇਸ ਇੰਡਕਸ਼ਨ ਮੋਟਰ ਦੇ ਉੱਪਰ। ਚਲੋ ਸਿੰਗਲ ਫੇਸ ਇੰਡਕਸ਼ਨ ਮੋਟਰਸ, ਜਿਹੜੀਆਂ ਸਿੰਗਲ ਫੇਸ ਇੰਡਕਸ਼ਨ ਮੋਟਰਸ ਨੇ, ਇਹਨਾਂ ਦਾ ਨਾਂ ਜਿਹੜਾ ਦਿੱਤਾ ਹੋਇਆ ਹੈਗਾ, ਇਹਨਾਂ ਦੇ ਚੈਪਟਰ ਜਿਹੜਾ ਨਾਂ ਆਉਂਦਾ ਫ੍ਰੈਕਸ਼ਨਲ ਕਿਲੋਵਾਟ ਮੋਟਰਸ। ਫ੍ਰੈਕਸ਼ਨ ਤੋਂ ਕੀ ਭਾਵ ਆ ਰਾਜੇ? ਫ੍ਰੈਕਸ਼ਨ ਤੋਂ ਸਰ ਜਿੱਦਾਂ ਹੀ 0.75 ਲੈਸ ਦੈਨ 1 ਰਾਜੇ, ਲੈਸ ਦੈਨ 1 ਰਾਜੇ, ਹੈ ਨਾ। ਤਾਂ ਲੈਸ ਦੈਨ 1 ਕਿਲੋਵਾਟ, ਲੈਸ ਦੈਨ 1 ਕਿਲੋਵਾਟ ਮਤਲਬ 1000 ਵਾਟ ਤੋਂ ਘੱਟ ਵਾਲੀਆਂ ਮੋਟਰਾਂ। 1000 ਵਾਟ ਤੋਂ ਘੱਟ ਵਾਲੀ ਮੋਟਰ ਚਾਹੇ 500 ਵਾਟ ਦੀ ਹੋਵੇ, ਚਾਹੇ 300 ਵਾਟ ਦੀ ਹੋਵੇ, ਚਾਹੇ 200 ਵਾਟ ਦੀ ਹੋਵੇ, ਚਾਹੇ ਸਿਰਫ 20 ਵਾਟ ਦੀ ਹੋਵੇ, ਚਾਹੇ 2 ਵਾਟ ਦੀ ਹੋਵੇ, ਤਾਂ 1000 ਵਾਟ ਤੋਂ ਘੱਟ ਜਿੰਨੀਆਂ ਵੀ ਮੋਟਰਾਂ ਨੇਗੀਆਂ, ਇਹਨਾਂ ਸਾਰਿਆਂ ਨੂੰ ਅਸੀਂ ਕਿਹੜੀਆਂ ਮੋਟਰਾਂ ਕਹਿੰਦੇ ਆਂਗੇ? ਫ੍ਰੈਕਸ਼ਨਲ ਕਿਲੋਵਾਟ ਮੋਟਰਸ। ਹੁਣ ਓਬਵੀਅਸਲੀ ਜੇ ਰਾਜੀ ਉਹ ਇੰਨਾ ਘੱਟ ਲੋਡ ਚੱਕ ਰਹੀਆਂ ਨੇਗੀਆਂ, ਤਾਂ ਕੋਈ ਇਹ ਥਾਵੇਂ ਲੱਗੀਆਂ ਹੋਈਆਂ ਹੋਣਗੀਆਂ ਜਿੱਥੇ ਲੋਡ ਦੀ ਬਹੁਤੀ ਲੋਡ ਨਹੀਂ ਹੁੰਦੀ ਹੈਗੀ, ਜਿੱਥੇ ਜ਼ਰੂਰਤ ਹੀ ਨਹੀਂ ਹੁੰਦੀ ਹੈਗੀ ਬਹੁਤੇ ਲੋਡ ਦੀ। ਤਾਂ ਓਬਵੀਅਸਲੀ ਬੱਚੇ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਲੋਡ ਦੀ ਲੋੜ ਇੰਨੀ ਹੈਗੀ ਬਹੁਤੀ, ਉਹਨਾਂ ਦੀ ਸਪਲਾਈ ਵੀ ਛੋਟੀ ਹੋਊਗੀ, ਉਹਨਾਂ ਦੇ ਘਰਾਂ ਦੇ ਵਿੱਚ ਆ ਕਿਹੜੀ ਰਹੀ ਹੋਊਗੀ ਸਪਲਾਈ? ਸਿੰਗਲ ਫੇਸ ਆ ਰਹੀ ਹੋਊਗੀ। ਤਾਂ ਉੱਥੇ ਜੇ ਆਪਾਂ 3 ਫੇਸ ਮੋਟਰਾਂ ਲਾਤੀਆਂ ਰਾਜੀ, ਉਹ ਤਾਂ ਚੱਲਣੀ ਹੀ ਨਹੀਂ ਹੈਗੀਆਂ। ਤਾਂ ਇਹ ਫ੍ਰੈਕਸ਼ਨ ਕਿਲੋਵਾਟ ਮੋਟਰਸ ਜ਼ਿਆਦਾਤਰ ਅਸੀਂ ਯੂਜ਼ ਕਰਦੇ ਆਂਗੇ, ਜਿਹੜੇ ਉਹ ਸਾਡਾ ਰਾਜੇ ਡੋਮੈਸਟਿਕ ਯੂਜ਼ ਵਾਸਤੇ ਯੂਜ਼ ਕਰਦੇ ਆਂਗੇ, ਜਾਂ ਫਿਰ ਰਹੀਆਂ ਜਾਂ ਇੰਡਸਟਰੀਆਂ ਜਿਹੜੀਆਂ ਬਹੁਤ ਛੋਟੀਆਂ ਨੇਗੀਆਂ ਉਹਨਾਂ ਵਾਸਤੇ ਅਸੀਂ ਯੂਜ਼ ਕਰਦੇ ਆਂਗੇ ਸਿੰਗਲ ਫੇਸ ਮੋਟਰਾਂ। ਠੀਕ ਹੈ ਜੀ। ਤਾਂ ਸਿੰਗਲ ਫੇਸ ਮੋਟਰਾਂ ਦਾ ਜਿਹੜਾ ਕੰਸਟਰਕਸ਼ਨ ਆ ਗਈ, ਆਪਾਂ ਸਿੰਗਲ ਫੇਸ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿੰਦਾ ਗਾ, ਸਿੰਗਲ ਫੇਸ ਵਾਈਂਡਿੰਗ ਕਦੇ ਵੀ
ਰੋਟੇਟਿੰਗ ਫਲਕਸ ਪੈਦਾ ਨਹੀਂ ਕਰ ਸਕਦੀ, ਰੋਟੇਟਿੰਗ ਫਲਕਸ ਪੈਦਾ ਨਹੀਂ ਕਰ ਸਕਦੀ ਬੱਚੇ, ਯਾਦ ਕਰਨਾ ਹੈਗਾ। ਕਦੇ ਵੀ ਰਾਜੇ ਸਿੰਗਲ ਫੇਸ ਬਾਈਂਡਿੰਗ ਦੇ ਨਾਲ ਜੇ ਇੱਕ ਫੇਸ ਹੋਊਗਾ ਰੋਟੇਟਿੰਗ ਫਲਕਸ ਪੈਦਾ ਨਹੀਂ ਹੁੰਦੀ ਹੈਗੀ। ਕਿਉਂ ਨਹੀਂ ਪੈਦਾ ਹੁੰਦੀ, ਧਿਆਨ ਨਾਲ ਸੁਣਿਓ। ਸਿੰਗਲ ਫੇਸ ਸਾਡਾ ਇੱਦਾਂ ਹੁੰਦਾ ਨਾ, ਆਹ ਪੋਜ਼ਿਟਿਵ ਆਹ ਨੈਗੇਟਿਵ। ਮੰਨ ਲਓ ਸਪੋਜ਼ ਕਰੋ, ਤੁਹਾਨੂੰ ਇਹ ਗੱਲ ਦਾ ਪਤਾ ਹੀ ਆ ਰਾਜੇ ਵੀ ਜੇ ਕੋਈ ਸਾਡੇ ਕੋਈ ਸੋਲੇਨੋਇਡ ਆ ਜੇ ਉਹਦੇ ਵਿੱਚ ਅਸੀਂ ਕਰੰਟ ਇੱਧਰੋਂ ਦਿੰਦੇ ਆਂਗੇ ਇੱਧਰੋਂ, ਤਾਂ ਸਪੋਜ਼ ਕਰੋ ਉਹਦੇ ਨਾਲ ਇੱਥੇ ਨਾਰਥ ਪੋਲ ਬਣਦਾ ਤੇ ਇਹਦੇ ਸਾਊਥ ਪੋਲ ਬਣਦਾ ਨਾ, ਇਸ ਗੱਲ ਨਾਲ ਸਹਿਮਤ ਹੋ ਨਾ। ਤਾਂ ਜੇ ਅਸੀਂ ਪੁੱਠਾ ਕਰ ਦਈਏ ਇੱਧਰਲੇ ਪਾਸੇ ਰਾਜੇ ਅਸੀਂ ਕਰੰਟ ਦੇਣ ਲੱਗੇ ਇੱਧਰੋਂ ਬਾਹਰੇ ਕੱਢੀਏ ਤਾਂ ਟਰਨਾਂ ਦੇ ਵਿੱਚ ਪੁੱਠਾ ਕਰੰਟ ਘੁੰਮਣ ਕਰਕੇ ਇੱਧਰਲੇ ਪਾਸੇ ਨਾਰਥ ਬਣੂ, ਇੱਧਰਲੇ ਪਾਸੇ ਸਾਊਥ ਬਣੂਗਾ ਨਾ। ਠੀਕ ਆ, ਤਾਂ ਹੁੰਦਾ ਕੀ ਆ ਬੱਚੇ, ਜਦੋਂ ਸਾਡੇ ਕੋਲੇ ਪੋਜ਼ਿਟਿਵ ਟਰਮੀਨਲ ਆਉਂਦਾ ਹੈਗਾ, ਪੋਜ਼ਿਟਿਵ ਟਰਮੀਨਲ ਦੇ ਨਾਲ ਜਿੱਧਰਲੇ ਪਾਸੇ ਵੀ ਸਾਡਾ ਫਲਕਸ ਜਾਂ ਤਾਂ ਉਹ ਕਲੌਕਵਾਈਜ਼ ਘੁੰਮੂਗਾ ਜਾਂ ਉਹ ਐਂਟੀ ਕਲੌਕਵਾਈਜ਼ ਘੁੰਮੂਗਾ। ਅਸੀਂ ਕਿਸੇ ਇੱਕ ਡਾਇਰੈਕਸ਼ਨ ਦੇ ਵਿੱਚ ਮੰਨ ਲਓ ਵੀ ਪੋਜ਼ਿਟਿਵ ਡਾਇਰੈਕਸ਼ਨ ਦੇ ਨਾਲ, ਪੋਜ਼ਿਟਿਵ ਦੇ ਨਾਲ ਜਿਹੜਾ ਫਲਕਸ ਹੈਗਾ ਸਟੇਟਰ ਦਾ ਫਲਕਸ ਉਹ ਕਲੌਕਵਾਈਜ਼ ਘੁੰਮਣਾ ਸ਼ੁਰੂ ਹੋ ਗਿਆ। ਹੁਣ ਰੋਟਰ ਨੇ ਸੋਚਿਆ ਵੀ ਜਿਹੜਾ ਫਲਕਸ ਆ ਉਹ ਸਟੇਟਰ ਦਾ ਉਹ ਕਲੌਕਵਾਈਜ਼ ਘੁੰਮਦਾ ਹੈਗਾ, ਵੀ ਮੈਂ ਵੀ ਆਪਣੇ ਅੰਦਰ ਜਿਹੜੇ ਕਰੰਟ ਪੈਦਾ ਕਰਾਂ ਕਿੱਧਰਲੇ ਪਾਸੇ ਨੂੰ ਪੈਦਾ ਕਰਾਂ ਤਾਂ ਕਿ ਮੈਂ ਕਲੌਕਵਾਈਜ਼ ਘੁੰਮ ਸਕਾਂ, ਤਾਂ ਕਿ ਮੇਰੇ ਅੰਦਰ ਜਿਹੜਾ ਪੈਦਾ ਹੋਣ ਵਾਲੀ ਜਿਹੜੀ EMF ਇੰਡਿਊਸ ਉਹ ਮੇਰੀ ਜ਼ੀਰੋ ਹੋ ਜੇ। ਤਾਂ ਜਦੋਂ ਕਿ ਇਹਨੇ ਸੋਚਿਆ, ਰੋਟਰ ਨੇ ਸੋਚਿਆ ਵੀ ਮੈਂ ਵੀ ਆਪਦੇ ਅੰਦਰ ਇੱਕ ਕਰੰਟ ਪੈਦਾ ਕਰਾਂ, ਉਸ ਤੋਂ ਪਹਿਲਾਂ ਹੀ ਆਹ ਟਾਈਮ ਤੋਂ ਬਾਅਦ ਸਾਡੇ ਕੋਲੇ ਜਿਹੜਾ ਕਰੰਟ ਸੀਗਾ ਰਾਜੇ ਉਹ ਪੁੱਠਾ ਹੋਣ ਕਰਕੇ ਐਂਟੀ ਕਲੌਕਵਾਈਜ਼ ਦੇ ਵਿੱਚ ਸਾਡਾ ਫਲਕਸ ਘੁੰਮਣ ਲੱਗ ਗਿਆ। ਹਜੇ ਜਨਰੇਟਰ ਹਜੇ ਮੋਟਰ ਦਾ ਜਿਹੜਾ ਰੋਟਰ ਸੀਗਾ ਉਹਦਾ ਤਿਆਰ ਹੋ ਰਿਹਾ ਸੀਗਾ ਵੀ ਮੈਂ ਕਲੌਕਵਾਈਜ਼ ਦੇ ਵਿੱਚ ਘੁੰਮਾਂ ਅਤੇ ਆਪਣੀ EMF ਇੰਡਿਊਸ ਨੂੰ ਜ਼ੀਰੋ ਕਰਦਾ। ਉਸ ਤੋਂ ਪਹਿਲਾਂ ਹੀ, ਕਿਉਂਕਿ ਰਾਜੇ ਜਿਹੜਾ ਟਾਈਮ ਹੁੰਦਾ ਸਾਡਾ ਉਹ ਕਿੰਨਾ ਹੁੰਦਾ, ਇੰਨਾ ਕੁ ਟਾਈਮ ਕਿੰਨਾ ਹੁੰਦਾ ਰਾਜੇ, 1/100 ਸੈਕਿੰਡ ਹੁੰਦਾ ਨਾ। ਜੇ 50 ਹਰਟਜ਼ ਸਪਲਾਈ ਇੱਥੇ ਤੱਕ 50 ਹੋਏਗਾ, 1/100 ਹੋਏਗਾ ਇੱਥੇ, ਤਾਂ 1 ਸਕਿੰਟ ਦੇ 100ਵੇਂ ਹਿੱਸੇ ਦੇ ਵਿੱਚ ਪਹਿਲੀ ਬਦਲ ਗਿਆ ਰਾਜੇ ਇਹ। ਤਾਂ ਜਦੋਂ ਇਹ ਬਦਲਿਆ, ਜਦੋਂ ਇਹ ਦੇਖਿਆ ਵੀ ਇਹ ਐਂਟੀ ਕਲੌਕਵਾਈਜ਼ ਘੁੰਮ ਰਿਹਾ, ਤਾਂ ਜਦੋਂ ਐਂਟੀ ਕਲੌਕਵਾਈਜ਼ ਹੁਣ ਰਾਜੇ ਫਲਕਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਐਂਟੀ ਕਲੌਕਵਾਈਜ਼ ਆਪਣਾ ਕਰੰਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਰੋਟਰ ਨੇ, ਤਾਂ ਉਹ ਫਿਰ 1/100 ਦੇ 1 ਸੈਕਿੰਡ ਦੇ 100ਵੇਂ ਹਿੱਸੇ ਦੇ ਵਿੱਚ ਰਾਜੇ ਫੇਰ ਬਦਲ ਗਿਆ, ਉਹ ਫਿਰ ਕਲੌਕਵਾਈਜ਼ ਘੁੰਮਣ ਲੱਗ ਗਿਆ। ਤਾਂ ਰੋਟਰ ਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਿੱਧਰਲੇ ਪਾਸੇ ਨੂੰ ਘੁੰਮ ਕੇ ਪੈਦਾ ਕਰਾਂ, ਮੈਂ ਕਲੌਕਵਾਈਜ਼ ਘੁੰਮਾਂ ਕਿ ਮੈਂ ਐਂਟੀ ਕਲੌਕਵਾਈਜ਼ ਘੁੰਮਾਂ, ਮੈਂ ਕਿੱਧਰਲੇ ਪਾਸੇ ਨੂੰ ਆਪਦੇ ਅੰਦਰ ਆਪਦੇ ਜਿਹੜਾ ਉਹ ਹੈਗਾ ਮੈਂ ਕਿੱਧਰਲੇ ਪਾਸੇ ਨੂੰ ਘੁੰਮਾਂ ਜਿਹਦੇ ਕਰਕੇ ਮੇਰੇ ਅੰਦਰ ਪੈਦਾ ਹੋਣ ਵਾਲਾ ਜਿਹੜਾ ਕਰੰਟ ਹੈਗਾ ਉਹ ਜ਼ੀਰੋ ਹੋ ਜੇ। ਇਸ ਚੱਕਰ ਦੇ ਵਿੱਚ ਰਾਜੇ ਸਾਡਾ ਰੋਟਰ ਜਿਹੜਾ ਸਾਡਾ ਕਦੇ ਵੀ ਨਹੀਂ ਘੁੰਮਦਾ ਹੈਗਾ। ਰੋਟੇਟਿੰਗ ਫਲਕਸ ਇੱਥੇ ਕਿਹੜਾ ਹੈਗੀ ਆ, ਇੱਦਾਂ ਚਲੋ ਨਹੀਂ ਵੀ ਪਤਾ ਲੱਗ ਸਕਦਾ, ਜੇ ਤਾਂ ਸਮਝ ਆ ਗਿਆ ਠੀਕ ਹੈ। ਇਹ ਸੀਗਾ ਦੇਸੀ ਤਰੀਕਾ, ਇਹ ਕੋਈ ਬੁੱਕ ਦੇ ਵਿੱਚ ਨਹੀਂ ਰਾਜੇ ਇਹ ਗੱਲ ਕਹੀ ਹੋਈ। ਬੁੱਕਸ ਕੀ ਕਹਿੰਦੀਆਂ ਨੇ, ਬੁੱਕਸ ਕਿਵੇਂ ਸਮਝਾਉਂਦੀਆਂ ਤੁਹਾਨੂੰ, ਉਹ ਬੁੱਕਸ ਦੇ ਹਿਸਾਬ ਨਾਲ ਸਮਝਾਉਣਾ ਹੁਣ ਤੁਹਾਨੂੰ। ਜਿਹੜਾ ਉਹ ਹੈਗੀ ਆ ਬੱਚੇ ਡਬਲ ਕੇਜ ਰਿਵੋਲਵਿੰਗ, ਡਬਲ ਰਿਵੋਲਵਿੰਗ ਥਿਊਰੀ। ਡਬਲ ਰਿਵੋਲਵਿੰਗ ਥਿਊਰੀ, ਡਬਲ ਰਿਵੋਲਵਿੰਗ ਥਿਊਰੀ ਕੀ ਕਹਿੰਦੀ ਹੈਗੀ, ਡਬਲ ਰਿਵੋਲਵਿੰਗ ਥਿਊਰੀ ਰਾਜੇ ਇਹ ਕਹਿੰਦੀ ਹੈਗੀ ਵੀ ਸਾਡੇ ਕੋਲੇ ਸਪੋਜ਼ ਕਰੋ ਜਦੋਂ ਕਦੇ ਵੀ ਪੋਜ਼ਿਟਿਵ ਸਪਲਾਈ ਆਉਂਦੀ ਹੈਗੀ ਤਾਂ ਜਿਹੜਾ ਸਟੇਟਰ ਦੇ ਵਿੱਚ ਫਲਕਸ ਪੈਦਾ ਹੁੰਦਾ ਹੈਗਾ, ਇੰਨੀ ਗੱਲ ਤਾਂ ਉਹ ਕਹਿੰਦੀ ਵੀ ਉਹ ਕਿੱਧਰ ਨੂੰ ਪੈਦਾ ਹੁੰਦਾ ਰਾਜੇ, ਇੱਧਰ ਨੂੰ। ਮੰਨ ਲਓ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਪੈਦਾ ਕਰ ਰਿਹਾ ਹੈਗਾ, ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਸਾਡਾ ਫਲਕਸ ਪੈਦਾ ਹੋ ਰਿਹਾ, ਅਤੇ ਰੋਟਰ ਸਾਡਾ ਕੀ ਆ ਵਿੱਚ ਇਹ ਖੜਾ ਹੈਗਾ। ਇਹ ਜਿਹੜੀ ਸਪਲਾਈ ਹੈਗੀ ਇਹ ਰਾਜੇ ਇਹ ਹੈਗਾ ਗਾ, ਇਹ ਇੱਕ ਰਿਵੋਲਵਿੰਗ ਫੀਲਡ ਹੈਗਾ ਇੱਕ, ਠੀਕ ਹੈ ਜੀ। ਅਤੇ ਜੇ ਆਪਾਂ ਪੂਰੇ ਸਾਈਕਲ ਦੀ ਗੱਲ ਕਰੀਏ, ਪੂਰੇ ਸਾਈਕਲ ਦੇ ਵਿੱਚ ਇੱਕ ਨੈਗੇਟਿਵ ਸਾਈਕਲ ਵੀ ਹੁੰਦਾ ਹੈਗਾ। ਤਾਂ ਜਿਹੜਾ ਨੈਗੇਟਿਵ ਸਾਈਕਲ ਹੈ, ਨੈਗੇਟਿਵ ਸਾਈਕਲ ਦੁਆਰਾ ਜਿਹੜੀ ਪੈਦਾ ਕੀਤੀ ਜਾਏਗੀ ਫਲਕਸ ਉਹ ਕਿੱਧਰ ਨੂੰ ਪੈਦਾ ਕੀਤੀ ਜਾਏਗੀ, ਐਂਟੀ ਕਲੌਕਵਾਈਜ਼ ਪੈਦਾ ਕੀਤੀ ਜਾਏਗੀ, ਇਹ ਵੀ ਸਾਨੂੰ ਪਤਾ ਹੈਗਾ। ਤਾਂ ਹੁਣ ਜਿਹੜਾ ਇਹਦੇ ਵਿੱਚ ਆਪਾਂ ਕੀ ਕਹਿੰਦੇ ਹੈਗੇ ਬੱਚੇ ਵੀ ਜੇ ਮੈਂ ਕਹਾਂ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਪੈਦਾ ਹੋਈ ਫਲਕਸ ਅਤੇ ਐਂਟੀ ਕਲੌਕਵਾਈਜ਼ ਦੇ ਵਿੱਚ ਪੈਦਾ ਹੋਈ ਫਲਕਸ ਦਾ ਦੋਨਾਂ ਦਾ ਆਪਸ ਦੇ ਵਿੱਚ ਕਿੰਨਾ ਡਿਫਰੈਂਸ ਹੋਏਗਾ ਰਾਜੇ, ਦੱਸ ਸਕਦੇ ਹੋਗੇ? ਨਹੀਂ ਜੀ, ਕਿੰਨਾ ਫਰਕ ਹੋਏਗਾ ਰਾਜੇ? ਦੇਖੋ ਮੇਰੀ ਗੱਲ ਸੁਣਿਓ, ਮੇਰੀ ਗੱਲ ਧਿਆਨ ਨਾਲ ਸੁਣੋ। ਫਰੀਕੁਐਂਸੀ ਹੈਗੀ ਹੈ ਸਾਡੀ, ਇੱਕ ਮਿੰਟ ਯਾਰ ਮੈਂ ਪੈਨ ਥੋੜ੍ਹਾ ਜਿਹਾ ਮੋਟਾ ਕਰ, ਫਰੀਕੁਐਂਸੀ ਜਿਹੜੀ ਸਾਡੀ ਉਹ ਹੈਗੀ 50 ਹਰਟਸ, ਠੀਕ ਹੈ।
ਸਾਡੇ ਪੋਲ ਹੈਗੇ ਜਿਹੜੇ ਨੰਬਰ ਆਫ ਪੋਲ ਉਹ ਹੈਗੇ 4। ਓਕੇ ਜੀ। ਤਾਂ ਜੇ ਮੈਂ ਇੱਕ ਸਪਲਾਈ ਦਿੱਤੀ ਹੈਗੀ ਜਿਹਦੇ ਕੀ ਅੰਦਰ ਇਦਾਂ ਦੇ ਕਿੰਨੇ ਕੁੱਲ ਸਾਈਕਲ ਕਿੰਨੇ ਬਣਨਗੇ ਰਾਜੇ? ਕੁੱਲ ਸਾਈਕਲ ਦੱਸ ਦਿਓ ਮੈਨੂੰ 1 ਸੈਕਿੰਡ ਦੇ ਵਿੱਚ। ਹਾਂਜੀ ਕਿੰਨੇ ਬਣਨਗੇ ਸਾਈਕਲ? 50 ਸਰ। ਬਿਲਕੁਲ 50 ਸਾਈਕਲ ਬਣਨਗੇ ਹੈ ਨਾ। ਤੇ ਉਹਦੇ ਵਿੱਚੋਂ 50 ਦੇ ਵਿੱਚੋਂ ਰਾਜੇ 50 ਤਾਂ ਬਣਨਗੇ ਪੋਜ਼ਿਟਿਵ ਹਾਫ ਸਾਈਕਲ ਤੇ 50 ਬਣਨਗੇ ਬੱਚੇ ਨੈਗੇਟਿਵ ਹਾਫ ਸਾਈਕਲ। ਜੇ ਆਪਾਂ ਅੱਧੇ ਅੱਧੇ ਦੀ ਗੱਲ ਕਰੀਏ ਤਾਂ 50 ਪੋਜ਼ਿਟਿਵ ਹਾਫ ਸਾਈਕਲ ਆ, 50 ਨੈਗੇਟਿਵ ਹਾਫ ਸਾਈਕਲ ਆ। ਤਾਂ ਜੇ ਪੋਜ਼ਿਟਿਵ ਸਾਈਕਲ ਦੁਬਾਰਾ ਅਸੀਂ 120 F/P ਦੀ ਗੱਲ ਕਰੀਏ, 120 F/P ਦੀ ਗੱਲ ਕਰੀਏ ਤਾਂ ਸਾਡੇ ਕੋਲ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਸਪੀਡ ਕਿੰਨੀ ਆਊਗੀ ਸਾਡੀ? 1500 RPM। ਤੇ ਐਂਟੀ ਕਲੌਕਵਾਈਜ਼ ਦੇ ਵਿੱਚ ਸਾਡੀ 120 F/P 120 F/P। ਤਾਂ ਇਹਦੇ ਵਿੱਚ ਵੀ ਸਾਡੇ ਕੋਲ ਕਿੰਨੀ ਆਊਗੀ? 1500 ਆਊਗੀ ਨਾ। ਇਹਦਾ ਮਤਲਬ ਜਿਹੜੀ ਸਾਡੀ ਟੋਟਲ ਫਲਕਸ ਸੀਗੀ ਉਹ 2 ਹਿੱਸਿਆਂ ਦੇ ਵਿੱਚ ਵੰਡੀ ਗਈ, ਇੱਕ 5/2 ਇੱਧਰ, ਇੱਕ 5/2 ਇੱਧਰ। ਸਾਡੀ ਫਲਕਸ 2 ਹਿੱਸੇ 'ਚ ਵੰਡ ਗਈ। ਇੱਕ ਤਾਂ ਸਿਰਫ ਪੈਦਾ ਕੀਤੀ ਹੈ ਕਿਹਨੇ? ਪੋਜ਼ਿਟਿਵ ਹਾਫ ਸਾਈਕਲ ਨੇ। ਦੂਜੀ ਪੈਦਾ ਕਿਹਨੇ ਕੀਤੀ ਹੈਗੀ? ਨੈਗੇਟਿਵ ਹਾਫ ਸਾਈਕਲ ਨੇ। ਇਹਦਾ ਮਤਲਬ ਟੋਟਲ ਫਲਕਸ ਦਾ ਅੱਧਾ ਫਲਕਸ ਆ ਜਿਹੜਾ ਸਾਡਾ ਉਹ ਕਲੌਕਵਾਈਜ਼ ਘੁੰਮ ਰਿਹਾ ਹੈਗਾ, ਦੂਜਾ ਬੱਚੇ ਜਿਹੜਾ ਅੱਧਾ ਹੈਗਾ ਸਾਡਾ ਉਹ ਐਂਟੀ ਕਲੌਕਵਾਈਜ਼ ਘੁੰਮ ਰਿਹਾ। ਇਹਦਾ ਮਤਲਬ ਫਲਕਸ ਸਾਡੀ ਅੱਧੀ ਅੱਧੀ ਵੰਡੀ ਗਈ। ਅੱਧੀ ਫਲਕਸ ਸਾਡੀ ਕਲੌਕਵਾਈਜ਼ ਆ ਗਈ, ਅੱਧੀ ਫਲਕਸ ਸਾਡੀ ਐਂਟੀ ਕਲੌਕਵਾਈਜ਼ ਆ। ਠੀਕ ਹੈ ਜੀ। ਇਹ ਕਿਹੜੀ ਫਲਕਸ ਆ ਗਈ? ਇਹ ਮੈਕਸਿਮਮ ਫਲਕਸ ਦਾ ਅੱਧਾ ਹਿੱਸਾ ਹੈਗਾ। ਇੰਨੀ ਗੱਲ ਕਲੀਅਰ ਹੋ ਗਈ ਰਾਜੇ। ਹੁਣ ਜੇ ਆਪਾਂ ਇਹ ਗੱਲ ਦੇਖੀਏ ਵੀ ਜਿਹੜੀ ਆਹ ਫਲਕਸ ਕਲੌਕਵਾਈਜ਼ 1500 ਘੁੰਮ ਰਹੀ ਹੈਗੀ ਤੇ ਆਹ ਫਲਕਸ 1500 ਮਾਈਨਸ ਦੇ ਵਿੱਚ ਘੁੰਮ ਰਹੀ ਹੈਗੀ, ਜੇ ਇਹਨਾਂ ਦੋਨਾਂ ਫਲਕਸ ਦੀ ਅਸੀਂ ਸਲਿੱਪ ਕੱਢਣੀ ਹੋਵੇ ਬੱਚੇ ਤਾਂ ਆਪਾਂ ਕਹਿੰਦੇ ਹੁੰਦੇ NS ਮਾਈਨਸ NR ਡਿਵਾਈਡ ਬਾਏ NS। ਤਾਂ ਸਿੰਕਰੋਨਸ ਸਪੀਡ ਹੈਗੀ ਆ 1500 ਮਾਈਨਸ ਆਹ ਰਾਜੇ ਸਾਡਾ ਪੁੱਠੇ ਪਾਸੇ ਘੁੰਮ ਰਿਹਾ ਤਾਂ ਮਾਈਨਸ ਇੱਥੇ 1500 ਆਏਗਾ ਨਾ। ਦੂਜੀ ਫਲਕਸ ਹੇਠਲੇ ਪਾਸੇ 1500 ਹੀ ਆਏਗਾ। ਤਾਂ ਪਲੱਸ ਕਿੰਨਾ ਹੋ ਗਿਆ ਰਾਜੇ? 3000 ਹੋ ਗਿਆ ਨਾ ਡਿਵਾਈਡ ਬਾਈ 1500। ਤਾਂ ਸਲਿੱਪ ਸਾਡੀ ਕਿੰਨੀ ਬਣਦੀ ਪਈ ਹੈਗੀ? 2। ਇਹਦਾ ਮਤਲਬ ਕੀ ਹੈ ਰਾਜੇ? ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਘੁੰਮਣ ਵਾਲਾ ਜਿਹੜਾ ਫਲਕਸ ਹੈਗਾ, ਜੇ ਆਪਾਂ ਉਹਦਾ ਜਿਹੜੀ ਵੈਲਿਊ ਦੇਖੀਏ ਵੀ ਐਂਟੀ ਕਲੌਕਵਾਈਜ਼ ਘੁੰਮਣ ਵਾਲੇ ਫਲਕਸ ਦੇ ਨਾਲ ਟੋਟਲ ਫਰਕ ਕਿੰਨਾ ਹੈਗਾ ਰਾਜੇ? ਕਿੰਨੀ ਸਲਿੱਪ ਦਾ ਫਰਕ ਹੈਗਾ? ਉਸ ਕਿੰਨੀ ਸਲਿੱਪ ਦਾ ਫਰਕ ਆ? 2 ਸਲਿੱਪ ਦਾ ਫਰਕ ਆ। 1 ਸਲਿੱਪ ਦਾ ਫਰਕ ਦਾ ਕੀ ਮਤਲਬ ਹੁੰਦਾ ਹੈਗਾ? ਵੀ ਕਿਸੇ 2 ਚੀਜ਼ਾਂ ਦੇ ਵਿਚਕਾਰ ਜਿਹੜੀ ਆਪਸ ਦੇ ਵਿੱਚ ਜਿਹੜਾ ਫਰਕ ਹੈਗਾ ਸਪੀਡ ਦਾ, ਉਹ ਇੱਕ ਸਿੰਕਰੋਨਸ ਸਪੀਡ ਦਾ ਫਰਕ ਹੈ। ਇੱਕ ਸਿੰਕਰੋਨਸ ਸਪੀਡ ਦਾ, ਜਿਵੇਂ ਕਿ ਆਪਣੇ ਨਾਰਮਲ ਹਰੇਕ ਮੋਟਰ ਦੇ ਵਿੱਚ ਹੁੰਦਾ ਹੈਗਾ ਵੀ ਰੋਟਰ ਸਾਡਾ ਖੜਾ ਹੈਗਾ, ਸਟੇਟਰ ਸਾਡਾ ਸਿੰਕਰੋਨਸ ਸਪੀਡ ਦੇ ਉੱਪਰ ਚੱਲਦਾ ਪਿਆ ਹੈਗਾ, ਸਟੇਟਰ ਦਾ ਫਲਕਸ ਸਿੰਕਰੋਨਸ ਸਪੀਡ ਤੇ ਘੁੰਮਦਾ ਪਿਆ ਤੇ ਦੋਨਾਂ ਦੇ ਵਿੱਚ ਫਰਕ ਕਿੰਨਾ ਹੁੰਦਾ? ਇੱਕ ਚੀਜ਼ 0 ਤੇ ਇੱਕ ਸਿੰਕਰੋਨਸ ਸਪੀਡ ਤੇ। ਟੋਟਲ ਫਰਕ ਕਿੰਨਾ ਹੋਊਗਾ? ਸਿੰਕਰੋਨਸ ਸਪੀਡ ਦਾ ਹੋਊਗਾ। ਠੀਕ ਹੈ। ਤੇ ਜੇ ਬਾਈ ਚਾਂਸ ਅਸੀਂ ਰੋਟਰ ਨੂੰ ਵੀ ਆਪਾਂ ਸਿੰਕਰੋਨਸ ਸਪੀਡ ਦੇ ਪੁੱਠੇ ਪਾਸੇ ਨੂੰ ਘੁਮਾ ਦਾਂਗੇ ਤਾਂ ਫਿਰ ਕਿੰਨੀਆਂ ਸਿੰਕਰੋਨਸ ਸਪੀਡ ਦਾ ਫਰਕ ਹੋਊਗਾ? 2 ਸਿੰਕਰੋਨਸ ਸਪੀਡ ਦਾ ਫਰਕ ਹੋਊਗਾ। ਤਾਂ ਇੱਥੇ ਸਲਿੱਪ ਕਿੰਨੀ ਆਊਗੀ ਬੱਚੇ? 2 ਆਊਗੀ। ਇੰਨੀ ਗੱਲ ਪਤਾ ਲੱਗ ਗਈ ਰਾਜੇ? ਇਹ ਗੱਲ ਦੱਸੋ ਮੈਨੂੰ। ਤਾਂ ਇਹਨੂੰ ਦੇਖੋ ਰਾਜੇ, ਇਹਨੂੰ ਫਿਰ ਆਪਾਂ ਕਿਵੇਂ ਕਰਾਂਗੇ? ਜੇ ਆਪਾਂ ਦੇਖਣਾ ਹੋਵੇ ਫਿਰ ਇਸ ਤੋਂ ਬਾਅਦ ਜੇ ਆਪਾਂ ਦੋਨਾਂ ਦੇ ਰਾਜੇ ਸਿੰਗਲ ਫੇਸ ਮੋਟਰ ਦੁਆਰਾ ਦੇਖਣਾ ਹੋਵੇ ਜਿਹੜੀ ਟਾਰਕ ਪੈਦਾ ਹੁੰਦੀ ਆ ਉਹ ਕਿਵੇਂ ਦੀ ਟਾਰਕ ਪੈਦਾ ਹੁੰਦੀ ਆ, ਉਹਦਾ ਗ੍ਰਾਫ ਬਣਾਉਣੇ ਹੈਗੇ ਆਪਾਂ। ਹੁਣ ਸਾਡਾ ਗ੍ਰਾਫ ਪਤਾ ਕਿੱਥੋਂ ਕਿੱਥੇ ਤੱਕ ਬਣੂਗਾ? ਹੁਣ ਸਾਡਾ ਗ੍ਰਾਫ ਰਾਜੇ 0 ਤੋਂ 1 ਤੱਕ ਨਹੀਂ ਬਣੂਗਾ। ਹੁਣ ਸਾਡੇ ਸਲਿੱਪ ਸਾਡੀ ਕਿੰਨੀ ਆ ਗਈ? ਇੱਥੇ 2 ਆ ਗਈ। ਇਹਦਾ ਮਤਲਬ ਜਿਹੜੇ 2 ਗ੍ਰਾਫ ਆ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਟੋਟਲ ਜਿਹੜਾ ਡਿਫਰੈਂਸ ਹੋਊਗਾ ਉਹ ਕਿੰਨੇ ਦਾ ਹੋਊਗਾ? ਉਹ 2 ਦਾ ਹੋਊ, ਸਲਿੱਪ 2 ਦਾ। ਤਾਂ ਇੱਥੇ ਸਲਿੱਪ ਹੈਗੀ ਆ 1, ਇੱਥੇ ਸਲਿੱਪ ਹੈਗੀ ਆ 0, ਇੱਥੇ ਸਲਿੱਪ ਮੰਨ ਲਓ ਬੱਚੇ 2। ਸਰ ਜਿਹੜੀ ਆਪਾਂ ਰੋਟਰ ਦੀ ਉਹ ਮੰਨੀ ਹੈ ਜੀ, ਇਹਦੇ ਵਿੱਚ ਸਪੀਡ ਜੀ NR। ਹਾਂਜੀ, ਰੋਟਰ ਦੀ ਨਹੀਂ ਮੰਨੀ ਰਾਜੇ ਵੈਸੇ ਇਹ। ਅਸੀਂ ਕਹਿ ਰਹੇ ਹਾਂਜੀ ਸਰ, ਉਹੀ ਹਾਂ ਨਾ। ਹਾਂ ਇੱਥੇ ਰਾਜੇ ਰੋਟਰ ਦੀ ਤਾਂ ਹਜੇ ਗੱਲ ਹੀ ਨਹੀਂ ਹੋਈ ਹੈਗੀ। ਇਹਦੇ ਵਿੱਚ ਅਸੀਂ ਕੀ ਮੰਨਿਆ ਹੈਗਾ? ਇਹਨੂੰ ਰੋਟਰ ਨਾ ਮੰਨ ਕੇ ਇਹਨੂੰ ਐਂ ਕਹਿ ਲਓ ਵੀ ਆਹ ਹੈਗੀ ਆ ਸਾਡੀ N1 ਕਲੌਕਵਾਈਜ਼, NC ਆ ਇਹ N ਕਲੌਕਵਾਈਜ਼ ਵਾਲੀ ਆ, ਆਹ N ਜਿਹੜੀ ਸਪੀਡ ਹੈਗੀ ਇਹ ਐਂਟੀ ਕਲੌਕਵਾਈਜ਼ ਵਾਲੀ NA ਹੈਗੀ ਇਹ। ਆਹ ਕਲੌਕਵਾਈਜ਼ ਵਾਲੀ ਆਪਾਂ ਇਹ ਕਹਿ ਸਕਦੇ ਆ ਵੀ ਸੇਮ ਫਲਕਸ ਦੇ ਵਿੱਚ ਆਪਾਂ ਸਲਿੱਪ ਕੱਢੀਏ ਕਿੰਨੀ ਹੈਗੀ
ਜਿਹੜੀ ਆਪਾਂ ਸਪਲਾਈ ਦਿੱਤੀ ਹੈ ਆਪਾਂ ਜੀ ਇੱਕ ਸਪਲਾਈ ਦਿੱਤੀ ਹੈਗੀ। ਇੱਕ ਸਪਲਾਈ ਦੇ ਵਿੱਚ ਸਾਡੇ ਕੋਲੇ ਦੋ ਡਾਇਰੈਕਸ਼ਨਾਂ ਨੇਗੀਆਂ, ਇੱਕ ਪੋਜ਼ਿਟਿਵ ਹੈ ਇੱਕ ਨੈਗੇਟਿਵ ਆ। ਤਾਂ ਉਹਨਾਂ ਪੋਜ਼ਿਟਿਵ ਤੇ ਨੈਗੇਟਿਵ ਦੋਨਾਂ ਦੁਆਰਾ ਪੈਦਾ ਕੀਤੀ ਗਈ ਜਿਹੜੀ ਫਲਕਸ ਜਿਹੜੀ ਆਪਸ ਦੇ ਵਿੱਚ ਪੁੱਠੀ ਘੁੰਮ ਰਹੀ ਆ, ਉਹਨਾਂ ਵਿੱਚ ਆਪਸ ਦੇ ਵਿੱਚ ਇੱਕ ਰਿਲੇਸ਼ਨ ਕੱਢਿਆ ਗਿਆ ਸੀ। ਮੰਨ ਲਓ ਜੀ ਇੱਕ ਬੱਸ ਆ ਜਿਹੜੀ ਸਾਡੀ 80 ਦੀ ਸਪੀਡ ਤੇ ਜਾਂਦੀ ਆ, ਇੱਕ ਦੂਜੀ ਬੱਸ ਉਹਦੇ ਨਾਲ ਹੋਰ ਜਾ ਰਹੀ ਹੈਗੀ ਸੇਮ ਸਪੀਡ ਦੇ ਉੱਪਰ, ਸੇਮ ਡਾਇਰੈਕਸ਼ਨ ਦੇ ਵਿੱਚ। ਤਾਂ ਰਿਲੇਟਿਵ ਸਪੀਡ ਕਿੰਨੀ ਹੋਊਗੀ, ਸਲਿੱਪ ਕਿੰਨੀ ਹੋਊਗੀ, ਰਿਲੇਟਿਵ ਸਪੀਡ ਕਿੰਨੀ ਹੋਊ ਦੋਨਾਂ 'ਚ? 0 ਹੋਊਗੀ, ਕੋਈ ਦਿੱਕਤ ਨਹੀਂ ਹੈਗੀ। ਤੇ ਜੇ ਬਾਈ ਚਾਂਸ ਬੱਚੇ ਇਹੀ ਸਾਡੇ ਕੋਲੇ ਇੱਕ ਬੱਸ ਸਾਡੇ ਅੱਗੇ ਨੂੰ ਜਾ ਰਹੀ ਹੈ, ਇੱਕ ਬੱਸ ਸਾਹਮਣੇ ਆ ਰਹੀ ਹੈਗੀ, ਦੋਨਾਂ ਦੀ ਸਪੀਡ 80 ਹੋਵੇ, ਤਾਂ ਉਸ ਵੇਲੇ ਉਹਨਾਂ ਦੇ ਵਿੱਚ ਜਿਹੜੀ ਰਿਲੇਟਿਵ ਸਪੀਡ ਹੋਊਗੀ ਰਾਜੇ, ਜਿਹੜੇ ਸਵਾਰੀ ਕਿੰਨਾ ਹੋਊਗੀ ਰਾਜੇ? 160 ਹੋਊਗੀ ਨਾ? 160 ਹੋਊਗੀ, ਬਿਲਕੁਲ ਦੁੱਗਣੀ ਹੋ ਜੂਗੀ ਬੱਚੇ। ਤਾਂ ਹੁਣ ਤੁਸੀਂ ਇਹ ਗੱਲ ਨੂੰ ਵੀ ਦੁੱਗਣੀ ਦਾ ਮਤਲਬ 2 ਗੁਣਾ ਹੈ ਨਾ, 2। ਤਾਂ ਇਸ ਗੱਲ ਨੂੰ ਵੀ ਤੁਸੀਂ ਸਮਝੋ ਬੱਚੇ, ਇਸ ਗੱਲ ਨੂੰ ਵੀ ਇੱਕ ਚੀਜ਼ ਕਲੌਕਵਾਈਜ਼ ਘੁੰਮ ਰਹੀ ਹੈ, ਇੱਕ ਚੀਜ਼ ਹੁਣ ਪਹਿਲਾਂ ਰੋਟਰ ਸਾਡਾ ਖੜਾ ਹੁੰਦਾ ਸੀਗਾ, ਜੇ ਇੱਕ ਫਲਕਸ ਜੇ ਖੜੀ ਹੁੰਦੀ ਤਾਂ ਕੋਈ ਦਿੱਕਤ ਨਹੀਂ, ਪਰ ਦੂਜੀ ਫਲਕਸ ਰਾਜੇ ਐਂਟੀ ਕਲੌਕਵਾਈਜ਼ ਘੁੰਮ ਰਹੀ ਹੈ ਸੇਮ ਸਪੀਡ ਦੇ ਉੱਪਰ। ਟੋਟਲ ਜਿਹੜਾ ਦੋਨਾਂ ਦਾ ਜਿਹੜਾ ਸਪੀਡ ਦਾ ਫਰਕ ਹੈ ਰਾਜੇ ਕਿੰਨਾ ਗਾ? ਸਲਿੱਪ 2 ਹੈਗਾ ਉਹ। ਓਕੇ ਜੀ। ਹਾਂਜੀ ਬੋਲੋ ਬੱਚੇ, ਉਹ ਠੀਕ ਹੈ ਕਿ ਨਹੀਂ? ਹਾਂਜੀ ਸਰ ਠੀਕ ਹੈ ਜੀ। ਹਾਂਜੀ ਸਰ। ਤਾਂ ਇੱਥੇ ਆਪਾਂ 3 ਪੁਆਇੰਟ ਲੈ ਲਿਆ ਜੀ, ਇੱਕ ਅਸੀਂ 1 ਪੁਆਇੰਟ ਲੈ ਲਿਆ ਵੀ ਇੱਥੇ 1 ਹੈਗਾ, ਇੱਥੇ 0 ਹੈ, ਇੱਥੇ 1, ਇਹ 2 ਆ। ਆਪਾਂ ਇੱਕ ਬਣਾਵਾਂਗੇ ਫਲਕਸ ਕਲੌਕਵਾਈਜ਼, ਇੱਕ ਬਣਾਵਾਂਗੇ ਆਪਾਂ ਫਲਕਸ ਐਂਟੀ ਕਲੌਕਵਾਈਜ਼। ਤਾਂ ਫੀਲਡ ਡਿਵੈਲਪਡ ਬਾਏ ਫੀਲਡ -1 ਦੁਆਰਾ ਪੈਦਾ ਕੀਤੀ ਗਈ ਫਲਕਸ ਇੱਕ ਦੂਜੇ ਦੁਆਰਾ। ਤਾਂ ਅਸੀਂ ਇੱਦਾਂ ਦੀ ਕੋਈ ਵੀ ਗਰਾਫ ਬਣਾ ਲਓ ਜੀ, ਜਦੋਂ 0 ਦੇ ਉੱਪਰ ਹੋਏਗਾ, 1 ਦੇ ਵਿੱਚ ਬਣਾਵਾਂਗੇ ਅਸੀਂ, ਸਾਡੇ ਕੋਲੇ ਇੱਦਾਂ ਦਾ ਗਰਾਫ ਬਣੂਗਾ। ਇਹ ਰਿਜ਼ਲਟੈਂਟ ਦੇਖੋ 1 ਮਿੰਟ, ਆ 0 ਤੇ ਆ 1 ਤੇ, ਠੀਕ ਹੈ। ਤਾਂ ਟਾਰਕ ਪ੍ਰੋਡਿਊਸ ਜਿਹੜੀ ਹੋਊਗੀ ਸਾਡੀ, ਉਹ ਇੱਦਾਂ ਦੀ ਹੋਊਗੀ ਬੱਚੇ ਉਹ। ਠੀਕ ਹੈ ਜੀ। ਤੇ ਇਹ ਜਿਹਦੇ ਵਾਸਤੇ ਆ 2 ਆ, ਜੇ ਉੱਪਰਲਾ ਸਲਿੱਪ ਆ, ਇਹਦੇ ਵਾਸਤੇ ਰਾਜੇ ਇਹਦਾ ਪੁੱਠਾ ਗਾ, ਵੀ ਜੇ ਆਹ ਸਪੀਡ 2 ਆ, ਇਹਦੇ 2 ਇੱਧਰ ਹੋਏਗਾ। ਲਓ ਜੀ, ਤੁਹਾਡੇ ਕੋਲੇ ਆਹ ਟਾਰਕ ਆ, ਜਿਹੜਾ ਆਹ ਟਾਰਕ ਹੈਗੀ, ਇਹ ਕੀਤੀ ਹੈ ਮੰਨ ਲਓ ਪੋਜ਼ਿਟਿਵ ਹਾਫ ਸਾਈਕਲ ਦੁਆਰਾ ਪੈਦਾ ਕੀਤੀ ਗਈ ਟਾਰਕ, ਆ ਕੀਤੀ ਗਈ ਹੈ ਨੈਗੇਟਿਵ ਹਾਫ ਸਾਈਕਲ ਦੁਆਰਾ ਪੈਦਾ ਕੀਤੀ। ਤੈਨੂੰ ਕਹਿੰਦੇ ਵੀ ਡਬਲ ਫੀਲਡ ਰਿਵੋਲਵ ਕਰ ਰਿਹਾ, ਜੇ ਡਬਲ ਫੀਲਡ ਆ ਜਿਹੜਾ ਉਹ ਰਿਵੋਲਵ ਕਰ ਰਿਹਾ ਹੈਗਾ, ਡਬਲ ਫੀਲਡ ਰਿਵੋਲਵਿੰਗ ਹੋ ਰਹੀ ਹੈਗੀ। ਠੀਕ ਹੋ ਗਈ ਜੀ ਗੱਲ ਇਹ। ਤੇ ਇਹਨਾਂ ਦੋਨਾਂ ਦਾ ਹੁਣ ਰਾਜੇ ਅਸੀਂ ਉਹ ਕੱਢਣਾ ਗਾ, ਇਹਨਾਂ ਦੋਨਾਂ ਦੇ ਵਿੱਚ ਅਸੀਂ ਕੱਢਣੀ ਆ ਰਾਜੇ ਇਹਨਾਂ ਦੀ ਰਿਜ਼ਲਟੈਂਟ ਟਾਰਕ ਇਹਨਾਂ ਦੋਨਾਂ ਦੀ ਕੱਢਣੀ ਆ, ਵੀ ਇਹਦੇ ਵਿੱਚੋਂ ਆਹ ਹਰ ਪੁਆਇੰਟ ਦੇ ਉੱਪਰ, ਵੀ ਉੱਪਰ ਨੂੰ ਇਹ ਇੰਨੀ ਆ ਪੋਜ਼ਿਟਿਵ ਵੇਟ ਆ, ਇੰਨੀ ਕੁ ਹੈਗੀ, ਇੰਨੀ ਦੇ ਵਿੱਚੋਂ ਇੰਨੀ ਘੱਟ ਜੂਗੀ, ਸਾਡੇ ਕੋਲ ਕਿੰਨੀ ਕੁ ਰਹਿ ਜੂ, ਇੰਨੀ ਕੁ ਰਹਿ ਜੂਗੀ। ਇਹਦੇ ਵਿੱਚ ਇੰਨੀ ਦੇ ਵਿੱਚੋਂ ਇੰਨਾ ਘਟਾਵਾਂਗੇ, ਆਹ ਜਦੋਂ ਆਹ ਪੁਆਇੰਟ ਇੰਨੇ ਵਿੱਚੋਂ ਘਟਾਵਾਂਗੇ ਤਾਂ ਇੰਨੀ ਕੁ ਤਾਂ ਪਿੱਛੇ ਰਹਿ ਜਾਊਗੀ ਨਾ ਟਾਰਕ। ਤਾਂ ਇੱਦਾਂ ਆਪਾਂ ਇਹਨਾਂ ਦੀ ਇੱਕ ਰਿਜ਼ਲਟੈਂਟ ਟਾਰਕ ਕੱਢਣੀ ਹੈਗੀ, ਉਹ ਦੇਖੋ ਕਿਵੇਂ ਕੱਢਾਂਗੇ ਆਪਾਂ। ਉਹਦਾ ਇੱਕ ਗਰਾਫ ਬਣਾਉਣੇ ਹੈਗੇ, ਦੇਖੋ ਕਿਵੇਂ ਬਣੂਗਾ। ਦੇਖੋ ਬੱਚੇ, ਉਹ ਜਿਹੜਾ ਗਰਾਫ ਬਣੂਗਾ ਉਹ ਇੱਦਾਂ ਚੱਲੂਗਾ, ਜਿਹੜਾ ਉੱਪਰੋਂ ਘੱਟ ਆ ਇਹਦੇ ਕਰਕੇ ਘੱਟ ਆ ਬੱਚੇ ਉਹ। ਆਹ ਗਰਾਫ ਬਣੂਗਾ ਜੀ, ਇਹ ਸਾਡਾ ਹੈਗਾ ਜਿਹੜਾ ਇਹ ਰਿਜ਼ਲਟੈਂਟ ਟਾਰਕ ਆ ਬੱਚੇ, ਦੋਨੇ ਫੀਲਡਾਂ ਦੁਆਰਾ ਪੈਦਾ ਕੀਤੀ ਗਈ ਰਿਜ਼ਲਟੈਂਟ ਟਾਰਕ ਹੈਗੀ। ਤਾਂ ਰਿਜ਼ਲਟੈਂਟ ਇਹਦਾ ਮਤਲਬ ਇੱਥੋਂ ਪਤਾ ਕੀ ਲੱਗ ਰਿਹਾ ਰਾਜੇ, ਵੀ ਜਦੋਂ ਵੀ ਸਲਿੱਪ ਸਾਡੀ 1 ਹੋਊਗੀ, ਉਸ ਵੇਲੇ ਜਿਹੜੀ ਸਾਡੀ ਰਿਜ਼ਲਟੈਂਟ ਟਾਰਕ ਹੈਗੀ ਉਹ T = ਕੀ ਹੈਗੀ? 0 ਹੈਗੀ। ਤੇ ਜੇ ਕਿਸੇ ਤਰੀਕੇ ਨਾਲ ਰਾਜੇ ਆਪਾਂ ਮੋਟਰ ਨੂੰ ਲਿਆ ਕੇ ਇੱਥੇ ਖੜਾ ਕਰ ਦਈਏ, ਮਤਲਬ ਰੋਟਰ ਨੂੰ ਆਪਾਂ ਆਹ ਫਲਕਸ ਦੇ ਹਿਸਾਬ ਨਾਲ ਚਲਾ ਦਈਏ ਇੱਧਰ ਨੂੰ ਥੋੜ੍ਹਾ ਜਿਹਾ, ਤਾਂ ਇੱਥੇ ਵੀ ਰਾਜੇ ਕੋਈ ਨਾ ਕੋਈ ਟਾਰਕ ਹੈ। ਆਹ ਦੇਖੋ ਇੱਥੇ ਇੰਨੀ ਕੁ ਤਾਂ ਹੈਗੀ ਹੈ ਨਾ ਟਾਰਕ, ਇੱਥੇ ਵੀ ਕੋਈ ਨਾ ਕੋਈ।
ਠੀਕ ਹੈ। ਤੇ ਜੇ ਆਪਾਂ ਬੱਚੇ ਇੱਧਰਲੇ ਪਾਸੇ ਲੈ ਕੇ ਵੀ ਖੜਾ ਦਈਏ ਤਾਂ ਵੀ ਇੱਥੇ ਕੋਈ ਨਾ ਕੋਈ ਟਾਰਕ ਹੈਗੀ ਇੰਨੀ। ਤਾਂ ਕਹਿਣ ਤੋਂ ਭਾਵ ਕੀ ਆ ਬੱਚੇ ਵੀ ਇੱਕ ਸਿੰਗਲ ਫੇਸ ਦੁਬਾਰਾ ਪੈਦਾ ਕੀਤੀ ਗਈ ਜਿਹੜੀ ਰਿਜ਼ਲਟੈਂਟ ਟਾਰਕ ਹੁੰਦੀ ਹੈਗੀ ਉਹਦੀ ਵੈਲਿਊ ਆ ਜਿਹੜੀ ਟਾਰਕ ਜਿਹੜੀ ਹੁੰਦੀ ਹੈ ਟਾਰਕ ਦੀ ਵੈਲਿਊ ਆ ਜਿਹੜੀ ਉਹ ਸਲਿੱਪ 1 ਵਾਸਤੇ ਜਿਹੜੀ ਟਾਰਕ ਹੈਗੀ ਉਹ ਕਿੰਨੀ ਹੋਏਗੀ ਟਾਰਕ ਇਜ਼ ਇਕੁਅਲ ਟੂ 0 ਹੋਏਗੀ ਬੱਚੇ। ਉਹ ਸਿਰਫ ਸਲਿੱਪ 1 ਦੇ ਉੱਪਰ ਟਾਰਕ 0 ਆ, ਬਾਕੀ ਹਰ ਪੁਆਇੰਟ ਦੇ ਉੱਪਰ ਕੋਈ ਨਾ ਕੋਈ ਦੇਖੋ ਹਰ 0 ਤੋਂ ਆਪਾਂ 1 ਵੱਲ ਜਾ ਰਹੇ ਹਾਂਗੇ ਤਾਂ ਉੱਪਰਲੇ ਫੀਲਡ ਦੇ ਹਿਸਾਬ ਨਾਲ ਕੋਈ ਨਾ ਕੋਈ ਫਲਕਸ ਤਾਂ ਹੈਗੀ ਆ ਨਾ, ਕੋਈ ਨਾ ਕੋਈ ਟਾਰਕ ਤਾਂ ਹੈਗੀ ਆ ਨਾ। ਆਹ ਟਾਰਕ ਦੇ ਗ੍ਰਾਫ ਨੇਗੇ। ਤੇ ਜੇ ਆਪਾਂ ਇੱਧਰ ਨੂੰ ਜਾ ਰਹੇ ਹਾਂਗੇ ਤਾਂ ਹੇਠਲੇ ਦੇ ਹਿਸਾਬ ਨਾਲ ਇਹਦੇ ਹਿਸਾਬ ਨਾਲ ਕੋਈ ਨਾ ਕੋਈ ਟਾਰਕ ਤਾਂ ਹੈਗੀ ਆ ਨਾ ਬੱਚੇ। ਪਰ ਆਹ ਹੋਇਆ ਪੁਆਇੰਟ ਆ ਉਹ ਪੁਆਇੰਟ ਹੈਗਾ ਜਿਸ ਪੁਆਇੰਟ ਦੇ ਉੱਪਰ ਕੋਈ ਟਾਰਕ ਨਹੀਂ ਹੁੰਦੀ ਹੈਗੀ। ਤੇ ਜ਼ਿਆਦਾਤਰ ਸਾਡੀਆਂ ਮੋਟਰਾਂ ਕਿਹੜੇ ਪੁਆਇੰਟ ਤੇ ਹੁੰਦੀਆਂ ਨੇਗੀਆਂ ਜਦੋਂ ਖੜੀਆਂ ਹੁੰਦੀਆਂ ਨੇਗੀਆਂ? ਹਾਂਜੀ, ਜਦੋਂ ਆਪਾਂ ਕੋਈ ਸਪਲਾਈ ਨਹੀਂ ਦਿੱਤੀ ਹੁੰਦੀ 1 ਦੇ ਉੱਪਰ, ਜਦੋਂ ਸਲਿੱਪ ਇਜ਼ੀਕਲ ਟੂ ਕਿੰਨੀ ਹੈਗੀ 1 ਹੈਗੀ ਤੇ 1 ਦੇ ਉੱਪਰ ਤਾਂ ਰਾਜੇ ਜੇ ਆਪਣੇ ਕੋਲ ਇੱਥੇ ਕੋਈ ਟਾਰਕ ਪੈਦਾ ਹੀ ਨਹੀਂ ਹੋ ਰਹੀ ਹੈਗੀ ਇਹਦਾ ਮਤਲਬ ਸਿੰਗਲ ਫੇਸ ਮੋਟਰ ਕਦੇ ਵੀ ਨਹੀਂ ਘੁੰਮੇਗੀ। ਉਹਨੂੰ ਤੁਸੀਂ ਜਿੱਧਰ ਨੂੰ ਘੁਮਾ ਦੋਗੇ ਨਾ ਤੁਸੀਂ ਉੱਧਰ ਨੂੰ ਹੀ ਘੁੰਮਣ ਲੱਗ ਜਾਏਗੀ ਜੇ ਉਹਦੇ ਵਿੱਚ ਅਸੀਂ ਪਹਿਲਾਂ ਕੋਈ ਸਟਾਰਟਿੰਗ ਮੈਥਡ ਕੋਈ ਨਹੀਂ ਅਪਣਾਇਆ ਹੋਇਆ। ਤਾਂ ਦੱਸੋ ਬੱਚੇ ਪਤਾ ਲੱਗਿਆ? ਹਾਂਜੀ ਸਰ ਕਲੀਅਰ ਹੈ ਜੀ। ਕੁਝ ਪੁੱਛੋ ਬੱਚੇ ਜੇ ਕੁਝ ਪੁੱਛਣਾ ਇਹਦੇ ਵਿੱਚ। ਇਹਨੂੰ ਅਸੀਂ ਡਬਲ ਰਿਵੋਲਵਿੰਗ ਥਿਊਰੀ ਕਹਿਣੇ ਰਾਜੇ ਇਹਨੂੰ ਅਸੀਂ ਵੀ ਟੋਟਲ ਫਲਕਸ ਜੀ ਤੁਹਾਡਾ 5M ਹੈਗਾ ਉਹ 5M 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਉਹਨਾਂ ਦੁਆਰਾ ਪੈਦਾ ਕੀਤਾ ਗਿਆ ਫਲਕਸ ਇਹੋ ਜਿਹਾ ਫਲਕਸ ਸੀਗਾ ਵੀ ਜਦੋਂ ਸਾਡੇ ਕੋਲ ਸਲਿੱਪ 1 ਆ ਗਈ ਉਹ ਤਾਂ ਕੋਈ ਵੀ ਨਹੀਂ ਪੈਦਾ ਹੁੰਦੀ ਹੈਗੀ ਫਲਕਸ, ਬਾਕੀ ਹਰ ਥਾਂ ਦੇ ਉੱਪਰ ਕੋਈ ਨਾ ਕੋਈ ਰਿਜ਼ਲਟੈਂਟ ਟਾਰਕ ਹੁੰਦੀ ਹੈਗੀ। ਤਾਂ ਜਿੱਧਰਲੇ ਪਾਸੇ ਨੂੰ ਅਸੀਂ ਸੋਟੀ ਨਾਲ ਕੋਈ ਪੱਖੇ ਦਾ ਜਦੋਂ ਕਪੈਸਿਟਰ ਨਹੀਂ ਖਰਾਬ ਹੋ ਜਾਂਦਾ ਉਹਨੂੰ ਤੁਸੀਂ ਪੱਖਾ ਉਹਦੇ ਨਾਲ ਸੋਟੀ ਨਾਲ ਕਿਧਰੇ ਪਾਸੇ ਮਰਜ਼ੀ ਘੁਮਾ ਦਿਓ ਉੱਧਰ ਹੀ ਘੁੰਮਣ ਲੱਗ ਜਾਂਦਾ ਹੈਗਾ। ਦੇਖਿਆਗਾ ਸਰ ਫਿਰ ਜੇ ਜਿਸ ਡਾਇਰੈਕਸ਼ਨ 'ਚ ਆਪਾਂ ਇੱਕ ਵਾਰ ਘੁਮਾ ਦਈਏ ਜੀ ਉਸੇ ਡਾਇਰੈਕਸ਼ਨ 'ਚ ਕਿਉਂ ਚੱਲਦਾ ਰਹਿੰਦਾ ਜੀ? ਪੋਜ਼ਿਟਿਵ ਨੈਗੇਟਿਵ ਸਾਈਕਲ ਤਾਂ ਫਿਰ ਵੀ ਚੱਲਦੇ ਰਹਿੰਦੇ ਨੇ ਜੀ। ਦੇਖੋ ਰਾਜੇ ਇੱਕ ਵਾਰੀ ਆਹ ਦੇਖੋ ਜਿਹੜੀ ਰਿਜ਼ਲਟੈਂਟ ਟਾਰਕ ਆ ਗਈ ਜਾਂ ਤਾਂ ਆਹ ਮਿਲੂਗੀ ਉਹਨੂੰ ਜਾਂ ਆਹ ਮਿਲੂਗੀ, ਦੋਨਾਂ ਦੇ ਵਿੱਚ ਇੱਕ ਮਿਲੂਗੀ। ਅੱਛਾ ਮੇਰੀ ਗੱਲ ਸੁਣੋ, ਇੱਕ ਬੰਦਾ ਹੈਗਾ ਹਨਾ ਉਹ ਕਿਸੇ ਚੰਗੀ ਸੰਗਤ 'ਚ ਪੈ ਗਿਆ ਮੰਨ ਲਓ ਜਾਂ ਕੋਈ ਬੰਦਾ ਮਾੜੀ ਸੰਗਤ 'ਚ ਪੈ ਗਿਆ ਜਿੱਧਰਲੇ ਪਾਸੇ ਉਹ ਜਾਣ ਲੱਗ ਗਿਆ। ਇੱਕ ਬੰਦਾ ਸਪੋਜ਼ ਕਰੋ ਸਵੇਰੇ ਗੁਰਦੁਆਰੇ ਜਾਂਦਾ ਜਿਹਨੂੰ ਸਵੇਰੇ ਗੁਰਦੁਆਰੇ ਦੀਆਂ ਗੱਲਾਂ ਵੀ ਸੁਣਦੀਆਂ ਨੇ ਤੇ ਸ਼ਾਮ ਨੂੰ ਉਹ ਸੰਗਤ ਜਾ ਕੇ ਮਾੜੀ ਸੰਗਤ ਜਾ ਕੇ ਬੈਠਦਾ ਹੈਗਾ। ਜੋ ਮਾੜੀ ਸੰਗਤ ਜਾ ਕੇ ਬੈਠਦਾ ਸੁਣ ਤਾਂ ਉਹਨੂੰ ਚੰਗੀਆਂ ਗੱਲਾਂ ਵੀ ਰਹੀਆਂ ਨੇਗੀਆਂ ਪਰ ਰਿਜ਼ਲਟੈਂਟ ਕਿੱਧਰ ਹੈਗਾ ਉਹਦਾ ਜਿੱਧਰਲੇ ਪਾਸੇ ਜਾ ਰਿਹਾ ਹੈਗਾ ਉਹ। ਠੀਕ ਹੈ ਬੱਚੇ, ਦੋ ਹੀ ਚੀਜ਼ਾਂ ਮਿਲ ਰਹੀਆਂ ਨੇ ਨਾ ਪਰ ਹੋ ਕਿੱਧਰ ਨੂੰ ਲਊਗਾ? ਜਿੱਧਰ ਨੂੰ ਹਵਾ ਦਾ ਦਬਾਅ ਹੁੰਦਾ ਬੱਚੇ, ਜਿੱਧਰ ਨੂੰ ਹਵਾ ਦਾ ਪ੍ਰਭਾਵ ਹੁੰਦਾ ਗਾ ਉੱਧਰਲੇ ਪਾਸੇ ਨੂੰ ਹੀ ਸਾਡੀ EMF ਇੰਡਿਊਸਡ ਹੋ ਜਾਂਦੀ ਹੈ ਤੇ ਉੱਧਰਲੇ ਪਾਸੇ ਦਾ ਟਾਰਕ ਹੀ ਇਨਫਲੂਐਂਸ ਕਰ ਲੈਂਦਾ ਹੈਗਾ ਕਿਉਂਕਿ ਜਿਹੜੀ EMF ਇੰਡਿਊਸ ਹੋਈ ਹੈ ਨਾ ਇਸ ਵੇਲੇ ਧਿਆਨ ਨਾਲ ਦੇਖੋ ਰਾਜੇ ਜੇ ਅਸੀਂ ਇੱਧਰ ਨੂੰ ਘੁਮਾਤਾ ਮੰਨ ਲਓ ਆਹ ਹੈਗਾ ਕਲੌਕਵਾਈਜ਼ ਦੇ ਵਿੱਚ, ਆਹ ਦੇਖੋ ਕਲੌਕਵਾਈਜ਼ ਇਹਦੇ ਵਿੱਚ ਰਾਜੇ ਆਪਣੀ ਮੈਕਸੀਮਮ ਆ ਗਈ, ਇਹਦੇ ਵਿੱਚ ਐਂਟੀ ਕਲੌਕਵਾਈਜ਼। ਜੇ ਅਸੀਂ ਕਲੌਕਵਾਈਜ਼ ਘੁਮਾਤਾ ਕਲੌਕਵਾਈਜ਼ ਤਾਂ ਕਲੌਕਵਾਈਜ਼ ਦੇ ਵਿੱਚ ਕੀ ਹੋਊਗਾ? ਕਲੌਕਵਾਈਜ਼ ਦੇ ਵਿੱਚ ਸਾਡੇ ਕੋਲ ਆਹ ਟਾਰਕ ਵੱਧ ਆ ਗਈ, ਦੇਖੋ ਰਾਜੇ ਆਹ ਟਾਰਕ ਘੱਟ ਆ ਗਈ ਆਹ ਟਾਰਕ ਵੱਧ ਆ ਗਈ ਤਾਂ ਆਹ ਟਾਰਕ ਤਾਂ ਰਾਜੇ ਉਹਨੂੰ ਘਟਾ ਹੀ ਨਹੀਂ ਸਕਦੀ ਹੈਗੀ। ਇਹ ਗੱਲ ਨੂੰ ਸਮਝ ਰਹੇ ਹੋਗੇ ਵੀ ਆਹ ਟਾਰਕ ਤਾਂ ਇੰਨੀ ਹੈਗੀ ਬੱਚੇ ਪੋਜ਼ਿਟਿਵ 'ਚ, ਆਹ ਟਾਰਕ ਇੰਨੀ ਕੀ ਹੈਗੀ। ਬੇਸ਼ੱਕ ਸਾਈਕਲ ਬੰਦੇ ਪਏ ਹੈਗੇ ਪਰ ਆਹ ਟਾਰਕ ਤਾਂ ਵੱਧ ਹੈਗੀ ਨਾ ਬੱਚੇ ਉੱਪਰਲੀ। ਤਾਂ ਜੇ ਇੱਧਰ ਨੂੰ ਘੁਮਾਇਆ ਕਲੌਕਵਾਈਜ਼ ਨੂੰ ਚਾਹੇ ਆਹ ਪੁਆਇੰਟ ਤੇ ਦੇਖ ਲਓ ਆਹ ਪੁਆਇੰਟ ਤੇ ਵੀ ਦੇਖੋ ਆਹ ਟਾਰਕ ਇੰਨੀ ਹੈਗੀ ਇੰਨੀ ਕੁ ਟਾਰਕ ਇਹਨੂੰ ਘਟਾ ਦੂਗੀ ਤੇ ਇੰਨਾ ਕੁ ਰਿਜ਼ਲਟੈਂਟ ਰਹਿ ਜਾਊਗਾ। ਠੀਕ ਹੈ ਜੀ, ਤਾਂ ਜਿਹੜੇ ਪਾਸੇ ਵੀ ਰਾਜੇ ਘੁੰਮਣ ਲੱਗ ਗਈ ਉੱਧਰਲੇ ਪਾਸੇ ਹੀ ਸਾਡਾ ਮੇਨ ਸਾਡੇ ਕੋਲ ਜਿਹੜਾ ਫਲਕਸ ਆ ਜਿਹੜਾ ਰੋਟਰ ਜਿਹੜਾ ਉੱਧਰਲੇ ਪਾਸੇ ਨੂੰ ਘੁੰਮਣ ਲੱਗ ਜਾਏਗਾ। ਕਲੀਅਰ ਹੋ ਗਈ ਜੀ ਗੱਲ? ਹਾਂਜੀ ਸਰ। ਜਦੋਂ ਵਿਆਹ ਦੇ ਵਿੱਚ ਜਾਂਦੇ ਹੋ ਨਾ ਤੁਸੀਂ ਇੱਕ ਚਾਵਲ ਪਏ ਹੁੰਦੇ ਇੱਕ ਰੋਟੀ ਪਈ ਹੁੰਦੀ ਹੈ, ਇੱਕ ਵਾਰ ਡਿਸਾਈਡ ਕਰਨਾ ਔਖਾ ਹੁੰਦਾ ਸ਼ੁਰੂ 'ਚ ਵੀ ਕੀ ਖਾਣ ਲੱਗੀ ਅਸੀਂ। ਜੇ ਪਲੇਟ 'ਚ ਚਾਵਲ ਪਾ ਲਏ ਤੁਸੀਂ ਚਾਵਲੇ ਖਾਓਗੇ, ਜੇ ਤੁਸੀਂ ਰੋਟੀ ਪਾ ਲਈ ਰੋਟੀ ਖਾਓਗੇ। ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਚਾਵਲ ਖਾਂਦਾ ਕੋਈ ਬੰਦਾ ਹਨਾ ਰੋਟੀ ਵੀ ਹੈਗੀ ਸੀ ਕਿਉਂ ਨਹੀਂ ਖਾਂਦਾ ਹੈਗਾ, ਇਹ ਤਾਂ ਹੁਣ ਉਹਦੇ ਤੇ ਡਿਪੈਂਡ ਹੈ ਵੀ ਕਿਉਂ ਨਹੀਂ ਖਾਂਦਾ। ਇੱਕ ਟਾਈਮ ਦੇ ਉੱਪਰ ਅਜੇ ਇੱਕੋ ਪਾਸੇ ਘੁੰਮਿਆ ਜਾਊਗਾ ਨਾ ਰੋਟਰ ਤੋਂ, ਸਾਡੇ ਮੋਟਰ ਤੋਂ ਇੱਕ ਪਾਸੇ ਘੁੰਮਿਆ ਜਾਊਗਾ ਨਾ, ਦੋਨੇ ਪਾਸੇ ਕਿਵੇਂ ਘੁੰਮ ਜਾਊਗਾ ਸਾਡਾ ਮੋਟਰ ਜਿਹੜੀ ਰੋਟਰ ਹੁੰਦਾ ਸਾਡਾ। ਕਲੀਅਰ ਹੋ ਗਈ ਜੀ ਗੱਲ ਇਹ?
ਹਾਂਜੀ ਸਰ ਕਲੀਅਰ ਹੈ। ਠੀਕ ਹੈ ਬੱਚੇ, ਚਲੋ ਤਾਂ ਸਾਨੂੰ ਇੱਕ ਗੱਲ ਪਤਾ ਲੱਗ ਗਈ। ਇੱਕ ਗੱਲ ਸਾਨੂੰ ਕਿਹੜੀ ਪਤਾ ਲੱਗੀ ਹੈਗੀ ਵੀ ਸਿੰਗਲ ਫੇਸ ਨਾਲ ਅਸੀਂ ਕਦੇ ਵੀ ਰੋਟਰ ਨੂੰ ਘੁਮਾ ਨਹੀਂ ਸਕਦੇ ਰਾਜੇ। ਇਹਦਾ ਮਤਲਬ ਕੋਈ ਵੀ ਸਿੰਗਲ ਫੇਸ ਮੋਟਰ ਇਹੀ ਜੀ ਹੋਣੀ ਨਹੀਂ ਹੈਗੀ ਜਿਹੜੀ ਸਿੰਗਲ ਫੇਸ ਦੇ ਨਾਲ ਤੁਰਦੀ ਹੋਵੇ, ਜਾਂ ਫਿਰ ਇਹੀ ਜੀ ਮੋਟਰ ਹੋਊਗੀ ਜਿਹਦੇ ਵਿੱਚ ਹਮੇਸ਼ਾ ਬੰਦੇ ਨੇ ਇੱਕ ਸੋਟੀ ਰੱਖੀ ਹੋਊਗੀ ਔਰ ਸੋਟੀ ਘੁਮਾਊਗਾ ਤੇ ਉਧਰ ਨੂੰ ਘੁੰਮੂਗੀ। ਤਾਂ ਅਸੀਂ ਹਮੇਸ਼ਾ ਕੀ ਕਰਦੇ ਆਂਗੇ ਰਾਜੇ, ਅਸੀਂ ਕੀ ਕਰਦੇ ਆਂਗੇ, ਅਸੀਂ ਸਪਲਿਟ ਫੇਸ ਕਰਦੇ ਆਂਗੇ ਬੱਚੇ। ਅਸੀਂ ਫੇਸ ਸਪਲਿਟਿੰਗ ਕਰਦੇ ਆਂਗੇ, ਫੇਸ ਸਪਲਿਟਿੰਗ ਕਰਦੇ ਆਂਗੇ ਬੱਚੇ। ਅਸੀਂ ਫੇਸ ਸਪਲਿਟਿੰਗ ਕਰਦੇ ਆਂਗੇ, ਫੇਸ ਸਪਲਿਟ ਕਰਕੇ ਅਸੀਂ ਮੋਟਰ ਨੂੰ ਚਲਾਉਣੇ ਆ। ਫੇਸ ਸਪਲਿਟ ਮੋਟਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਂਗੇ ਫੇਸ ਸਪਲਿਟ ਮੋਟਰਸ ਕਹਿੰਦੇ ਆਂਗੇ। ਜਾਂ ਸਾਡੀਆਂ ਮੋਟਰਾਂ ਜਿਹੜੀਆਂ ਹੁੰਦੀਆਂ ਨੇਗੀਆਂ ਉਹ ਸ਼ੇਡਡ ਪੋਲ ਹੁੰਦੀਆਂ ਨੇਗੀਆਂ, ਜਿਹਦੇ ਨਾਲ ਅਸੀਂ ਮੋਟਰ ਨੂੰ ਘੁੰਮਣ ਯੋਗ ਕਰਦੇ ਆਂਗੇ। ਸ਼ੇਡਡ ਪੋਲ ਮੋਟਰਸ ਹੁੰਦੀਆਂ ਨੇਗੀਆਂ। ਤੀਜਾ ਬੱਚੇ ਜਿਹੜਾ ਸਾਡਾ ਹੁੰਦਾ ਗਾ ਉਹ ਸਾਡੀਆਂ ਕਮੂਟੇਟਰ ਮੋਟਰਸ ਹੁੰਦੀਆਂ ਨੇਗੀਆਂ। ਸਿੰਗਲ ਫੇਸ ਆ 3 ਤਰ੍ਹਾਂ ਦੀਆਂ ਮੋਟਰਾਂ ਹੁੰਦੀਆਂ ਨੇ ਬੱਚੇ। ਇਹਨਾਂ ਬਾਰੇ ਆਪਾਂ ਦੇਖਦੇ ਆਂਗੇ। ਸਭ ਤੋਂ ਪਹਿਲਾਂ ਜਿਹੜੀਆਂ ਮੋਟਰਾਂ ਪੜ੍ਹਨੀਆਂ ਉਹ ਫੇਸ ਸਪਲਿਟਿੰਗ ਪੜ੍ਹਨੀ ਹੈਗੀ ਅਸੀਂ, ਸਪਲਿਟ ਫੇਸ ਮੋਟਰ। ਅੱਛਾ, ਸਪਲਿਟ ਫੇਸ। ਸਪਲਿਟ ਕਰਨ ਦਾ ਕੀ ਮਤਲਬ ਹੈ ਰਾਜੇ ਵੀ ਇੱਕ ਸਿੰਗਲ ਫੇਸ ਨੂੰ, ਬਿਲਕੁਲ ਰਾਜੇ, ਇੱਕ ਸਿੰਗਲ ਫੇਸ ਨੂੰ 2 ਫੇਸਾਂ ਦੇ ਵਿੱਚ ਤੋੜਿਆ ਗਿਆ। ਇੱਕ ਆਹ ਫੇਸ ਹੈਗਾ ਬੱਚੇ, ਦੂਜਾ 2 ਫੇਸਾਂ ਦੇ ਵਿੱਚ ਤੋੜਨਾ ਇੱਕੋ ਸਿੰਗਲ ਫੇਸ ਨੂੰ। ਤਾਂ ਮੈਨੂੰ ਇੱਕ ਗੱਲ ਦੱਸੋ, ਸਪੋਜ਼ ਕਰੋ ਤੁਹਾਡੇ ਘਰ ਦੇ ਵਿੱਚ ਰਾਜੇ ਬਾਹਰਲੇ ਪਾਸੇ ਇੱਕ ਸਪਲਾਈ ਆ ਰਹੀ ਹੈ। ਤੁਸੀਂ ਕੀ ਕੀਤਾ, ਤੁਸੀਂ ਇੱਕ ਪਲੱਗ ਦੇ ਵਿੱਚ ਜਿਹੜੀ ਆ ਪੋਜ਼ਿਟਿਵ ਹੈਗਾ, ਇੱਕ ਦੂਜੇ ਪਲੱਗ ਦੇ ਵਿੱਚ ਆ ਪੋਜ਼ਿਟਿਵ ਆ ਨੈਗੇਟਿਵ ਆ 2 ਪਲੱਗ ਆ, ਤੁਸੀਂ ਕਿੱਥੋਂ ਚੱਕ ਲਿਆ ਕਿੱਥੋਂ ਚੱਕ ਲਿਆ ਜੀ। ਆਹ ਜਿਹੜੀ ਆਹ ਚੀਜ਼ ਹੈਗੀ ਤੁਹਾਡੀ ਉਹਨੂੰ 2 ਫੇਸ ਮਿਲੇ ਆ ਕਿ ਨਹੀਂ ਮਿਲੇ। ਇੱਕ ਅੱਡ ਪਲੱਗ ਦੇ ਵਿੱਚੋਂ ਪੋਜ਼ਿਟਿਵ ਚੱਕਿਆ, ਇੱਧਰੋਂ ਪੋਜ਼ਿਟਿਵ ਚੱਕਿਆ, ਬੱਲਬ ਰਾਜੇ ਡਬਲ ਫੇਸ 'ਤੇ ਚੱਲੂ ਕਿ ਨਹੀਂ ਚੱਲੂ ਇਹ ਦੱਸੋ, ਬੋਲੋ ਬੱਚੇ। 2 ਫੇਸ ਮਿਲ ਗਏ ਕਿਸੇ ਬੱਲਬ ਨੂੰ ਇਹ। ਤਾਂ ਜੇ ਤੁਸੀਂ ਬੱਚੇ ਆਹ ਦੋਨਾਂ ਦੇ ਪੋਜ਼ਿਟਿਵ ਨੂੰ ਲਗਾਓਗੇ, ਜੇ ਤੁਸੀਂ ਦੋਨੇ ਪਾਸੇ ਪੋਟੈਂਸ਼ੀਅਲ ਡਿਫਰੈਂਸ ਸੇਮ ਨਹੀਂ ਹੋਊਗਾ। 220 ਉਹਦਾ 220 ਉਹਦਾ, ਪੋਟੈਂਸ਼ੀਅਲ ਡਿਫਰੈਂਸ ਸੇਮ ਨਹੀਂ ਹੋਊਗਾ। ਫੇਸ ਅੱਡ ਹੋ ਗਈ, ਹਾਂਜੀ ਫੇਸ ਅੱਡ ਹੋ ਗਈ ਉਹਦਾ ਬੱਚੇ। ਪਿੱਛੋਂ ਜਿਹੜੀ ਸਪਲਾਈ ਆ ਰਹੀ ਹੈ ਉਹ ਤਾਂ ਤਾਰ ਤਿੱਕ ਕੇ ਆਉਂਦੀ ਹੈ ਨਾ। ਆਪਾਂ ਇੱਕ ਤਾਰ ਤੋਂ ਲੂਪ ਇੱਥੇ ਮਾਰਤਾ, ਇੱਕ ਲੂਪ ਇੱਥੇ ਮਾਰਿਆ ਹੋਇਆ ਹੈਗਾ। ਇਹਦਾ ਸਿੰਗਲ ਤੋਂ ਲਿਆ ਫਿਰ ਤਾਂ ਠੀਕ ਹੈ, ਫਿਰ ਸਿੰਗਲ ਤੋਂ ਹੀ ਲੈਤੇ ਬੱਚੇ, ਘਰ ਦੇ ਵਿੱਚ ਤਾਂ ਸਿੰਗਲ ਤੋਂ ਹੀ ਲੈਣੇ ਹੈਗੇ ਆਪਾਂ। ਜਿਹਦਾ ਫੇਸ ਅੱਡ, ਜੇ ਬੱਚੇ ਫੇਸ ਅੱਡ ਹੋ ਗਏ ਆ ਫਿਰ ਤਾਂ ਗੱਲ ਹੀ ਖਤਮ ਹੋ ਗਈ। ਫਿਰ ਤਾਂ ਗੱਲ ਹੀ ਖਤਮ ਹੋ ਗਈ। 2 ਫੇਸ ਦੇ ਵਿਚਕਾਰ 440 ਵੋਲਟ ਹੁੰਦੀ ਹੈਗੀ, ਬੱਲਬ ਸਾਡਾ 220 ਵੋਲਟ ਦਾ ਹੁੰਦਾ, ਤਾਂ ਮੱਚੇਗਾ। ਇਹ ਤਾਂ ਗੱਲ ਹੀ ਨਹੀਂ ਹੈਗੀ, ਇਹ ਤਾਂ ਪੁਆਇੰਟ ਨਹੀਂ ਹੈਗਾ ਬੱਚੇ, ਤਾਂ ਪੱਕੀ ਗੱਲ ਆ ਮੱਚੇਗਾ ਬੱਲਬ। ਮੈਂ ਤਾਂ ਤੈਨੂੰ ਕਹਿ ਰਿਹਾ ਪਿੱਛੋਂ ਤਾਰ ਇੱਕ ਆ ਰਹੀ ਹੈ, ਇਹਦੇ ਵਿੱਚ ਲੂਪ ਪਾਇਆ ਹੋਇਆ ਹੈਗਾ ਬੱਚੇ। ਅਸੀਂ 2 ਫੇਸ ਘਰ ਦੇ ਵਿੱਚ ਅਸੀਂ ਆਪਣੇ ਕੋਲੇ 2 ਪਲੱਗ ਨੇਗੇ, 2 ਪਲੱਗਾਂ ਦੇ ਵਿੱਚ ਪੁਆਇੰਟ ਕੱਟਿਆ ਹੋਇਆ ਹੈਗਾ। ਇੱਕ ਤਾਰ ਆਈ ਦੇਖਿਓ, ਇੱਕ ਤਾਰ ਇੱਕ ਆਹ ਗਈ ਇੱਥੇ ਜੋੜੀ ਹੋਈ ਹੈਗੀ, ਇੱਕ ਇਹੀ ਤਾਰ ਵਿੱਚ ਇੱਥੇ ਜੋੜੀ ਹੋਈ ਹੈ। ਤਾਂ ਇਹਦਾ ਜਦੋਂ ਆਪਾਂ ਮਲਟੀਮੀਟਰ ਲਗਾਵਾਂਗੇ ਉਹ ਇੱਦਾਂ ਨਹੀਂ ਹੋਏਗਾ ਵੀ ਆਹ ਇੱਥੇ ਜੁੜ ਗਿਆ, ਦੂਜੀ ਤਾਰ ਉਹਦੀ ਇੱਥੇ ਜੁੜ ਗਈ। ਤਾਂ ਦੋਨਾਂ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਤਾਂ ਕੁਝ ਵੀ ਨਹੀਂ ਹੈਗਾ ਨਾ, ਇੱਥੇ 0 ਨਹੀਂ ਆਊਗਾ। ਮੰਨ ਲਓ ਇੱਕ ਤਾਰ ਜਾ ਰਹੀ ਹੈ ਰਾਜੇ, ਇੱਕ ਤਾਰ ਦੇ ਤੁਸੀਂ ਵੋਲਟ ਮੀਟਰ ਇੱਥੇ ਲਗਾ ਦਿਓ, ਉਸੇ ਦੂਜੇ ਤਾਰ ਤੇ ਵੋਲਟ ਮੀਟਰ ਇੱਥੇ ਲਗਾ ਦਿਓ। ਇਸ ਵੋਲਟ ਮੀਟਰ ਨੂੰ ਕਿੰਨੀ ਮਿਲੇਗੀ ਵੋਲਟੇਜ ਦੱਸਿਓ। 0 ਮਿਲ, ਬਿਲਕੁਲ ਜੀ 0 ਮਿਲੂਗੀ ਰਾਜੇ, ਬਿਲਕੁਲ 0 ਮਿਲੂਗੀ ਜੀ। ਸਮਝ ਰਹੇ ਹੋ ਗੱਲ ਤੁਸੀਂ। ਤਾਂ ਮਤਲਬ ਕੀ ਆ ਰਾਜੇ, ਅੱਛਾ ਇਹਦਾ ਮਤਲਬ ਇਹ 2 ਫੇਸ ਨਹੀਂ ਬਣੇ ਹੈਗੇ ਨੇ, ਤਾਂ ਸਿੰਗਲ ਫੇਸ ਹੀ ਰਹਿ ਗਿਆ ਨਾ ਸਾਡਾ। ਤਾਂ 2 ਫੇਸ ਬਣ ਗਏ ਕਿਵੇਂ? 2 ਫੇਸ ਦਾ ਮਤਲਬ ਕੀ ਹੁੰਦਾ ਬੱਚੇ? 2 ਫੇਸ ਕਦੋਂ ਬਣਦੇ ਹੁੰਦੇ ਨੇ? ਟਾਈਮ ਡਿਸਪਲੇਸਮੈਂਟ। ਫੇਸ ਡਿਸਪਲੇਸਮੈਂਟ ਕਹਿ ਲਓ ਚਾਹੇ ਟਾਈਮ ਫੇਸ ਡਿਸਪਲੇਸਮੈਂਟ ਹੋਣੀ ਚਾਹੀਦੀ ਹੈ ਬੱਚੇ। ਜਦੋਂ ਅਸੀਂ 3 ਫੇਸ ਸਪਲਾਈ ਦੀ ਗੱਲ ਕਰਦੇ ਸੀਗੇ, 3 ਫੇਸ ਸਪਲਾਈ ਦੇ ਵਿੱਚ ਅਸੀਂ ਮੇਨਲੀ ਕੀ ਕਹਿੰਦੇ ਸੀਗੇ ਬੱਚੇ, ਸਾਡੇ ਕੋਲ 3 ਫੇਸ ਹੁੰਦੇ ਆ, ਦੋਨਾਂ ਦੇ ਤਿੰਨਾਂ ਦੇ ਵਿੱਚ ਆਪਸ ਦੇ ਵਿੱਚ ਕਿੰਨੇ ਡਿਗਰੀ ਦਾ ਫਰਕ ਹੁੰਦਾ? 120 ਦਾ, 120 ਦਾ ਤੇ 120 ਦਾ। ਮਤਲਬ ਕੀ ਹੈ 120 ਦਾ ਮਤਲਬ ਫਰਕ ਦਾ ਕੀ ਆ? ਜੇ ਇੱਕ ਫੇਸ ਸਾਡਾ ਇੱਥੋਂ ਸਟਾਰਟ ਹੋ ਰਿਹਾ ਹੈਗਾ ਤਾਂ ਦੂਜਾ ਫੇਸ ਸਾਡਾ ਕਿੱਥੋਂ ਸਟਾਰਟ ਹੋਵੇ? ਇੱਥੋਂ ਸਟਾਰਟ ਹੋਵੇ ਬੱਚੇ। ਤੇ ਤੀਜਾ ਫੇਸ ਸਾਡਾ ਕਿੱਥੋਂ ਸਟਾਰਟ ਹੋਵੇ? ਉਹ ਇੱਥੋਂ ਸਟਾਰਟ ਹੋਵੇ। ਇਹਦਾ ਮਤਲਬ ਆਪਸ ਦੇ ਵਿੱਚ ਕਦੇ ਕੋਈ ਫੇਸ ਮੈਕਸਿਮਮ ਹੋ ਜਾਵੇ, ਉਸ ਤੋਂ ਬਾਅਦ ਕਦੇ ਕੋਈ ਫੇਸ ਮੈਕਸਿਮਮ ਹੋ ਜਾਵੇ, ਕਦੇ ਕੋਈ ਫੇਸ ਮੈਕਸਿਮਮ ਹੋ ਜਾਵੇ। ਹਰ ਵੇਲੇ ਤੁਹਾਡੀ ਸਪਲਾਈ ਜਾਂ ਤਾਂ ਉਹ ਪੋਜ਼ਿਟਿਵ ਹੀ ਰਹੇ ਜਾਂ ਉਹ ਨੈਗੇਟਿਵ ਹੀ ਰਹੇ। ਕਲੀਅਰ ਹੋਈ ਬੱਚੇ ਗੱਲ ਇਹ?
ਤਾਂ ਇਹ ਜਿਹੜਾ ਹੁੰਦਾ ਹੈ 3 ਫੇਸ ਸਪਲਾਈ ਹੁੰਦੀ ਹੈਗੀ, ਇਹਨੂੰ ਕਹਿੰਦੇ ਆ। ਤਾਂ 3 ਫੇਸ ਸਪਲਾਈ ਦੀ ਰਿਕੁਆਇਰਮੈਂਟ ਕੀ ਹੈ? 120 ਡਿਗਰੀ ਡਿਸਪਲੇਸਮੈਂਟ। ਤਾਂ ਜਦੋਂ ਤੱਕ ਫੇਸ ਡਿਸਪਲੇਸਮੈਂਟ ਨਹੀਂ ਹੋਵੇਗੀ ਰਾਜੇ, ਫੇਸ ਡਿਸਪਲੇਸਮੈਂਟ ਜਦੋਂ ਤੱਕ ਨਹੀਂ ਹੋਏਗੀ ਉਨੀ ਦੇਰ ਅਸੀਂ ਸਾਡਾ ਫੇਸ ਸਪਲਿਟ ਹੋਣਾ ਹੀ ਨਹੀਂ ਹੈਗਾ। ਇਹ ਗੱਲ ਕਲੀਅਰ ਹੋ ਗਈ ਜੀ? ਇਹਦਾ ਮਤਲਬ ਕੀ ਹੈਗਾ? ਇੱਕ ਫੇਸ ਨਾਲੋਂ ਦੂਜੇ ਫੇਸ ਦੇ ਵਿੱਚ ਜਿਹੜਾ ਕਰੰਟ ਹੋਊਗਾ ਉਹ ਕੀ ਕਰਨਾ ਚਾਹੀਦਾ ਹੈਗਾ? ਕੁਛ ਐਂਗਲ ਦੇ ਨਾਲ ਲੈਗ ਕਰਨਾ ਚਾਹੀਦਾ, ਲੈਗ ਹੋਣਾ ਚਾਹੀਦਾ ਬੱਚੇ। ਹੁਣ ਅਸੀਂ ਕੰਮ ਕਰ ਦਿਆਂਗੇ। ਸਪੋਜ਼ ਕਰੋ ਇੱਕ ਆ ਵਾਈਂਡਿੰਗ ਪਿੱਛੋਂ ਆਈ ਹੈ, ਇੱਕ ਵਾਈਂਡਿੰਗ ਮੈਂ ਆ ਪਾਤੀ, ਇੱਕ ਵਾਈਂਡਿੰਗ ਮੈਂ ਆ ਪਾਤੀ, ਠੀਕ ਹੈ ਜੀ। ਜਦੋਂ ਇਹਦੇ ਵਿੱਚ ਦੀ ਕਰੰਟ ਲੰਘੂ ਤੇ ਇਹਦੇ ਵਿੱਚ ਦੀ ਕਰੰਟ ਲੰਘੂਗਾ, ਇੱਧਰਲੇ ਪਾਸੇ ਦੀ ਨੈਗੇਟਿਵ ਸਪਲਾਈ ਹੈਗੀ ਸਾਡੀ, ਇੱਧਰ ਸਾਡੀ ਪੋਜ਼ਿਟਿਵ ਸਪਲਾਈ ਹੈ। ਤਾਂ ਬੱਚੀ ਜਦੋਂ ਉੱਪਰ ਦੋਨੇ ਇਹ ਵਾਈਂਡਿੰਗਾਂ ਦੇ ਵਿੱਚ ਦੀ ਕਰੰਟ ਲੰਘੂਗਾ ਤਾਂ ਕੀ ਇਹ ਕਰੰਟ ਬੱਚੇ, ਇਹ ਦੋਨੇ ਆਪਸ ਦੇ ਵਿੱਚ ਕੀ ਨੇਗੀਆਂ ਵਾਈਂਡਿੰਗਾਂ? ਵੋਲਟ ਇਹ ਪੈਰਲਲ ਨੇਗੀਆਂ ਕਿ ਇਹ ਸੀਰੀਜ਼ ਦੇ ਵਿੱਚ ਨੇਗੀਆਂ ਵਾਈਂਡਿੰਗਾਂ ਕਿ ਪੈਰਲਲ 'ਚ ਨੇ? ਆ ਵਾਈਂਡਿੰਗ A ਆ, ਵਾਈਂਡਿੰਗ B ਆ, ਪੈਰਲਲ ਨੇ ਕਿ ਸੀਰੀਜ਼? ਪੈਰਲਲ ਨੇ ਨਾ। ਜੇ ਪੈਰਲਲ ਨੇਗੇ ਬੱਚੇ ਤਾਂ ਦੋਨਾਂ ਦੇ ਕ੍ਰਾਸ ਵੋਲਟੇਜ ਕੀ ਹੈਗੀ? ਇਕੁਅਲ ਹੈਗੀ। ਤਾਂ ਰੈਫਰੈਂਸ ਦੇ ਉੱਪਰ ਜਿਹਦੇ ਆਪਾਂ ਫੇਜ਼ਰ ਡਾਇਗਰਾਮ ਬਣਾਉਣੀ ਹੋਵੇ, ਰੈਫਰੈਂਸ ਦੇ ਉੱਪਰ ਕਿਹਨੂੰ ਬਣਾਵਾਂਗੇ ਆਪਾਂ? ਜਿਹੜੀ ਚੀਜ਼ ਸੇਮ ਆ, ਕੀ ਹੈਗੀ ਉਹ? ਵੋਲਟੇਜ। ਰਹਿ ਗਈ ਗੱਲ ਹੁਣ ਇਹਨਾਂ ਦੇ ਵਿੱਚ ਕਰੰਟ ਦੀ। ਇਹਨਾਂ ਵਿੱਚ ਜਿਹੜੇ ਕਰੰਟ ਜਾਣਗੇ ਰਾਜੇ ਉਹ ਵੋਲਟੇਜ ਤੋਂ ਲੈਗ ਕਰਨਗੇ ਕਿ ਲੀਡ ਕਰਨਗੇ? ਇਨ ਫੇਸ ਹੋਣਗੇ ਦੋਨਾਂ ਦੇ ਜਾਂ ਕਿਸੇ ਤੇ ਡਿਪੈਂਡ ਕਰਨਗੇ? ਬਿਲਕੁਲ ਬੱਚੇ, ਅਸੀਂ ਹੁਣ ਸਾਰੀ ਗੱਲ ਰਹਿ ਗਈ ਵੀ ਆ ਜਿਹੜੀ ਵਾਈਂਡਿੰਗ ਆ, ਇਸ ਵਾਈਂਡਿੰਗ ਦੀ ਪਹਿਲੀ ਵਾਈਂਡਿੰਗ ਦੀ ਨੇਚਰ ਕੀ ਹੈਗੀ ਤੇ ਦੂਜੀ ਵਾਈਂਡਿੰਗ ਦੀ ਨੇਚਰ ਬੱਚੇ ਕੀ ਹੈਗੀ? ਮਤਲਬ ਕੀ ਹੈਗਾ? ਇਹਦੇ ਅੰਦਰ ਜਿਹੜਾ ਕਰੰਟ ਜਾ ਰਿਹਾ ਹੈਗਾ ਉਹ ਵੋਲਟੇਜ ਤੋਂ ਕਿੰਨਾ ਡਿਗਰੀ ਲੈਗ ਲੀਡ ਕਰ ਰਿਹਾ, ਉਹ ਡਿਪੈਂਡ ਕਰੂਗਾ ਬੱਚੇ, ਉਹਦਾ ਐਂਗਲ ਜਿਹੜਾ ਡਿਪੈਂਡ ਕਰੂਗਾ X/R ਦੀ ਰੇਸ਼ੋ ਦੇ ਉੱਪਰ, ਵੀ XL ਸਾਡਾ ਕਿੰਨਾ ਕੁ ਤੇ ਰੈਜ਼ਿਸਟੈਂਸ ਸਾਡੀ ਕਿੰਨੀ ਹੈ। ਮੰਨ ਲਓ ਇਸ ਵਾਈਂਡਿੰਗ ਦੀ ਜਿਹੜੀ ਰੈਜ਼ਿਸਟੈਂਸ ਹੈਗੀ, ਉੱਪਰਲੀ ਵਾਈਂਡਿੰਗ ਦੀ ਜਿਹੜੀ ਰੈਜ਼ਿਸਟੈਂਸ ਹੈਗੀ ਬੱਚੇ, ਉੱਪਰਲੀ ਵਾਈਂਡਿੰਗ ਦੀ ਰੈਜ਼ਿਸਟੈਂਸ ਮੰਨ ਲਓ ਅਸੀਂ ਕਹਿਤੀ ਵੀ 2 ਓਮ ਆ ਗਈ, ਤੇ XL ਜਿਹੜੀ ਅਸੀਂ ਕਹਿਤੀ ਉਹ ਹੈਗੀ ਆ 3 ਓਮ। ਤੇ ਹੇਠਾਂ ਵਾਲੀ ਜਿਹੜੀ ਵਾਈਂਡਿੰਗ ਹੈਗੀ ਸਾਡੀ, ਹੇਠਾਂ ਵਾਲੀ ਵਾਈਂਡਿੰਗ ਜਿਹੜੀ ਸਾਡੀ ਹੈ, ਇਹਦੀ ਜਿਹੜੀ ਰੈਜ਼ਿਸਟੈਂਸ ਹੈਗੀ ਰੈਜ਼ਿਸਟੈਂਸ ਇਹਦੀ ਹੈਗੀ ਆ 4 ਓਮ, ਤੇ XL ਜਿਹੜੀ ਇਹਦੀ ਹੈਗੀ ਉਹ ਹੈਗੀ ਆ 8 ਓਮ। ਤਾਂ ਸਾਨੂੰ ਪਤਾ XL/R, ਇਹਦਾ XL/R ਕਿੰਨਾ ਗਾ? tan ਇਨਵਰਸ 1.5, tan ਇਨਵਰਸ 1.5 ਆ ਬੱਚੇ। ਤੇ ਇਹਦਾ XL/R ਕਿੰਨਾ? tan ਇਨਵਰਸ 2 ਹੈਗਾ। ਤੇ ਇਹਦਾ ਐਂਗਲ ਕੁਝ ਹੋਰ ਆਊਗਾ ਰਾਜੇ, ਇਹਦੇ ਵਿੱਚ ਐਂਗਲ ਜਿਹੜਾ ਆਊਗਾ ਸਾਡਾ ਕਿੰਨਾ ਆਊਗਾ ਪਤਾ? 1.5 ਦਾ ਕਿੰਨਾ ਕੁ ਹੁੰਦਾ ਹੈਗਾ? 70 60 70 ਕੁ ਬਣਦਾ ਕਿਤੇ। ਤਾਂ ਇਹਦਾ ਐਂਗਲ ਕੁਝ ਹੋਰ ਆਊਗਾ ਰਾਜੇ, ਮੰਨ ਲਓ, ਚਲੋ ਮੰਨ ਲਿਆ ਆਪਾਂ, ਆਪਣੇ ਕੋਲ ਕਿਹੜਾ ਕੈਲਕੂਲੇਟਰ ਹੈਗਾ, 1.5 ਦਾ ਆਪਾਂ ਮੰਨ ਕੇ ਚੱਲਦੇ ਆਂਗੇ। ਵੈਸੇ ਤਾਂ ਹੁੰਦਾ ਹੈਗਾ ਸਾਡਾ ਜੇ ਇੱਕ ਆਵੇ ਤਾਂ ਉਹਦਾ 45 ਹੁੰਦਾ ਹੈਗਾ, ਤਾਂ ਲਗਭਗ ਇਹਦਾ 55 ਆਊਗਾ ਸਪੋਜ਼ ਕਰੋ। ਤੇ ਇਹਦਾ ਐਂਗਲ ਵੱਡਾ, ਇਹਦਾ 55, ਇਹਦਾ ਆਊਗਾ 65 ਆਊਗਾ, ਚਲੋ 70 ਲਗਾ ਲਓ, ਠੀਕ ਹੈ ਜੀ। ਇਹਨੂੰ ਆਪਾਂ ਮੰਨ ਲਓ, ਚਲੋ ਇਹਨੂੰ ਲਗਾ ਲਓ। ਤਾਂ ਹੁਣ ਇਹਦੇ ਮਤਲਬ ਕੀ ਹੈਗਾ? ਇੱਕ ਕਰੰਟ ਤਾਂ ਸਾਡਾ ਬਣੂਗਾ ਰਾਜੇ 55 ਤੇ, ਇੱਕ ਕਰੰਟ ਬਣੂਗਾ ਸਾਡਾ ਕਿੰਨੇ ਤੇ? 70 ਤੇ। ਤਾਂ ਦੋਨਾਂ ਦੇ ਵਿੱਚ ਆ ਇੰਨੇ ਐਂਗਲ ਦਾ ਫਰਕ ਆ ਗਿਆ ਨਾ, ਜੇ 75 ਤੇ ਬਣਦਾ ਤਾਂ 20 ਡਿਗਰੀ ਦਾ ਫਰਕ ਆ ਗਿਆ ਨਾ ਸਾਡਾ। ਤਾਂ ਫੇਸ ਡਿਸਪਲੇਸਮੈਂਟ ਅਸੀਂ ਕਿੰਨੀ ਕਰ ਲਈ ਬੱਚੇ? 20 ਡਿਗਰੀ ਦੀ ਫੇਸ ਡਿਸਪਲੇਸਮੈਂਟ ਹੋ ਗਈ। ਮਤਲਬ ਕੀ ਆ? ਵਾਈਂਡਿੰਗ A ਦੁਆਰਾ ਪੈਦਾ ਹੋ ਗਿਆ ਹੋਇਆ ਕਰੰਟ ਜਿਹੜਾ ਸਾਡਾ, ਤੇ B ਦੁਆਰਾ ਪੈਦਾ ਹੋਇਆ ਕਰੰਟ ਸਾਡਾ, ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕਿੰਨੇ ਡਿਗਰੀ ਦਾ ਫੇਸ ਡਿਸਪਲੇਸਮੈਂਟ ਹੋ ਗਿਆ? 20 ਦਾ। ਜਦੋਂ ਇੱਕ ਫਲਕਸ ਘਟਣ ਲੱਗਿਆ ਕਰੂ, ਦੂਜੀ ਫਲਕਸ ਥੋੜ੍ਹਾ ਜਿਹਾ ਚਿਰ ਵੱਧ ਕੀ ਰਹੂਗੀ। ਪਰ ਅਸੀਂ ਫੇਸ ਡਿਸਪਲੇਸਮੈਂਟ ਜੇ ਵੱਡਾ ਕਰ ਲਈਏ, ਥੋੜ੍ਹਾ ਜਿਹਾ ਵੱਡਾ ਕਰ ਲਈਏ, ਤਾਂ ਸਾਡੇ ਵਾਸਤੇ ਫਾਇਦੇਮੰਦ ਹੋ ਜਾਊਗਾ। ਸਾਡੇ ਕੋਲ ਜਿਹੜੀ ਫਲਕਸ ਆ ਹਰ ਵੇਲੇ ਕੋਈ ਨਾ ਕੋਈ, ਮੰਨ ਲਓ 90 ਡਿਗਰੀ ਦਾ ਕਰ ਲਿਆ ਅਸੀਂ ਇੱਦਾਂ, ਸਾਡੇ ਕੋਲ ਕਿੰਨਾ ਆ ਜਾਊਗਾ ਰਾਜੇ? ਦੂਜੀ ਜਿਹੜੀ ਫਲਕਸ ਸਾਡੀ ਕਿੱਥੇ ਆਊਗੀ? ਉਹ ਇੱਥੇ ਆਊਗੀ। ਤਾਂ ਹੁਣ ਦੇਖੋ ਕਿੰਨਾ ਥੋੜ੍ਹਾ ਏਰੀਆ ਰਹਿ ਗਿਆ ਜਿਹੜਾ ਖਾਲੀ ਹੈਗਾ। ਪਹਿਲਾਂ ਇੱਕ ਫਲਕਸ ਮੈਕਸਿਮਮ ਹੋ ਰਹੀ ਹੈਗੀ, ਫਿਰ ਦੂਜੀ ਫਲਕਸ ਮੈਕਸਿਮਮ ਹੋ ਰਹੀ ਹੈ। ਇਹਦਾ ਮਤਲਬ ਕਲੋਕਵਾਈਜ਼ ਦੇ ਵਿੱਚ ਆਹ ਫਲਕਸ ਜਦੋਂ ਘਟਣ ਲੱਗੀ, ਨਾਲ ਦੀ ਨਾਲ ਕਲੋਕਵਾਈਜ਼ ਦੇ ਵਿੱਚ ਇੱਕ ਦੂਜੀ ਫਲਕਸ ਵਧਣ ਲੱਗ ਗਈ। ਮੰਨ ਲਓ ਆਹ ਮੋਟਰ ਹੈਗੀ ਸਾਡੀ, ਇਹਦੇ ਵਿੱਚ ਇੱਕ ਆਹ ਵਾਈਂਡਿੰਗ ਹੈ, ਇੱਕ ਆਹ ਸਾਡੀ ਡਬਲ ਫੇਸ ਦੂਜੀ ਵਾਈਂਡਿੰਗ ਆ, ਆਹ ਸਾਡਾ ਆਹ ਗਈ, ਆਹ ਇੱਦਾਂ ਗਈ। ਤਾਂ ਪਹਿਲਾਂ ਜਿਹੜੀ ਫਲਕਸ ਆ, ਮੰਨ ਲਓ ਇਹਦੇ ਕਰਕੇ ਕਲੋਕਵਾਈਜ਼ ਕਰਕੇ ਫਲਕਸ ਇੱਥੇ ਨਾਰਥ ਪੋਲ ਪੈਦਾ ਹੋਇਆ, ਤਾਂ ਥੋੜ੍ਹੇ ਟਾਈਮ ਬਾਅਦ ਰਾਜੇ ਸੇਮ ਡਾਇਰੈਕਸ਼ਨ ਦੇ ਵਿੱਚ ਜਿਹੜਾ ਕਰੰਟ ਜਾ ਰਿਹਾ, ਇਹਦੇ ਕਰਕੇ ਨਾਰਥ ਪੋਲ ਕਿੱਥੇ ਪੈਦਾ ਹੋਊਗਾ? ਇੰਨੇ ਕੁ ਟਾਈਮ ਬਾਅਦ, ਇੱਥੋਂ ਲੈ ਕੇ ਆਹ ਸਮੇਂ ਬਾਅਦ, ਇੰਨਾ ਜਿਹੜਾ ਸਮਾਂ ਗਾ
ਆ ਟਾਈਮ ਦਾ ਹੁੰਦਾ ਨਾ ਗ੍ਰਾਫ ਸਾਡਾ, ਤਾਂ ਇੰਨੇ ਟਾਈਮ ਬਾਅਦ ਸਾਡੇ ਕੋਲ ਕਿੱਥੋਂ ਪੈਦਾ ਹੋਊਗਾ ਬੱਚੇ, ਇੱਥੇ ਨਾਰਥ ਪੋਲ ਪੈਦਾ ਹੋਊਗਾ ਨਾ। ਉਸ ਤੋਂ ਬਾਅਦ ਆਹ ਇੱਥੇ ਸਾਡਾ ਸਾਊਥ ਪੋਲ ਪੈਦਾ ਹੋਊਗਾ, ਅਤੇ ਉਸ ਤੋਂ ਬਾਅਦ ਅਜੇ ਸਾਡੇ ਕੋਲ ਗ੍ਰਾਫ ਇੱਦਾਂ ਗਿਆ ਹੈਗਾ। ਉਸ ਤੋਂ ਬਾਅਦ ਸਾਡੇ ਕੋਲ ਸਾਊਥ ਪੋਲ ਇੱਥੇ ਪੈਦਾ ਹੋਊਗਾ। ਸਾਡੇ ਕੋਲ ਇੱਦਾਂ ਕਰਕੇ ਰਾਜੇ ਇੱਕ ਰੋਟੇਟਿੰਗ ਫਲਕਸ ਪੈਦਾ ਹੋ ਜਾਊਗਾ। ਕਲੀਅਰ ਹੋ ਗਈ ਬੱਚੇ ਗੱਲ ਇਹ ਫੇਸ ਸਪਲਿਟਿੰਗ ਕਿਵੇਂ ਕੀਤੀ ਜਾਂਦੀ ਹੈਗੀ। ਤਾਂ ਫੇਸ ਸਪਲਿਟਿੰਗ ਦਾ ਜਿਹੜਾ ਬੱਚੇ ਕੰਸੈਪਟ ਹੈਗਾ ਉਹ ਆ ਵੀ ਟੂ ਵਾਈਂਡਿੰਗਸ having different XL/R ratio and are connected in parallel। ਤਾਂ ਜਿੰਨੀਆਂ ਵੀ ਸਾਡੀਆਂ ਮੋਟਰਾਂ ਹੋਣਗੀਆਂ ਬੱਚੇ ਫੇਸ ਸਪਲਿਟਿੰਗ ਵਾਲੇ, ਇਹਦੇ ਵਿੱਚ 2 ਵਾਈਂਡਿੰਗਾਂ ਹੋਣਗੀਆਂ, ਇਹ ਗੱਲ ਕਨਫਰਮ ਆ ਗਈ, ਪਲੱਸ 2 ਵਾਈਂਡਿੰਗਾਂ ਹੋਣਗੀਆਂ। ਅਤੇ ਹੋਰ ਕੀ ਹੋਏਗਾ ਬੱਚੇ, ਉਹਨਾਂ ਦੋਨਾਂ ਦੀ ਜਿਹੜੀ ਵਾਈਂਡਿੰਗਾਂ ਦੀ ਨੇਚਰ ਹੈਗੀ ਉਹ ਅਲੱਗ-ਅਲੱਗ ਹੋਏਗੀ। ਉਹ ਦੋਨਾਂ ਹੀ ਵਾਈਂਡਿੰਗਾਂ ਦੀ ਨੇਚਰ ਸੇਮ ਹੋ ਗਈ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ। ਕਲੀਅਰ ਹੋ ਗਈ ਬੱਚੇ ਗੱਲ ਇਹ? ਹਾਂਜੀ ਸਰ। ਠੀਕ ਹੈ ਜੀ। ਤਾਂ ਜਿਹੜੀ ਸਾਡੀ ਫੇਸ ਸਪਲਿਟ ਮੋਟਰ ਹੈਗੀ, ਪਹਿਲੀ ਜਿਹੜੀ ਫੇਸ ਸਪਲਿਟਿੰਗ ਜੇ ਫੇਸ ਸਪਲਿਟ ਅਸੀਂ ਮੋਟਰ ਬਣਾਈਏ ਤਾਂ ਉਹਦੀ ਜਿਹੜੀ ਡਾਇਗਰਾਮ ਬਣੂਗੀ ਉਹ ਇੱਦਾਂ ਦੀ ਬਣੂਗੀ। ਆ ਇੱਕ ਵਾਈਂਡਿੰਗ ਆ ਬੱਚੇ, ਦੂਜੀ ਵਾਈਂਡਿੰਗ ਪੈਰਲਲ ਦੇ ਵਿੱਚ ਅਸੀਂ ਇੱਥੇ ਲਗਾ ਲਈ। ਇਹਦੇ ਅੰਦਰਲੇ ਪਾਸੇ ਇੱਥੇ ਪਿਆ ਸਾਡੇ ਕੋਲ ਸਕਰਲ ਕੇਜ ਰੋਟਰ। ਇਹਦਾ ਜਿਹੜਾ ਵਾਈਂਡਿੰਗਾਂ ਦਾ ਇਹਦੀ ਰਜਿਸਟੈਂਸ ਅਤੇ ਰਿਐਕਟੈਂਸ ਦੀ ਰੇਸ਼ੋ ਅਲੱਗ-ਅਲੱਗ ਰੱਖਣੀ ਪਊਗੀ ਨਾ ਬੱਚੇ। ਤਾਂ ਆਪਾਂ ਇੱਕ ਕੰਮ ਕਰ ਦਿਆਂਗੇ, ਇੱਕ ਵਾਈਂਡਿੰਗ ਦੀ ਰਾਜੇ ਇੱਥੇ ਆਪਾਂ ਇੱਕ ਸਕਰਲ ਇੱਥੇ ਨਾ ਇੱਕ ਸਵਿੱਚ ਲਗਾਉਂਦੇ, ਜਿਹੜੀ ਸਵਿੱਚ ਦਾ ਨਾਂ ਹੈਗਾ ਸੈਂਟਰੀਫਿਊਗਲ ਸਵਿੱਚ। ਸੈਂਟਰੀਫਿਊਗਲ ਸਵਿੱਚ ਕੀ ਹੁੰਦੀ ਹੈ ਬੱਚੇ? ਸੈਂਟਰੀਫਿਊਗਲ ਸਵਿੱਚ ਇਹੀ ਜਿਹੀ ਸਵਿੱਚ ਹੈਗੀ ਜਿਹੜੀ ਉਦੋਂ ਖੁੱਲ੍ਹਦੀ ਹੈਗੀ ਜਿਸ ਵੇਲੇ ਸਾਡੇ ਕੋਲ ਜਿਹੜੀ ਸਪੀਡ ਹੈਗੀ, ਜਿਹੜੀ ਰੋਟਰ ਦੀ ਸਪੀਡ ਹੈਗੀ 70% ਦੇ ਨੇੜੇ ਤੇੜੇ ਹੋਵੇ। ਓਕੇ ਜੀ। ਤਾਂ ਸਪੋਜ਼ ਕਰੋ ਸਟਾਰਟਿੰਗ ਦੇ ਵਿੱਚ ਇਹ ਜੁੜੀ ਹੋਈ ਹੈਗੀ, ਤਾਂ ਜਿਹੜੀ ਵਾਈਂਡਿੰਗ ਅਸੀਂ ਸਟਾਰਟਿੰਗ ਵਾਈਂਡਿੰਗ ਬਣਾਵਾਂਗੇ, ਚਾਹੇ ਤਾਂ ਸਟਾਰਟਿੰਗ ਕਹਿ ਲਓ ਇਹਨੂੰ, ਇੱਕ ਵਾਈਂਡਿੰਗ ਨੂੰ ਅਸੀਂ ਸਟਾਰਟਿੰਗ ਕਹਾਂਗੇ, ਦੂਜੀ ਵਾਈਂਡਿੰਗ ਨੂੰ ਅਸੀਂ ਰਨਿੰਗ ਵਾਈਂਡਿੰਗ ਕਹਾਂਗੇ। ਸਟਾਰਟਿੰਗ ਨੂੰ ਅਸੀਂ ਐਗਜ਼ਲਰੀ ਵੀ ਕਹਿ ਸਕਦੇ ਹਾਂਗੇ ਅਤੇ ਰਨਿੰਗ ਨੂੰ ਅਸੀਂ ਮੇਨ ਵਾਈਂਡਿੰਗ ਵੀ ਕਹਿ ਸਕਦੇ ਹਾਂਗੇ। ਤਾਂ ਜਿਹੜੀ ਵਾਈਂਡਿੰਗ ਸਟਾਰਟਿੰਗ 'ਚ ਲਾਉਣੀ ਹੈਗੀ ਉਹਦੀ ਰਜਿਸਟੈਂਸ ਦਾ ਸਾਨੂੰ ਕੀ ਚਾਹੀਦਾ ਰਾਜੇ? ਉਹਦੀ ਰਜਿਸਟੈਂਸ ਵੱਧ ਲਾਈਏ ਘੱਟ ਲਾਈਏ? ਵੱਧ ਲਾਓ ਬੱਚੇ ਉਹਦੀ ਰਜਿਸਟੈਂਸ। ਜਿਹੜੀ ਵਾਈਂਡਿੰਗ ਸਟਾਰਟਿੰਗ ਦੇ ਵਿੱਚ ਸਾਡੀ ਰਹੂਗੀ ਉਹਦੀ ਰਜਿਸਟੈਂਸ ਜਿੰਨੀ ਵੱਧ ਹੋਊਗੀ ਉਨੀ ਸਟਾਰਟਿੰਗ ਟਾਰਕ ਵੱਧ ਪੈਦਾ ਹੋਊਗੀ ਨਾ। ਪਰ ਜਿਹੜੀ ਮੇਨ ਵਾਈਂਡਿੰਗ ਆ ਉਹਦੀ ਮਜਬੂਰੀ ਆ, ਉਹਦੀ ਰਜਿਸਟੈਂਸ ਅਸੀਂ ਵੱਧ ਨਹੀਂ ਰੱਖ ਸਕਦੇ ਕਿਉਂਕਿ ਇਹਨੇ ਹਰ ਵਕਤ ਸਰਕਟ ਦੇ ਵਿੱਚ ਰਹਿਣਾ। ਜੇ ਹਰ ਵਕਤ ਸਰਕਟ ਦੇ ਵਿੱਚ ਵੱਧ ਰਜਿਸਟੈਂਸ ਰਹੂਗੀ ਉਹਦੇ ਨਾਲ ਆਈ ਸਕੇਅਰ ਲੋਸ ਸਾਡੇ ਬਹੁਤ ਜ਼ਿਆਦਾ ਹੋਣਗੇ। ਇਹਦੇ ਵਿੱਚ ਜਿਹੜੀਆਂ ਨੰਬਰ ਆਫ ਟਰਨਾਂ ਨੇਗੀਆਂ, ਨੰਬਰ ਆਫ ਟਰਨਾਂ ਉਹ ਸਾਡੀਆਂ ਜ਼ਿਆਦਾ ਹੁੰਦੀਆਂ ਨੇਗੀਆਂ, ਅਤੇ ਵਾਇਰ ਜਿਹੜੀ ਸਾਡੀ ਹੁੰਦੀ ਹੈਗੀ ਉਹ ਅਜੇ ਮੋਟੀ ਹੁੰਦੀ ਹੈਗੀ। ਰਜਿਸਟੈਂਸ ਘੱਟ ਆ ਨਾ, ਇਹਦਾ ਮਤਲਬ ਥਿੱਕ ਵਾਇਰ ਹੁੰਦੀ ਹੈਗੀ। ਅਤੇ ਜਿਹੜੀ ਵਾਈਂਡਿੰਗ ਸਾਡੀ ਸਟਾਰਟਿੰਗ ਵਾਈਂਡਿੰਗ ਹੈ ਇਹ ਥਿਨ ਹੁੰਦੀ ਹੈਗੀ ਅਤੇ ਨੰਬਰ ਆਫ ਟਰਨ ਇਹਦੇ ਵਿੱਚ ਘੱਟ ਹੁੰਦੀਆਂ ਨੇਗੀਆਂ ਕਿਉਂਕਿ ਰਿਐਕਟੈਂਸ ਘੱਟ ਰੱਖਣੀ ਹੈ ਅਸੀਂ। ਹਾਂਜੀ ਕਲੀਅਰ ਹੋਈ ਬੱਚੇ ਗੱਲ ਇਹ? ਤਾਂ ਹੋਏਗਾ ਕੀ ਜਦੋਂ ਬੱਚੇ ਇਹਨਾਂ ਦੀ XL/R ਦੀ ਰੇਸ਼ੋ ਇਹਦੀ ਕੁਛ ਹੋਰ ਹੈਗੀ, XL/R ਦੀ ਰੇਸ਼ੋ ਇਹਦੀ ਕੁਛ ਹੋਰ ਹੈਗੀ, ਸਾਡੇ ਕੋਲ 2 ਫੇਜ਼ ਦੀ ਇੱਕ ਮੋਟਰ ਬਣ ਜੂਗੀ, 2 ਫੇਜ਼ ਦੀ ਇੱਕ ਮੋਟਰ ਬਣ ਜੂਗੀ। ਹਾਂ ਉਹ ਗੱਲ ਵੱਖਰੀ ਹੈਗੀ ਵੀ ਪਹਿਲੀ ਜਿਹੜੀ ਵਾਈਂਡਿੰਗ ਹੈਗੀ, ਜਿਹੜੀ ਵਾਈਂਡਿੰਗ ਦੇ ਵਿੱਚ ਰਜਿਸਟੈਂਸ ਵੱਧ ਹੈਗਾ ਉਹ ਵਾਈਂਡਿੰਗ ਦੀ ਜਿਹੜੀ ਕਰੰਟ ਆ ਜੇ ਉਸ ਵਾਈਂਡਿੰਗ ਦਾ ਕਰੰਟ ਇੱਥੇ ਜਾਊਗਾ। ਵੱਧ ਰਜਿਸਟੈਂਸ ਕਿਹਦੇ ਵਿੱਚ ਹੈ ਬੱਚੇ? ਸਟਾਰਟਿੰਗ ਵਾਈਂਡਿੰਗ। ਤਾਂ ਸਟਾਰਟਿੰਗ ਕਰੰਟ ਸਾਡਾ ਇੱਥੇ ਆਊਗਾ ਨਾ, ਆਈ ਸਟਾਰਟਿੰਗ। ਅਤੇ ਰਨਿੰਗ ਵਾਈਂਡਿੰਗ ਦਾ ਜਿਹੜਾ ਰਜਿਸਟੈਂਸ ਆ ਜੇ ਉਹ ਜਿਹੜੀ ਰਨਿੰਗ ਵਾਈਂਡਿੰਗ ਆ ਉਹਦਾ ਰਜਿਸਟੈਂਸ ਬਹੁਤ ਘੱਟ ਆ, ਉਹਦਾ ਰਜਿਸਟੈਂਸ ਘੱਟ ਆ, XL ਵੱਧ ਹੋਣ ਕਰਕੇ ਉਹਦਾ ਜਿਹੜਾ ਐਂਗਲ ਆ ਉਹ ਵੱਡਾ ਹੈਗਾ। ਅਤੇ ਇਹਨਾਂ ਦੋਨਾਂ ਦਾ ਜੇ ਰਿਜ਼ਲਟੈਂਟ ਜਿਹੜਾ ਹੋਊਗਾ ਬੱਚੇ, ਰਿਜ਼ਲਟੈਂਟ ਉਹ ਇੱਥੇ ਆਊਗਾ, ਉਹ ਇੱਥੇ ਆਊਗਾ ਟੋਟਲ ਕਰੰਟ ਜਿਹੜਾ ਹੋਊਗਾ। ਤਾਂ ਆਹ ਪਾਵਰ ਫੈਕਟਰ ਹੋਊਗਾ ਬੱਚੇ। ਅਤੇ ਜਿਹੜੀ ਇਹ ਮੋਟਰ ਹੁੰਦੀ ਹੈਗੀ ਬੱਚੇ, ਇੱਦਾਂ ਦੀ ਮੋਟਰ ਜਿਹੜੀ ਹੁੰਦੀ ਹੈਗੀ, ਯਾਦ ਰੱਖਣਾ ਗਾ ਆਹ ਵਾਈਂਡਿੰਗ ਨੂੰ ਅਸੀਂ ਜਿਹੜੀ ਸਟਾਰਟਿੰਗ ਵਾਈਂਡਿੰਗ ਜਿਹੜੀ ਸਾਡੀ ਸਟਾਰਟਿੰਗ ਵਾਈਂਡਿੰਗ ਨੂੰ
ਅਸੀਂ ਬਹੁਤੀ ਦੇਰ ਸਾਡੇ ਸਰਕਟ ਦੇ ਵਿੱਚ ਨਹੀਂ ਲਾ ਕੇ ਰੱਖ ਸਕਦੇ, ਕਿਉਂਕਿ ਇਹਦੀ ਰੈਜ਼ਿਸਟੈਂਸ ਅਸੀਂ ਵੱਧ ਮੰਨੀ ਹੋਈ ਹੈ ਨਾ। ਅਤੇ ਜਦੋਂ ਵੀ 70-75% ਸਪੀਡ ਅਟੇਨ ਹੋ ਗਈ, ਇੱਕ ਵਾਰੀ ਮੋਟਰ ਘੁੰਮਣ ਲੱਗ ਗਈ, ਜਿਹੜਾ ਤੁਹਾਨੂੰ ਸੋਟੀ ਵਾਲਾ ਕੰਮ ਕਿਹਾ ਸੀ ਵੀ ਕਿਸੇ ਇੱਕ ਪਾਸੇ ਜਦੋਂ ਮੋਟਰ ਘੁੰਮ ਗਈ, ਮੋਟਰ ਉੱਧਰ ਹੀ ਘੁੰਮਦੀ ਰਹੂਗੀ ਨਾ, ਤਾਂ ਹੁਣ ਚਾਹੇ ਇਹਨੂੰ ਹਟਾ ਲਓ ਜੇ ਇੱਥੋਂ, ਇਸ ਸਵਿੱਚ ਨੂੰ ਅਸੀਂ ਆਫ ਕਰ ਲਓ ਚਾਹੇ ਇੱਥੋਂ। ਹੁਣ ਇਕੱਲੀ ਰਨਿੰਗ ਵਾਈਂਡਿੰਗ ਜਿਹੜੀ ਸਾਡੀ ਉਹ ਚਲਾਈ ਜਾਊਗੀ ਮੋਟਰ ਨੂੰ, ਸਟਾਰਟਿੰਗ ਵਾਈਂਡਿੰਗ ਅਸੀਂ ਇਹਨੂੰ ਕੱਢ ਹੀ ਦੇਵਾਂਗੇ। ਪਰ ਪ੍ਰੋਬਲਮ ਇਹਦੀ ਇਹੀ ਹੈਗੀ ਬੱਚੇ ਵੀ ਬੇਸ਼ੱਕ ਅਸੀਂ ਇਹਨੂੰ ਕੱਢਤਾ, ਤਾਂ ਕੱਢਣ ਦੇ ਨਾਲ ਸਾਡੇ ਕੋਲ ਜਿਹੜੀ ਫੁੱਲ ਲੋਡ ਟਾਰਕ ਆ ਉਹ ਬਹੁਤ ਜ਼ਿਆਦਾ ਘੱਟ ਜੂਗੀ ਉੱਥੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਦੇਖੋ ਸਾਡੇ ਇਹਦੇ ਜਿਹੜੇ ਕਰੈਕਟਰਿਸਟਿਕਸ ਹੋਣਗੇ, ਇਹਦੇ ਸਿੰਪਲ ਕਰੈਕਟਰਿਸਟਿਕਸ ਉਹ ਕਿੱਦਾਂ ਨੇਗੇ। ਦੇਖੋ ਜਿਹੜੀ ਸਟਾਰਟਿੰਗ ਵਾਈਂਡਿੰਗ ਹੈਗੀ, ਸਟਾਰਟਿੰਗ ਵਾਈਂਡਿੰਗ ਰੈਜ਼ਿਸਟੈਂਸ ਵੱਧਦਾ ਉਹਦਾ ਆਹ ਪਾਸਾ ਮੂੰਹ ਵੱਧ ਖੁੱਲ੍ਹਾ ਹੋਏਗਾ ਨਾ। ਜਿਹੜੀ ਰਨਿੰਗ ਵਾਈਂਡਿੰਗ ਹੈਗੀ ਉਹਦੀ ਰੈਜ਼ਿਸਟੈਂਸ ਘੱਟ ਆ, ਉਹਦਾ ਮੂੰਹ ਕਿੱਦਾਂ ਦਾ ਹੋਏਗਾ ਰਾਜੇ, ਉਹ ਇੱਦਾਂ ਦੇ ਇੱਥੋਂ ਚੱਲੇਗੀ ਉਹ ਖਰਾਬ। ਅਤੇ ਨੈਟ ਸਾਡੇ ਕੋਲ ਇੱਧਰ ਸਪੀਡ ਜਿਹੜੀ ਹੈਗੀ ਉਹ ਇੱਥੇ ਸਪੀਡ ਕਿੰਨੀ ਹੈਗੀ ਸਾਡੀ ਸਿੰਕਰੋਨਸ ਸਪੀਡ ਹੈਗੀ, ਜੋ ਸਲਿੱਪ ਦੀ ਵੈਲਿਊ 0, ਇੱਥੇ ਸਲਿੱਪ ਦੀ ਵੈਲਿਊ 1। ਠੀਕ ਹੈ ਜੀ। ਅਤੇ ਸਾਡੀ ਰਾਜੇ ਆਹ ਵਾਈਂਡਿੰਗ, ਆਹ ਜਿਹੜੀ ਵਾਈਂਡਿੰਗ ਦੀ ਜਿਹਦੀ ਸੀ ਆਹ ਰੈਜ਼ਿਸਟੈਂਸ ਵੱਧ ਆ ਗਈ, ਇਹ ਜਿਹੜੀ ਟਾਰਕ ਹੈ ਕਿਹਦੇ ਦੁਆਰਾ ਪੈਦਾ ਕੀਤੀ ਗਈ ਹੈਗੀ ਸਾਡੀ ਸਟਾਰਟਿੰਗ ਵਾਈਂਡਿੰਗ ਦੁਆਰਾ। ਅਤੇ ਆਹ ਜਿਹੜੀ ਇਹ ਕਿਹਦੇ ਦੁਆਰਾ ਪੈਦਾ ਕੀਤੀ ਗਈ ਹੈ ਰਨਿੰਗ ਵਾਈਂਡਿੰਗ ਦੁਆਰਾ। ਤਾਂ ਜਦੋਂ ਇਹ ਸਾਡੀ 75% ਸਪੀਡ 'ਤੇ ਆਊਗੀ, ਇੱਥੇ ਸਾਡੀ ਸਵਿੱਚ ਓਪਨ ਹੋ ਜੂ ਰਾਜੇ ਇੱਥੇ। ਅਤੇ ਜਦੋਂ ਇੱਥੇ ਸਵਿੱਚ ਓਪਨ ਹੋ ਗਈ, ਇੱਥੇ ਸਵਿੱਚ ਓਪਨ ਹੋ ਗਈ ਬੱਚੇ, ਉਸ ਵੇਲੇ ਸਾਡੇ ਕੋਲ ਆਹ ਵਾਈਂਡਿੰਗ ਰਹੂਗੀ, ਸਰਕਟ 'ਚ ਨਹੀਂ ਰਹਿਣੀ। ਇਹਦਾ ਮਤਲਬ ਸਿਰਫ ਇੰਨਾ ਕਰੰਟ ਆ ਜਿਹੜਾ ਸਾਡਾ ਇੱਧਰਲਾ ਸਿਰਫ ਆਹ ਟਾਰਕ ਸਾਡੀ ਮੇਨ ਮੋਟਰ ਦੇ ਵਿੱਚ ਜਿਹੜੀ ਟਾਰਕ ਬਣੂਗੀ ਇਹਦੇ ਕਰਕੇ ਬਣੂਗੀ ਐਂਡਿੰਗ ਦੇ ਵਿੱਚ। ਜਿਹੜੇ ਵਾਈਂਡਿੰਗ ਓਪਨ ਹੋ ਗਈ ਫਿਰ ਇਹ ਥੱਲੇ ਡਿੱਗ ਪਊਗੀ, ਫਿਰ ਇਹਦੇ ਹਿਸਾਬ ਨਾਲ ਪੈਦਾ ਕਰੂਗੀ ਹੇਠਾਂ ਦੇ। ਸਾਡਾ ਗ੍ਰਾਫ ਜਿਹੜਾ ਬਣੂਗਾ ਉਹ ਇੱਦਾਂ ਦਾ ਬਣੂਗਾ ਬੱਚੇ, ਇੱਦਾਂ ਦਾ ਬਣੂਗਾ, ਇੱਦਾਂ ਦਾ ਦੇਖਿਓ, ਇੱਦਾਂ ਜਾ ਕੇ ਇੱਦਾਂ ਬਣੂਗਾ ਬੱਚੇ। ਕਲੀਅਰ ਹੋ ਗਈ ਜੀ ਗੱਲ ਇਹ। ਤਾਂ ਸਟਾਰਟਿੰਗ ਟਾਰਕ ਜੇ ਇੱਥੇ ਆਪਾਂ ਕਹਿੰਦੇ ਹੈਗੇ ਵੀ ਮੰਨ ਲਓ ਆਪਣੀ ਨੋਰਮਲ ਜਿਹੜੀ 100 ਇੱਥੇ ਕਹਿੰਦੇ ਹੈਗੇ, ਤਾਂ 100 ਤੋਂ ਤਾਂ ਸਾਡੀ ਸਟਾਰਟਿੰਗ ਟਾਰਕ ਲਗਭਗ ਦੁੱਗਣੀ ਤਾਂ ਹੋ ਹੀ ਜਾਏਗੀ। ਹਾਂਜੀ। ਇਹਦੇ ਵਾਸਤੇ ਲਿਖਣੀ ਜਿਹੜੀ ਗੱਲ ਹੈਗੀ ਉਹ ਇਹ ਲਿਖਣੀ ਹੈਗੀ ਵੀ ਲਗਭਗ ਸਾਡੇ ਕੋਲ ਜਿਹੜੀ ਇਹਦੀ ਸਟਾਰਟਿੰਗ ਟਾਰਕ ਹੈਗੀ ਉਹ ਪਹਿਲਾਂ ਨਾਲੋਂ ਕਿੰਨੀ ਵੱਧ ਜਾਏਗੀ ਰਾਜੇ, ਪਹਿਲਾਂ ਨਾਲੋਂ ਦੁੱਗਣੀ ਹੋ ਜਾਏਗੀ। ਠੀਕ ਹੈ। ਸਟਾਰਟਿੰਗ ਟਾਰਕ ਜਿਹੜੀ ਹੁੰਦੀ ਹੈਗੀ, ਸਟਾਰਟਿੰਗ ਟਾਰਕ ਸਟਾਰਟਿੰਗ ਇਜ਼ ਟਵਾਈਸ ਹੈਗੀ ਇਹਦੇ ਵਿੱਚ, ਟਵਾਈਸ ਆਫ ਫੁੱਲ ਲੋਡ ਟਾਰਕ। ਓਕੇ ਜੀ। ਪਰ ਪ੍ਰੋਬਲਮ ਇਹਦੀ ਪਤਾ ਬੱਚੇ ਕੀ ਹੈਗੀ, ਸਭ ਤੋਂ ਵੱਡੀ ਪ੍ਰੋਬਲਮ ਇਹਦੀ ਪ੍ਰੋਬਲਮ ਹੈਗੀ ਰਾਜੇ ਪਾਵਰ ਫੈਕਟਰ। ਇਹਦੀ ਸਿਰਫ 60% ਐਫੀਸ਼ੀਐਂਸੀ ਹੈਗੀ, 60% ਐਫੀਸ਼ੀਐਂਸੀ ਹੈ ਜੀ। ਅਤੇ 0.6 ਪਾਵਰ ਫੈਕਟਰ cos ਪਾਈ ਜਿਹੜਾ ਸਾਡਾ ਉਹ 0.86 ਲੈ ਹੈਗਾ। ਕਿਉਂਕਿ ਤੁਸੀਂ ਧਿਆਨ ਨਾਲ ਦੇਖੋ ਰਾਜੇ, ਆਹ ਵਾਈਂਡਿੰਗਾਂ ਨੇ ਜਿਹੜੀਆਂ ਸਾਡੀ ਸਟਾਰਟਿੰਗ ਵਾਈਂਡਿੰਗ ਤਾਂ ਅਸੀਂ ਕੱਢ ਦਾਂਗੇ ਨਾ, ਤਾਂ ਮੇਨ ਸਾਡੀ ਵਾਈਂਡਿੰਗ ਜਿਹੜੀ ਰਹਿ ਜੂਗੀ ਉਹ ਕਿਹੜੀ ਰਹਿ ਜੂਗੀ ਸਾਡੀ, ਆਹੀ ਰਹਿ ਜੂਗੀ ਨਾ ਆਹ। ਤਾਂ ਮੇਨ ਤਾਂ ਜਿਹੜਾ ਟੋਟਲ ਕਰੰਟ ਆ ਉਹਦੇ ਕਰਕੇ ਫਲੋ ਹੋਊਗਾ ਰਾਜੇ, ਆਹ ਐਂਗਲ ਜਿਹੜਾ ਸਾਡਾ। ਤਾਂ ਫੇਸ ਸਪਲਿਟ ਅਸੀਂ ਵਾਈਂਡਿੰਗਾਂ ਦੀਆਂ ਜਿਹੜੀਆਂ ਸਾਡੇ ਕੰਪੋਨੈਂਟਸ ਹੈਗੇ ਰੈਜ਼ਿਸਟੈਂਸ ਅਤੇ ਰਿਐਕਟੈਂਸ, ਇਹਨਾਂ ਨੂੰ ਚੇਂਜ ਕਰਕੇ ਅਸੀਂ ਦੋ ਵਾਈਂਡਿੰਗਾਂ ਦੇ ਵਿੱਚ ਅਲੱਗ-ਅਲੱਗ ਡਾਇਰੈਕਸ਼ਨਾਂ ਦੇ ਵਿੱਚ ਅਲੱਗ-ਅਲੱਗ ਲੈਗਿੰਗ ਦੇ ਵਿੱਚ ਕਰੰਟ ਪੈਦਾ ਕਰ ਲਿਆ ਰਾਜੇ। ਉਹ ਕਰੰਟ ਜਦੋਂ ਆਪਸ ਦੇ ਵਿੱਚ ਉਹਨਾਂ ਨੇ ਦੇਖਿਆ, ਉਹਨਾਂ ਦੇ ਵਿੱਚ ਫੇਸ ਡਿਫਰੈਂਸ ਆਇਆ, ਤਾਂ ਉਹਨਾਂ ਦੋਨਾਂ ਕਰਕੇ ਦੋ ਅਲੱਗ-ਅਲੱਗ ਟਾਰਕਾਂ ਪੈਦਾ ਹੋ ਗਈਆਂ, ਜਿਹਦੀ ਰਿਜ਼ਲਟੈਂਟ ਟਾਰਕ ਸੀਗੀ ਉਹਦੇ ਨਾਲ ਮੋਟਰ ਸਾਡੀ ਘੁੰਮਣ ਲੱਗ ਗਈ। ਪਰ ਕੋਈ ਬਹੁਤੀ ਵਧੀਆ ਮੋਟਰ ਨਹੀਂ ਬਣਾ ਸਕੇ, ਸਿਰਫ 60% ਐਫੀਸ਼ੀਐਂਸੀ ਹੈਗੀ ਇਸ ਮੋਟਰ ਦੀ ਅਤੇ 0.6 ਪਾਵਰ ਫੈਕਟਰ ਇਸ ਮੋਟਰ ਦਾ। ਪਰ ਸਟਾਰਟਿੰਗ ਟਾਰਕ ਜਿਹੜੀ ਸਾਡੀ ਉਹ ਸਿਰਫ ਦੁੱਗਣੀ ਹੈਗੀ, ਕੋਈ ਬਾਹਲੀ ਜ਼ਿਆਦਾ ਨਹੀਂ ਹੈਗੀ। ਕਲੀਅਰ ਹੋ ਗਈ ਬੱਚੇ ਗੱਲ। ਇਹ ਸਿੰਗਲ ਫੇਸ ਮੋਟਰ ਹੈਗੀ। ਇਹ ਬਹੁਤ ਛੋਟੀਆਂ ਮੋਟਰਾਂ ਜਿਹੜੀਆਂ ਹੁੰਦੀਆਂ ਨੇ ਸਾਡੀਆਂ, ਬਹੁਤ ਜ਼ਿਆਦਾ ਛੋਟੀਆਂ ਮੋਟਰਾਂ ਗ੍ਰਾਈਂਡਰਸ ਵਗੈਰਾ ਦੇ ਵਿੱਚ ਜਾਂ ਕਿਸੇ ਉਹਦੇ ਵਿੱਚ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਉਹ ਇਹ ਹੋ ਸਕਦੀਆਂ ਨਹੀਂ ਆ 0.25 HP ਤੋਂ ਘੱਟ। 0.25 HP ਦਾ ਮਤਲਬ ਕੀ ਆ ਰਿਹਾ, ਚੌਥਾ ਹਿੱਸਾ। ਠੀਕ ਹੈ ਜੀ। ਅਤੇ ਮੇਨ ਇਹਦੇ ਵਿੱਚ ਗੱਲ ਆਉਂਦੀ ਹੈ ਰਿਵਰਸਲ। ਰਿਵਰਸਲ ਆਫ ਡਾਇਰੈਕਸ਼ਨ ਕਿਵੇਂ ਕਰ ਸਕਦੇ ਆ ਰਾਜੇ ਰਿਵਰਸਲ? ਜਾਂ ਤਾਂ ਤੁਸੀਂ ਬੱਚੇ ਕੀ ਕਰੋ, ਸਟਾਰਟਿੰਗ ਵਾਈਂਡਿੰਗ ਦੇ ਕਨੈਕਸ਼ਨ ਪੁੱਠੇ ਕਰ ਦਿਓ ਔਰ ਰਨਿੰਗ ਵਾਈਂਡਿੰਗ ਦੇ ਕਨੈਕਸ਼ਨ ਪੁੱਠੇ ਕਰ ਦਿਓ, ਤੁਹਾਡੀ ਮੋਟਰ ਜਿਹੜੀ ਤੁਹਾਡੀ ਪੁੱਠੀ ਘੁੰਮਣ ਲੱਗ ਜਾਏਗੀ। ਠੀਕ ਹੈ ਬੱਚੇ, ਯਾਦ ਰੱਖਿਓ ਇਹ ਗੱਲ ਨੂੰ। ਚਲੋ ਅੱਜ ਇੰਨਾ ਕਿ ਕੱਲ੍ਹ ਨੂੰ ਰਾਜੇ ਆਪਾਂ ਮੋਟਰਾਂ ਪੜ੍ਹਾਂਗੇ ਜਿਹੜੀਆਂ, ਮੇਰੀ ਸਲਾਹ ਸੀ ਕਰਾਉਣ ਦੀ, ਪਰ ਮੈਂ ਸੋਚਿਆ ਇੱਕ ਵਾਰੀ ਰਿਵੀਜ਼ਨ ਕਰਾ ਦਾਂ।
ਤੇ ਕੱਲ ਨੂੰ ਜਿਹੜੀਆਂ ਮੋਟਰਾਂ ਪੜਾਂਗੇ ਸਿੰਗਲ ਫੇਸ ਮੋਟਰਾਂ ਅਸੀਂ ਕੱਲ ਨੂੰ ਪੜਾਂਗੇ ਤੇ ਕੱਲ ਨੂੰ ਖਤਮ ਕਰ ਲਾਂਗੇ।